ਇਹ ਸਰਕਾਰ ਨੂੰ, ਚਾਹੇ ਉਹ ਸਿੱਖਿਆ ਮੰਤਰੀ ਨੇ, ਚਾਹੇ ਉਹ ਫਾਈਨਾਂਸ ਮੰਤਰੀ ਨੇ, ਤਾਂ ਚਾਹੇ ਉਹ ਮੁੱਖ ਮੰਤਰੀ ਨੇ, ਚਾਹੇ ਉਹ ਸਾਡੀ ਸਟੇਟ ਦੇ ਨੇ ਤੇ ਚਾਹੇ ਉਹ ਸਾਰੇ ਭਾਰਤ ਦੇ ਨੇ, ਇਹਨਾਂ ਨੂੰ ਇਹ ਗੱਲ ਸੋਚਣੀ ਪਊਗੀ ਕਿ ਕੱਚੇ ਅਧਿਆਪਕ ਕੀ ਹੋਏਗੀ। ਤੁਸੀਂ ਉਹਨਾਂ ਨੂੰ ਇਸ ਗੱਲ ਦੇ ਉੱਤੇ ਇਸ ਸ਼ਰਤ ਤੇ ਨੌਕਰੀ ਦੇ ਰਹੇ ਆ ਵੀ ਤੁਹਾਨੂੰ 2 ਸਾਲ ਦਾ ਜਿਹੜਾ ਆ ਪ੍ਰੋਬੇਸ਼ਨਰੀ ਪੀਰੀਅਡ ਦਿੱਤਾ ਜਾਊਗਾ, ਉਹਦੇ ਅਧੀਨ ਤੁਹਾਨੂੰ ਇੱਕ ਥੋੜੀ ਤਨਖਾਹ ਦਿੱਤੀ ਜਾਊਗੀ, ਉਹ ਕੱਚੇ ਅਧਿਆਪਕ ਰੱਖਿਆ ਜਾਊਗਾ। ਕੀ ਤਮਾਸ਼ਾ ਬਣਾ ਕੇ ਰੱਖਿਆ ਹੋਇਆ ਇਹਨਾਂ ਸਰਕਾਰ ਨੇ। ਆਪਣੇ ਜਦੋਂ ਇਹਨਾਂ ਨੇ ਤਨਖਾਹ ਵਧਾਉਣੀ ਹੁੰਦੀ ਹੈ, ਜਦੋਂ MLAs ਨੇ ਆਪਣੀ ਤਨਖਾਹ ਵਧਾਉਣੀ ਆ ਤੇ ਇਹਨਾਂ ਨੂੰ ਕੋਈ ਨਹੀਂ ਪੁੱਛਦਾ ਤੇ ਕੋਈ ਨਹੀਂ ਰੋਕਦਾ, ਚੁੱਪ ਕਰਕੇ ਵਧਾ ਲੈਂਦੇ। ਉਹ ਇਹਨਾਂ ਦਾ ਜਿਹੜਾ ਦਾਰੋ ਮਦਾਰ ਆ ਉਹ ਸਿਰਫ ਔਰ ਸਿਰਫ ਇਸ ਗੱਲ ਤੇ ਟਿਕਿਆ ਹੋਇਆ ਕਿ ਸੱਤਾ ਦੇ ਵਿੱਚ ਬਣੇ ਕਿੱਦਾਂ ਰਹਿਣ। ਜੇ ਆਮ ਲੋਕਾਂ ਲਈ ਚੰਗੇ ਕੰਮ ਕਰਨ ਫਿਰ ਅਗਲੀ ਵਾਰ ਵੋਟਾਂ ਲੈਣ ਦੀ ਜਾਂ ਵੋਟਾਂ ਮੰਗਣ ਦੀ ਲੋੜ ਨਹੀਂ ਜੀ। ਮੋਦੀ ਸਾਹਿਬ ਪੰਜਾਬ ਦੇ ਜਾਂ ਭਾਰਤ ਦੇ ਹਰ ਕਿਸਾਨ ਦੀ ਜੇਬ 2-2000 ਰੁਪਇਆ ਪਾਉਂਦੇ ਨੇ ਤੇ ਉਹ ਕੋਈ ਚੰਗਾ ਕੰਮ ਨਹੀਂ ਕਿਹਾ ਜਾ ਸਕਦਾ ਉਹਨੂੰ। ਇੱਡੀ ਵਾਹੀਆਤ ਗੱਲ ਕੀਤੀ ਹੈ ਉਸ ਇਨਸਾਨ ਨੇ। ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਸਵਲੀਨ ਕੌਰ ਜੱਸੜ ਤੇ ਪ੍ਰੋਗਰਾਮ ਹੈ ਵਿਚਾਰ ਚਰਚਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸਟੂਡੀਓ 'ਚ ਹੋਣਗੇ ਸਾਡੇ ਐਕਸਪਰਟ ਅੰਮ੍ਰਿਤਪਾਲ ਸ਼ਰਮਾ ਜੀ ਤੇ ਅਸੀਂ ਉਹਨਾਂ ਦੇ ਨਾਲ ਗੱਲ ਕਰਾਂਗੇ ਪੰਜਾਬ ਦੀ ਰਾਜਨੀਤੀ ਦੀ, ਕੱਚੇ ਅਧਿਆਪਕਾਂ ਦੇ ਸਰਕਾਰ ਨਾਲ ਪਏ ਰਫੜ ਦੀ ਤੇ ਕਰੋਨਾ ਵੈਕਸੀਨ ਤੇ ਹੋ ਰਹੀ ਰਾਜਨੀਤੀ ਦੀ ਤੇ ਠੰਡਿਆਂ ਵਾਲੀ ਕੰਪਨੀ ਨੂੰ ਆਈਆਂ ਤਰੇਲੀਆਂ ਦੀ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਮੁੱਦੇ ਉਹਨਾਂ ਦੇ ਨਾਲ ਡਿਸਕਸ ਕਰਾਂਗੇ। ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਆਪਣੇ ਮਾਹਿਰ ਮਹਿਮਾਨ ਦਾ ਸਵਾਗਤ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਸ਼ਰਮਾ ਜੀ, ਸਵਾਗਤ ਕਰਦੇ ਹਾਂ ਜੀ ਤੁਹਾਡਾ। ਸ਼ੁਕਰੀਆ ਸੁਵਲੀਨ ਜੀ, ਕੀ ਹਾਲ ਚਾਲ? ਬਹੁਤ ਵਧੀਆ ਜੀ, ਤੁਸੀਂ ਸੁਣਾਓ ਜੀ? ਚਲੋ, ਠੰਡਿਆਂ ਵਾਲੀ ਕੰਪਨੀ ਨੂੰ ਤਰੇਲੀਆਂ ਲਿਆਈਆਂ ਨੇ, ਇੰਨੀ ਗਰਮੀ ਆ, ਉਹਨਾਂ ਨੂੰ ਤਰੇਲੀਆਂ ਥੋੜੀਆਂ ਜਿਹੀਆਂ ਬਾਅਦ ਚ ਲੈ ਕੇ ਆਉਂਦੇ ਆ। ਪ੍ਰੋਗਰਾਮ ਦੀ ਸ਼ੁਰੂਆਤ ਉਸ ਮੁੱਦੇ ਤੋਂ ਕਰਦੇ ਆ ਜਿਸ ਮੁੱਦੇ ਨੂੰ ਅੱਜ ਅਖਬਾਰਾਂ ਨੇ ਖਾਸ ਥਾਂ ਦਿੱਤੀ ਆ। ਕੱਚੇ ਅਧਿਆਪਕਾਂ ਨੇ ਸਰਕਾਰ ਦੇ ਖਿਲਾਫ ਮੋਰਚਾ ਵਿੱਢਿਆ, ਰੋਸ ਪ੍ਰਦਰਸ਼ਨ ਕਰ ਰਹੇ ਨੇ ਉਸ ਸਰਕਾਰ ਦੇ ਖਿਲਾਫ ਜੋ ਘਰ ਘਰ ਰੁਜ਼ਗਾਰ ਦੇਣ ਦੇ ਕਾਲ ਕਰਦੀ ਸੀ। ਕੀ ਕਹਿਣਾ ਚਾਹੋਗੇ ਸੁਵਲੀਨ ਜੀ? ਜਿੱਥੋਂ ਤੱਕ ਤੁਸੀਂ ਅਧਿਆਪਕਾਂ ਦੀ ਗੱਲ ਕੀਤੀ ਆ, ਮੈਂ ਬਹੁਤ ਵਾਰ ਇਹ ਗੱਲ ਪੜ੍ਹੀ ਆ ਬਹੁਤ ਜਗ੍ਹਾ ਦੇ ਉੱਤੇ। ਇੱਕ ਵਾਇਰਲ ਮੈਸੇਜ ਜਿਹਾ ਇਹ ਕਈ ਵਾਰ ਦੇਖਿਆ ਕਿ ਇਟਲੀ ਦੇ ਵਿੱਚ ਇੱਕ ਵਾਰ ਇੱਕ ਅਧਿਆਪਕ ਨੂੰ ਚਲਾਨ ਕੱਟ ਦਿੱਤਾ ਗਿਆ। ਸੜਕ ਦੇ ਉੱਤੇ ਉਹ ਜਾ ਰਿਹਾ ਸੀ ਤੇ ਉਹਦਾ ਚਲਾਨ ਕੱਟ ਦਿੱਤਾ ਗਿਆ ਤੇ ਕਿਹਾ ਜਾਂਦਾ, ਮੈਂ ਉਹਦਾ ਸਾਖੀ ਨਹੀਂ ਹੈਗਾ, ਮੈਂ ਸਿਰਫ ਪੜ੍ਹੀ ਹੋਈ ਗੱਲ ਦੱਸਦਾ, ਪਰ ਮੈਨੂੰ ਜਾਪਦਾ ਕਿ ਉਹ ਸੱਚ ਹੋਣੀ ਆ। ਉਹ ਕਹਿੰਦੇ ਉਹ ਕੋਰਟ ਦੇ ਵਿੱਚ ਚਲਾ ਗਿਆ ਆਪਣਾ ਚਲਾਨ ਲੈ ਕੇ ਤੇ ਜਦੋਂ ਉਹਨੇ ਦੱਸਿਆ ਜੱਜ ਨੂੰ ਕਿ ਮੈਂ ਇੱਕ ਅਧਿਆਪਕ ਹਾਂ ਤੇ ਜੱਜ ਖੜਾ ਹੋ ਗਿਆ ਤੇ ਉਹਨੂੰ ਕੁਰਸੀ ਦਿੱਤੀ। ਅੱਛਾ। ਤੇ ਬਾਅਦ ਵਿੱਚ ਕਿਹਾ ਕਿ ਬਹੁਤ ਗਲਤੀ ਆ ਕਿ ਤੁਹਾਨੂੰ ਇੱਥੇ ਆਉਣਾ ਪਿਆ, ਤੁਹਾਨੂੰ ਜੇ ਤੁਸੀਂ ਕੋਈ ਗਲਤੀ ਵੀ ਕੀਤੀ ਤਾਂ ਤਦ ਵੀ ਤੁਹਾਨੂੰ ਇੱਥੇ ਨਹੀਂ ਆਉਣਾ ਚਾਹੀਦਾ ਸੀ। ਇੰਨਾ ਸਤਿਕਾਰ ਕਿਹਾ ਜਾਂਦਾ ਹੈ ਕਿ ਇਹ ਜਿਹੜੇ ਟੀਚਰਸ ਆ ਇਹ ਨੇਸ਼ਨ ਬਿਲਡਰਸ ਹੁੰਦੇ ਆ, ਕੌਮ ਦੇ ਉਸਰਈਏ ਨੇ। ਇਹ ਗੱਲ ਬਿਲਕੁਲ ਸਹੀ ਵੀ ਹੈ। ਅਸੀਂ ਜਦੋਂ ਵੀ ਕਿਤੇ ਸਮਾਜ ਸੁਧਾਰ ਦੀ ਗੱਲ ਕਰਦੇ ਹਾਂ, ਚੰਗੇ ਮੁਲਕ ਦੀ ਗੱਲ ਕਰਦੇ ਹਾਂ, ਚੰਗੀਆਂ ਕਦਰਾਂ ਕੀਮਤਾਂ ਦੀ ਗੱਲ ਕਰਦੇ ਹਾਂ, ਚੰਗੀ ਸਿਹਤ ਦੀ ਗੱਲ ਕਰਦੇ ਤਾਂ ਅਸੀਂ ਅਕਸਰ ਹਮੇਸ਼ਾ ਇਹ ਦੋ ਗੱਲਾਂ ਦੇ ਉੱਤੇ ਜ਼ੋਰ ਦਿੰਦੇ ਹਾਂ ਕਿ ਜਿਹੜੀ ਐਜੂਕੇਸ਼ਨ ਤੇ ਹੈਲਥ, ਇਹ ਦੋਨੋਂ ਜਿਹੜੇ ਆ ਸਰਕਾਰ ਦੀਆਂ ਪ੍ਰਾਇੋਰਟੀਜ਼ ਹੋਣੀਆਂ ਚਾਹੀਦੀਆਂ, ਸਮਾਜ ਦੀਆਂ ਪ੍ਰਾਇੋਰਟੀਜ਼ ਹੋਣੀਆਂ ਚਾਹੀਦੀਆਂ। ਤੇ ਤੁਸੀਂ ਦੇਖੋਗੇ ਤੁਹਾਡੇ ਆਲੇ ਦੁਆਲੇ ਜਿਹੜੇ ਵੀ ਮਾਂ-ਬਾਪ ਨੇ, ਉਹਨਾਂ ਦੀ ਪਹਿਲੀ ਜਿਹੜੀ ਕੋਸ਼ਿਸ਼ ਆ, ਪਹਿਲੀ ਜਿਹੜੀ ਜ਼ਰੂਰਤ ਆ ਉਹ ਇਹੀ ਹੁੰਦੀ ਆ ਕਿ ਉਹਨਾਂ ਦੇ ਬੱਚੇ ਚੰਗੇ ਸੰਸਥਾਨ 'ਚ ਪੜ੍ਹਨ, ਚੰਗੇ ਸਕੂਲ 'ਚ ਪੜ੍ਹਨ, ਚੰਗੇ ਅਧਿਆਪਕਾਂ ਤੋਂ ਪੜ੍ਹਨ, ਚੰਗੇ ਵਿਦਿਆਰਥੀ ਬਣਨ, ਚੰਗੇ ਨਾਗਰਿਕ ਬਣਨ। ਪਰ ਇਹ ਤਰਾਸਦੀ ਆ ਕਿ ਇੱਥੇ ਜਿਹੜੇ ਅਧਿਆਪਕ ਆ ਉਹਨਾਂ ਦੀ ਜਿਹੜੀ ਆ ਇੱਜ਼ਤ ਜਿਹੜੀ ਆ ਸਰਕਾਰਾਂ ਵੱਲੋਂ ਜਾਂ ਤੰਤਰ ਵੱਲੋਂ ਉਨੀ ਨਹੀਂ ਕੀਤੀ ਜਾਂਦੀ। ਅਧਿਆਪਕ ਜਿਹੜੇ ਚੰਗੇ ਅਧਿਆਪਕ ਨੇ ਉਹਨਾਂ ਦੀ ਵਿਦਿਆਰਥੀ ਬਹੁਤ ਰਿਸਪੈਕਟ ਕਰਦੇ ਨੇ। ਕਦੇ ਪਹਿਲਾਂ ਵੀ ਕਰਦੇ ਸੀ, ਜਦੋਂ ਅਸੀਂ ਵਿਦਿਆਰਥੀ ਸੀ ਅਸੀਂ ਵੀ ਕਰਦੇ ਸੀ। ਅਸੀਂ ਹੁਣ ਟੀਚਰ ਬਣ ਗਏ ਤੇ ਹੁਣ ਵੀ ਅਸੀਂ ਦੇਖਦੇ ਹਾਂ ਕਿ ਜਿਹੜੇ ਚੰਗੇ ਅਧਿਆਪਕ ਨੇ, 45 ਮਿੰਟ ਦਾ ਇੱਕ ਪੀਰੀਅਡ ਆ, ਜੇ ਉਸ ਪੀਰੀਅਡ ਦੇ ਵਿੱਚ ਅਧਿਆਪਕ ਟਾਈਮ ਨਾਲ ਆਉਂਦਾ ਆ, ਟਾਈਮ ਨਾਲ ਜਾਂਦਾ ਆ, ਆਪਣੇ ਸਿਲੇਬਸ ਤੋਂ ਇਲਾਵਾ ਬੱਚਿਆਂ ਨੂੰ 2-4 ਚੰਗੀਆਂ ਗੱਲਾਂ ਵੀ ਜੇ ਉਹ ਰੋਜ਼ ਦੱਸਦਾ ਆ, ਜੇ ਹਫ਼ਤੇ ਬਾਅਦ ਵੀ ਦੱਸਦਾ ਆ, ਤੇ ਉਹਦਾ ਜਿਹੜਾ ਕੱਦ ਬੁੱਤ ਆ ਉਹਦੇ ਸਟੂਡੈਂਟਸ ਦੀ ਨਜ਼ਰ 'ਚ ਬਹੁਤ ਉੱਚਾ ਹੁੰਦਾ। ਸਾਰੀ ਉਮਰ ਬੱਚੇ ਦੇ ਮਨ ਤੇ ਇੱਕ ਛਾਪ ਛੱਡ ਜਾਂਦਾ। ਬਿਲਕੁਲ। ਤੁਹਾਨੂੰ ਜੇ ਮੈਂ ਪੁੱਛਾਂ, ਤੁਹਾਨੂੰ ਵੀ ਉਹ 4 ਟੀਚਰ ਯਾਦ ਹੋਣੇ ਆ, ਤੇ ਜਦੋਂ ਤੁਸੀਂ ਮੈਨੂੰ ਪੁੱਛ ਲਓ ਤੇ ਮੈਨੂੰ ਵੀ ਅੱਜ ਉਹ ਟੀਚਰ ਯਾਦ ਨੇ ਜਿਨ੍ਹਾਂ ਤੋਂ ਮੈਂ ਹਾਈ ਸਕੂਲ 'ਚ ਪੰਜਾਬੀ ਪੜ੍ਹੀ, ਜਿਨ੍ਹਾਂ ਤੋਂ ਮੈਂ ਕਾਲਜ 'ਚ ਅੰਗਰੇਜ਼ੀ ਪੜ੍ਹੀ, ਜਿਨ੍ਹਾਂ ਤੋਂ ਮੈਂ ਰਾਜਨੀਤੀ ਸ਼ਾਸਤਰ ਪੜ੍ਹਿਆ। ਜੋ ਵੀ ਜਿਹੜੇ ਵੀ ਉਹ 5-7 ਲੋਕ ਜ਼ਿੰਦਗੀ 'ਚ ਸਾਡੀ ਚਾਹੇ ਅਸੀਂ ਅੱਜ ਜਿੱਥੇ ਵੀ ਹਾਂ, ਜੋ ਵੀ ਗੱਲ ਕਰਦੇ ਹਾਂ, ਸਿਰਫ ਔਰ ਸਿਰਫ ਉਹਨਾਂ ਦੀ ਬਦੌਲਤ ਹੈ। ਤੇ ਸਰਕਾਰਾਂ ਸਾਡੀਆਂ ਨੇ ਬੀਤੇ ਕੁਝ ਸਮੇਂ ਤੋਂ ਜਦੋਂ ਤੋਂ ਇਹ ਆਰਥਿਕ ਸੁਧਾਰ ਦੀ ਗੱਲ ਕੀਤੀ ਨਾ ਜੀ, ਸਰਕਾਰਾਂ ਨੇ ਗਲੋਬਲਾਈਜੇਸ਼ਨ ਦੀ ਗੱਲ ਕੀਤੀ, ਓਪਨ ਵਪਾਰ ਦੀ ਗੱਲ ਕੀਤੀ, ਉਦੋਂ ਤੋਂ ਸਰਕਾਰਾਂ ਦਾ ਬਹੁਤਾ ਧਿਆਨ ਜਿਹੜਾ ਆ ਉਹ
ਪੈਸੇ ਧੇਲੇ ਵੱਲ ਤੇ ਹਿਸਾਬ ਕਿਤਾਬ ਵੱਲ ਹੋ ਗਿਆ। ਜੇਬਾਂ ਭਰਨ ਚ ਪੈਸੇ ਕਮਾਉਣੇ ਵੀ ਚਾਹੀਦੇ ਨੇ ਸਰਕਾਰਾਂ ਨੂੰ, ਹਮੇਸ਼ਾ ਨਵੇਂ ਨੋਟ ਛਾਪ ਕੇ ਹੀ ਕੰਮ ਨਹੀਂ ਚਲਾਇਆ ਜਾ ਸਕਦਾ। ਬਿਲਕੁਲ। ਟੈਕਸ ਦੀ ਉਗਰਾਹੀ ਵੀ ਹੋਣੀ ਚਾਹੀਦੀ ਆ, ਬਹੁਤ ਸਾਰੀਆਂ ਚੀਜ਼ਾਂ ਨੇ, ਲਾਅ ਐਂਡ ਆਰਡਰ ਵੀ ਹੋਣਾ ਚਾਹੀਦਾ। ਪਰ ਜਿਹੜੇ ਦੋ ਬਹੁਤ ਜ਼ਰੂਰੀ ਚੀਜ਼ਾਂ ਨੇ ਚੰਗੇ ਸਮਾਜ ਦੀ ਉਸਾਰੀ ਲਈ ਅਧਿਆਪਕ ਯਾਨੀ ਕਿ ਸਿੱਖਿਆ ਤੇ ਸਿਹਤ, ਇਹਨਾਂ ਦੇ ਉੱਤੇ ਜਿਹੜਾ ਆ ਖਰਚੇ ਦੇ ਵਿੱਚ ਕਿਸੇ ਵੀ ਹਾਲਤ ਦੇ ਵਿੱਚ ਕਟੌਤੀ ਜਿਹੜੀ ਆ ਉਹ ਨਹੀਂ ਕੀਤੀ ਜਾਣੀ ਚਾਹੀਦੀ। ਹੁਣ ਜਿਹੜੀ ਤੁਸੀਂ ਇਹ ਗੱਲ ਕਰਦੇ ਆ, ਇਹਦੇ 'ਚ ਪਹਿਲਾਂ ਤੇ ਮੈਂ ਇੱਕ ਹੋਰ ਹੈਰਾਨੀ ਦੀ ਗੱਲ ਆਉਂਦੀ ਆ, ਸਾਡੇ ਟਾਈਮ ਤੇ ਸਿਰਫ ਅਧਿਆਪਕ ਹੁੰਦਾ ਸੀ, ਟੀਚਰ ਹੁੰਦਾ ਸੀ। ਮੇਰੀ ਆਪ ਦੀ ਫੈਮਿਲੀ ਦੇ ਵਿੱਚ ਬਹੁਤ ਸਾਰੇ ਟੀਚਰ ਹੈ, ਮੇਰੇ ਮਦਰ ਫਾਦਰ ਵੀ ਟੀਚਰ ਰਿਟਾਇਰਡ ਨੇ। ਸਿਰਫ ਟੀਚਰ ਹੁੰਦਾ ਸੀ। ਅੱਜ ਟੀਚਰ ਨੂੰ ਹੀ ਨਹੀਂ ਪਤਾ ਲੱਗਦਾ ਕਿ ਉਹ ਕਿਹੜਾ ਟੀਚਰ ਆ। ਉਹ ਹਾਈ ਸਕੂਲ ਦਾ ਟੀਚਰ ਆ, ਕੀ ਉਹ ਵਲੰਟੀਅਰ ਆ, ਕੀ ਉਹ ਸਿੱਖਿਆ ਪ੍ਰੋਵਾਈਡਰ ਆ, ਕੀ ਉਹ SPR ਆ, ਕੀ ਉਹ IV ਵਲੰਟੀਅਰ ਆ, ਕੀ ਹੈ ਉਹ ਕੱਚਾ ਆ, ਉਹ ਕਿਹੜੀ ਤਨਖਾਹ ਉਹ ਤੁਹਾਡੇ ਜਿਹੜੀ ਵਰਲਡ ਬੈਂਕ ਤੋਂ ਕੋਈ ਆ ਰਹੀ ਆ ਉਧਰੋਂ ਲੈ ਰਿਹਾ, ਡਿਪਾਰਟਮੈਂਟ ਤੋਂ ਲੈ ਰਿਹਾ, ਕਿ ਉਹਨੂੰ ਪੰਚਾਇਤ ਦੇ ਰਹੀ ਆ। 13,000 ਦੇ ਲਗਭਗ ਇਹ ਕੱਚੇ ਟੀਚਰ ਨੇ। ਇਹ ਗੱਲ ਸੁਣਨ ਨੂੰ ਹੀ ਅਟਪਟੀ ਲੱਗਦੀ ਆ, ਸੁਣਨ ਨੂੰ ਹੀ ਲੱਗਦੀ ਆ ਵੀ ਅਸੀਂ ਕਿਸ ਸਮਾਜ ਦੇ ਵਿੱਚ ਤੇ ਕਿਸ ਮੁਲਕ 'ਚ ਰਹਿ ਰਹੇ ਹਾਂ। ਕੱਚੇ ਅਧਿਆਪਕ ਕੀ ਹੁੰਦੇ ਆ? ਬਿਲਕੁਲ। ਇਹ ਸਰਕਾਰ ਨੂੰ, ਚਾਹੇ ਉਹ ਸਿੱਖਿਆ ਮੰਤਰੀ ਨੇ, ਚਾਹੇ ਉਹ ਫਾਈਨਾਂਸ ਮੰਤਰੀ ਨੇ, ਚਾਹੇ ਉਹ ਮੁੱਖ ਮੰਤਰੀ ਨੇ, ਚਾਹੇ ਉਹ ਸਾਡੀ ਸਟੇਟ ਦੇ ਨੇ ਤੇ ਚਾਹੇ ਉਹ ਸਾਰੇ ਭਾਰਤ ਦੇ ਨੇ, ਇਹਨਾਂ ਨੂੰ ਇਹ ਗੱਲ ਸੋਚਣੀ ਪਊਗੀ ਕਿ ਕੱਚੇ ਅਧਿਆਪਕ ਕੀ ਹੋਏ ਵੀ। ਉਹਨਾਂ ਨੇ ਆਪਣੀ ਡਿਗਰੀ ਪੂਰੀ ਕਰ ਲਈ, ਉਸ ਤੋਂ ਬਾਅਦ ਉਹਨਾਂ ਨੇ ਜਿਹੜੀ ਲੋੜੀਂਦੀ ਅਧਿਆਪਕ ਬਣਨ ਦੀ ਡਿਗਰੀ ਸੀ, ਚਾਹੇ ਉਹ ETT ਸੀ, ਚਾਹੇ NTT ਸੀ, ਚਾਹੇ B.Ed ਸੀ, ਚਾਹੇ MPEd ਸੀ, PhD ਸੀ, ਜੋ ਵੀ ਉਹਨਾਂ ਦਾ ਤੁਸੀਂ ਉਹਨਾਂ ਲਈ ਇੱਕ ਮਾਨਕ ਸੈੱਟ ਕੀਤੇ ਸੀ, ਉਹਨਾਂ ਨੇ ਪੜ੍ਹਾਈ ਕਰ ਲਈ। ਉਸ ਤੋਂ ਬਾਅਦ ਤੁਸੀਂ ਉਹਨਾਂ ਦਾ ETT ਦਾ, ਟੈਟ ਦਾ, ਕਪੈਟ ਦਾ, ਜੋ ਵੀ ਤੁਸੀਂ ਇੱਕ ਹੋਰ ਨਵਾਂ ਟੈਸਟ ਰੱਖ ਦਿੱਤਾ, ਉਹ ਵੀ ਉਹਨਾਂ ਨੇ ਪੂਰਾ ਕਰ ਲਿਆ। ਉਸ ਤੋਂ ਬਾਅਦ ਵੀ ਤੁਸੀਂ ਉਹਨਾਂ ਨੂੰ ਨੌਕਰੀ ਨਹੀਂ ਦੇ ਰਹੇ। ਫਿਰ ਕੱਚੇ ਜੇ ਦੇ ਰਹੇ ਆ ਤਾਂ ਤੁਸੀਂ ਉਹਨਾਂ ਨੂੰ ਇਸ ਗੱਲ ਦੇ ਉੱਤੇ, ਇਸ ਸ਼ਰਤ ਤੇ ਨੌਕਰੀ ਦੇ ਰਹੇ ਆ ਵੀ ਤੁਹਾਨੂੰ 2 ਸਾਲ ਦਾ ਜਿਹੜਾ ਆ ਪ੍ਰੋਬੇਸ਼ਨਰੀ ਪੀਰੀਅਡ ਦਿੱਤਾ ਜਾਊਗਾ, ਉਹਦੇ ਅਧੀਨ ਤੁਹਾਨੂੰ ਇੱਕ ਥੋੜੀ ਤਨਖਾਹ ਦਿੱਤੀ ਜਾਊਗੀ, ਉਹ ਕੱਚੇ ਅਧਿਆਪਕ ਰੱਖਿਆ ਜਾਊਗਾ। ਕੀ ਤਮਾਸ਼ਾ ਬਣਾ ਕੇ ਰੱਖਿਆ ਹੋਇਆ ਇਹਨਾਂ ਸਰਕਾਰਾਂ ਨੇ। ਹੁਣ ਗੱਲ ਜਦੋਂ ਇਹਨਾਂ ਨੂੰ ਪੜ੍ਹਦੇ ਆ, ਇਹਨਾਂ ਦੀ ਗਾਣੀ ਜਾਂ ਇਹਨਾਂ ਦੇ ਯੂਨੀਅਨ ਲੀਡਰਸ ਨਾਲ ਗੱਲਬਾਤ ਹੁੰਦੀ ਆ, ਮੇਰੇ ਆਪ ਦੇ ਸਰਕਲ 'ਚ ਬਹੁਤ ਸਾਰੇ ਟੀਚਰਸ ਨੇ, ਉਹ ਕਹਿੰਦਾ ਭਾਜੀ 18 ਸਾਲ ਤੋਂ ਇਹ ਅਧਿਆਪਕ ਨੇ ਜਿਹੜੇ 3 ਤੋਂ 6,000 ਦੇ ਵਿੱਚ ਤਨਖਾਹ ਲੈ ਕੇ ਕੰਮ ਕਰ ਰਹੇ ਨੇ, ਇਸ ਉਮੀਦ ਤੇ ਕਿ ਅੱਜ ਨਹੀਂ ਤੇ ਕੱਲ ਪੱਕੇ ਹੋਵਾਂਗੇ। ਉਹਨਾਂ ਦੀ ਉਮੀਦ ਦੀ ਜਿਹੜੀ ਦੀਵਾ ਆ ਉਦੋਂ ਬਲਦਾ ਜਦੋਂ ਸਰਕਾਰ ਆਖਰੀ ਸਾਲ 'ਚ ਆ ਜਾਂਦੀ ਹੈ। ਆਸ ਉਹਨਾਂ ਨੂੰ ਉਦੋਂ ਹੁੰਦੀ ਆ ਕਿ ਹੁਣ ਸਰਕਾਰ ਜਾਣ ਵਾਲੀ ਆ, ਹੁਣੇ ਸਾਨੂੰ ਤਨਖਾਹਾਂ ਜਾਂ ਪੈਕੇਜ ਜਾਂ ਸਾਡੇ ਜਿਹੜੇ ਸਾਨੂੰ ਰੈਗੂਲਰ ਕਰਕੇ ਜਾਊਗੀ ਤੇ ਫਿਰ ਇਹ ਸਾਡੀਆਂ ਵੋਟਾਂ ਲਊਗੀ। ਸੋ ਸਾਰੇ ਮੁਲਕ ਦਾ ਸਾਰਾ ਦਾਰੋਮਦਾਰ ਸਿਰਫ ਵੋਟਾਂ ਹੀ ਹੋ ਗਈਆਂ। ਇਕੱਲੇ ਇੱਥੇ ਹੀ 13,000 ਤੋਂ ਵੱਧ ਅਧਿਆਪਕ ਕੱਲ ਉੱਥੇ ਸਕੂਲ ਐਜੂਕੇਸ਼ਨ ਬੋਰਡ ਦਾ ਦਫ਼ਤਰ ਜਿਹੜਾ ਹੈਗਾ, ਪੰਜਾਬ ਸਕੂਲ ਦਾ ਐਜੂਕੇਸ਼ਨ ਬੋਰਡ ਮੋਹਾਲੀ, ਉੱਥੇ ਇਕੱਠੇ ਹੋਏ ਹੋ ਸੀ। ਬਹੁਤ ਸਾਰੇ ਸੀ, ਉਹਨਾਂ ਚੋਂ 13 ਸਾਰੇ ਤਾਂ ਨਹੀਂ ਹੋਣੇ, ਜਿਨ੍ਹਾਂ ਨੂੰ ਵੀ ਯੂਨੀਅਨ ਤੋਂ ਸੱਦਾ ਮਿਲਿਆ, ਜਿਹੜੇ ਪਹੁੰਚ ਸਕੇ ਉੱਥੇ ਬਹੁਤ ਵੱਡੀ ਗਿਣਤੀ 'ਚ ਪਹੁੰਚੇ ਇਸ ਕਰਕੇ ਸੀ ਕਿ ਉਹਨਾਂ ਦੀ ਬੀਤੇ ਦਿਨੀ ਮੀਟਿੰਗ ਸੀਗੀ ਸਿੱਖਿਆ ਮੰਤਰੀ ਨਾਲ, ਤੇ ਸਿੱਖਿਆ ਮੰਤਰੀ ਸਾਹਿਬ ਜ਼ਿਆਦਾ ਬਿਜ਼ੀ ਹੋਣੇ ਆ, ਉਹਨਾਂ ਨੂੰ ਸਿੱਖਿਆ ਮੰਤਰਾਲੇ ਤੋਂ ਇਲਾਵਾ ਸ਼ਾਇਦ ਕੋਈ ਹੋਰ ਜ਼ਰੂਰੀ ਕੰਮ ਹੋਣਾ। ਇਹ ਜਿਹੜੇ 18 ਸਾਲ ਤੋਂ ਕੱਚੇ ਭਟਕ ਰਹੇ ਆ, ਉਹਨਾਂ ਨੂੰ ਇਹਨਾਂ ਤੋਂ ਇਲਾਵਾ ਹੋਰ ਜ਼ਰੂਰੀ ਕੰਮ ਹੋਣੇ ਆ ਕੋਈ। ਉਹਨਾਂ ਨੇ ਮੀਟਿੰਗ ਕੈਂਸਲ ਕਰਤੀ ਤੇ ਅਗਲੀ ਮੀਟਿੰਗ ਦਾ ਐਲਾਨ 22 ਜੂਨ ਨੂੰ ਕਰ ਦਿੱਤਾ। ਤੇ ਜਦੋਂ ਫਿਰ ਉਹਨਾਂ ਨੂੰ ਲੱਗਿਆ ਕਿ ਸਾਡੀ ਮੀਟਿੰਗ ਸਿੱਖਿਆ ਮੰਤਰੀ ਨਾਲ ਨਹੀਂ ਹੋ ਰਹੀ, ਤੇ ਫਿਰ ਉਹਨਾਂ ਨੇ ਉੱਥੇ ਆਪਣਾ ਇਕੱਠ ਕੀਤਾ। ਇਕੱਠ ਕਰਨ ਤੋਂ ਬਾਅਦ ਤੁਸੀਂ ਬੀਤੇ ਸਮੇਂ 'ਚ ਦੇਖਿਆ ਕਿ ਹਰ ਸਰਕਾਰ ਇਹਨਾਂ ਅਧਿਆਪਕਾਂ ਦੇ ਡਾਂਗਾ ਮਾਰਦੀ ਹੈ, ਚਾਹੇ ਉਹ ਪਟਿਆਲੇ ਇਕੱਠੇ ਹੋਏ ਹੋਣ, ਚਾਹੇ ਉਹ ਮੋਹਾਲੀ ਇਕੱਠੇ ਹੋਏ ਹੋਣ, ਚਾਹੇ ਉਹ ਕਿਤੇ ਹੋਰ ਇਕੱਠੇ ਹੋਏ ਹੋਣ। ਚਾਨਣ ਮਨਾਰੇ ਨੇ ਨਾ, ਤਾਂ ਕਰਕੇ ਫਿਰ ਇਹਨਾਂ ਨੂੰ ਕਈ ਵਾਰ ਆਪਣਾ ਵਿਰੋਧ ਪ੍ਰਦਰਸ਼ਨ ਕਰਦੇ ਆ, ਕਦੇ ਟੈਂਕੀ ਤੇ ਚੜ ਜਾਂਦੇ ਨੇ, ਕਦੀ ਦਰਖਤਾਂ ਤੇ ਚੜ੍ਹਦੇ ਨੇ, ਕਦੀ ਸਕੂਲ ਸਿੱਖਿਆ ਬੋਰਡ ਦੀ ਦਫ਼ਤਰ ਦੀ 7ਵੀਂ ਮੰਜ਼ਿਲ ਤੇ ਚੜ੍ਹ ਗਏ, ਕਦੀ ਨਹਿਰਾਂ 'ਚ ਛਾਲਾਂ ਮਾਰਦੇ ਨੇ, ਤੇ ਕਦੀ ਇਹ ਜ਼ਹਿਰ ਖਾਂਦੇ ਨੇ। ਇੱਕ ਬੀਬੀ ਨੇ ਦੁਖੀ ਹੋ ਕੇ ਜ਼ਹਿਰ ਜ਼ਰੂਰ ਖਾਧੀ ਆ, ਬਚ ਗਈ ਆ, ਸ਼ਾਇਦ ਉਹ ਪ੍ਰਮਾਤਮਾ ਕਰੇ ਉਹ ਤੰਦਰੁਸਤ ਰਵੇ, ਸਿਹਤ ਉਹਦੀ ਠੀਕ ਰਵੇ, ਨੌਕਰੀ ਤੇ ਫਿਰ ਸਰਕਾਰ ਜੇ ਜਾਂਦੀ ਸ਼ਾਇਦ ਦੇ ਹੀ ਜਾਊਗੀ। ਪਰ ਇਹ ਬਿਲਕੁਲ ਇੱਕ ਮਜ਼ਾਕ ਬਣਾ ਕੇ ਰੱਖਿਆ ਹੋਇਆ ਇਹਨਾਂ ਸਰਕਾਰਾਂ ਨੇ ਸਿੱਖਿਆ ਤੰਤਰ ਦਾ। ਆਪਣੇ ਜਦੋਂ ਇਹਨਾਂ ਨੇ ਤਨਖਾਹ ਵਧਾਉਣੀ ਹੁੰਦੀ ਆ, ਜਦੋਂ MLAs ਨੇ ਆਪਣੀ ਤਨਖਾਹ ਵਧਾਉਣੀ ਆ, ਤੇ ਇਹਨਾਂ ਨੂੰ ਕੋਈ ਨਹੀਂ ਪੁੱਛਦਾ ਤੇ ਕੋਈ ਨਹੀਂ ਰੋਕਦਾ, ਚੁੱਪ ਕਰਕੇ ਵਧਾ ਲੈਂਦੇ ਨੇ। ਇਦਾਂ ਹੀ ਬੀਤੇ ਦਿਨੀ ਅਸੀਂ ਗੱਲ ਕੀਤੀ ਸੀ ਕਿ 80 ਦਿਨ ਤੋਂ ਇੱਕ ਅਧਿਆਪਕ ਜਿਹੜਾ ਆ ਉਹ ਕਿਤੇ ਦਰਖਤ ਦੇ ਜਾਂ ਕਿਤੇ ਬਿਜਲੀ ਦੇ ਖੰਭੇ ਤੇ ਚੜਿਆ ਹੋਇਆ ਸ਼ਾਇਦ। ਬਿਲਕੁਲ। ਉਹਦਾ ਭਾਰ ਵੀ ਉੱਪਰ ਬੈਠੇ ਦਾ ਘਟ ਗਿਆ, ਪਰ ਉਹਦੀ ਗੱਲ ਕਿਸੇ ਨੇ ਨਹੀਂ ਸੁਣੀ। ਉਹਦੀ ਸਕਿਨ ਵੀ ਖਰਾਬ ਹੋਣ ਲੱਗ ਗਈ। ਕਿਸਾਨ ਬੈਠੇ ਆ ਇੰਨੇ ਦਿਨਾਂ ਤੋਂ ਵਿਰੋਧ ਲੋਕਤੰਤਰ ਦੇ ਵਿੱਚ, ਆਪਣੀ ਗੱਲ ਸਰਕਾਰ ਤੱਕ ਬੰਦਾ ਪਹੁੰਚਾਵੇ ਤੇ ਪਹੁੰਚਾਵੇ ਕਿੱਦਾਂ? ਬਿਲਕੁਲ। ਕਿਹੋ ਜਿਹੀ ਮਾਨਸਿਕ ਦਸ਼ਾ 'ਚ ਹੋਣਗੇ ਉਹ ਅਧਿਆਪਕ ਤੇ ਕਿਹੋ ਜਿਹੀ ਉਹ ਸਿੱਖਿਆ ਦੇਣਗੇ। ਹਾਲਾਂਕਿ ਅੱਜ ਕੱਲ੍ਹ ਸਕੂਲ ਬੰਦ ਨੇ, ਪਰ ਇੱਕ ਟੀਚਰ ਨੂੰ ਜਦੋਂ ਉਹਨੇ ਸਾਰੇ ਟੈਸਟ ਪਾਸ ਕਰ ਲਏ ਨੇ, ਉਹਨੂੰ ਹੈਂਡਸਮ ਪੇ ਆਊਟ ਮਿਲਣਾ ਚਾਹੀਦਾ, ਉਹਨੂੰ ਚੰਗੇ ਪੈਸੇ ਮਿਲਣੇ ਚਾਹੀਦੇ, ਤਾਂ ਜੋ ਉਹਦਾ ਧਿਆਨ ਕਿਸੇ ਹੋਰ ਪਾਸੇ ਨਾ ਜਾਵੇ। ਇਹਦੇ ਨਾਲ ਇੱਕ ਗੱਲ ਹੋਰ ਬਹੁਤ ਜ਼ਰੂਰੀ ਆ ਕਿ ਅਧਿਆਪਕ ਨੂੰ ਜ਼ਿੰਮੇਵਾਰ ਬਣਾਇਆ ਜਾਵੇ, ਉਹਦੇ ਤੋਂ ਚੰਗੇ ਰਿਜ਼ਲਟ ਦੀ ਉਮੀਦ ਕੀਤੀ ਜਾਵੇ, ਉਹਨੂੰ ਬਣਦਾ ਇਨਫਰਾਸਟ੍ਰਕਚਰ ਜਿਹੜਾ ਦਿੱਤਾ ਜਾਵੇ। ਤੇ ਨਹੀਂ ਤਾਂ ਜਿੱਦਾਂ ਪਿੱਛੇ ਜੇ ਤੁਸੀਂ ਦੇਖਿਆ ਸੀ ਪਰਫਾਰਮੈਂਸ ਗ੍ਰੇਡਿੰਗ
ਗਵਰਨਮੈਂਟ ਆਫ ਇੰਡੀਆ ਨੇ ਜਾਰੀ ਕੀਤਾ। ਉਹਦੀ ਫਿਰ ਪਹਿਲਾਂ ਤੇ ਵਾਹਵਾ ਬਹੁਤ ਲਈ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਨੇ ਕਿ ਸਾਡੇ ਜਿਹੜੇ ਸਕੂਲ ਆ ਉਹ ਬਹੁਤ ਚੰਗੇ ਨੇ ਤੇ ਸਾਡੇ ਹੁਣ ਸਕੂਲਾਂ ਦਾ ਸਿਸਟਮ ਬਹੁਤ ਵਧੀਆ ਸੀ, ਭਾਰਤ ਚੋਂ ਨੰਬਰ 1 ਆ। ਤੇ ਜੇ ਤੁਹਾਡੇ ਸਕੂਲ ਭਾਰਤ ਚੋਂ ਨੰਬਰ 1 ਨੇ ਤੇ ਇਹ 13,000 ਬੰਦੇ ਜਿਹੜੇ ਉੱਥੇ ਪੜ੍ਹਾ ਰਹੇ ਨੇ ਇਹਨਾਂ ਦੀ ਵਜ੍ਹਾ ਨਾਲ ਨੇ, ਤੇ ਇਹਨਾਂ ਨੂੰ ਵੀ ਬਣਦਾ ਸਨਮਾਨ ਮਾਨ ਤੇ ਜਿੰਨੇ ਇਹਨਾਂ ਦਾ ਬਣਦੀ ਉਜਰਤ ਆ, ਜਿਹੜੀ ਇਹਨਾਂ ਦੀ ਮਿਹਨਤ ਆ, ਉਹ ਦਿਓ। ਉਹਦਾ ਫਿਰ ਬਾਅਦ ਵਿੱਚ ਦਿੱਲੀ ਦੇ ਮੁੱਖ ਮੰਤਰੀ ਨੇ ਤੇ ਦਿੱਲੀ ਦੇ ਹੈਲਥ ਜਿਹੜੇ ਸਿੱਖਿਆ ਮੰਤਰੀ ਨੇ ਉਹਨਾਂ ਨੇ ਮਜ਼ਾਕ ਵੀ ਉਡਾਇਆ ਕਿ ਇਹ ਤਮਾਸ਼ਾ ਹੀ ਆ, ਪੰਜਾਬ ਦੇ ਸਕੂਲਾਂ ਦੀ ਹਾਲਤ ਜਿਹੜੀ ਆ ਬਹੁਤ ਚੰਗੀ ਨਹੀਂ। ਅਸੀਂ ਉਸ ਕੰਟਰਾਡਿਕਟਰੀ 'ਚ ਨਹੀਂ ਪੈਂਦੇ, ਉਸ ਗੱਲ ਦਾ ਅਸੀਂ ਖੰਡਨ ਨਹੀਂ ਕਰਦੇ ਕਿ ਪੰਜਾਬ ਦੇ ਸਕੂਲਾਂ ਦੀ ਹਾਲਾਤ ਪਹਿਲਾਂ ਨਾਲੋਂ ਨਹੀਂ ਸੁਧਰੇ ਨੇ, ਪਰ ਉਹਨਾਂ ਬਿਲਡਿੰਗਾਂ ਦੇ ਹਾਲਾਤ ਹੀ ਸੁਧਾਰੇ ਨੇ। ਤੁਸੀਂ ਇਹਨਾਂ ਅਧਿਆਪਕਾਂ ਦੇ ਹਾਲਾਤ ਵੀ ਸੁਧਾਰੋ। ਜਿਨ੍ਹਾਂ ਨੇ ਹਾਲਾਤ ਸੁਧਾਰੇ ਨੇ ਉਹਨਾਂ ਦੀ ਹਾਲਤ ਵੀ ਤੇ ਇਹਨਾਂ ਨੂੰ ਦੇਖਣੀ ਚਾਹੀਦੀ ਨਾ। ਬਿਲਕੁਲ, ਕੱਲੀਆਂ ਬਿਲਡਿੰਗਾਂ ਨਾਲ ਸਕੂਲ ਨਹੀਂ ਹੋਣੇ, ਸਕੂਲ ਇਹਨਾਂ ਪੜਾਉਣ ਵਾਲਿਆਂ ਨਾਲ ਹੀ ਹੋਣੇ ਆ, ਜਿਨ੍ਹਾਂ ਨੂੰ ਤੁਸੀਂ ਨੇਸ਼ਨ ਬਿਲਡਰਸ ਕਹਿੰਦੇ ਆ, ਜਿਨ੍ਹਾਂ ਦਾ ਤੁਸੀਂ ਇੰਨਾ ਮਾਨ ਸਨਮਾਨ ਕਰਦੇ ਆ। ਸਾਡੇ ਰਾਸ਼ਟਰਪਤੀ ਰਹੇ ਆ, ਉਹਨਾਂ ਦੇ ਨਾਮ ਤੇ ਅਸੀਂ ਟੀਚਰਸ ਡੇ ਮਨਾਉਂਦੇ ਆ, ਪਰ ਇਹਨਾਂ ਲੋਕਾਂ ਦੀ ਜਿਹੜੀ ਗੱਲ ਆ ਉਹ ਬਿਲਕੁਲ ਸੁਣੀ ਜਾਣੀ ਚਾਹੀਦੀ ਆ। ਇਸ ਕਰਕੇ ਨਹੀਂ ਸੁਣੀ ਜਾਣੀ ਚਾਹੀਦੀ ਕਿ 6 ਮਹੀਨੇ ਰਹਿ ਗਏ ਤੇ ਵੋਟਾਂ ਆ ਗਈਆਂ ਜੀ। ਜੇ ਮੁੱਖ ਮੰਤਰੀ ਸਾਹਿਬ ਨੇ ਅਨਾਉਂਸ ਕੀਤਾ ਸੀਗਾ ਕਿ ਮੇਰੀ ਆਖਰੀ ਟਰਮ ਆ, ਉਹ ਇਸ ਗੱਲ ਦਾ ਵਿਸ਼ਲੇਸ਼ਣ ਕਰਨ ਤੇ ਪੰਜਾਬ ਦੇ ਸਾਰੇ ਸਕੂਲਾਂ ਦੇ ਵਿੱਚ ਜਿਹੜੇ ਅਧਿਆਪਕ ਆ ਉਹਨਾਂ ਦੀ ਗਿਣਤੀ ਪੂਰੀ ਕਰ ਦੇਣ। ਜੇ ਉਹਨਾਂ ਨੂੰ ਨਾ ਵੋਟਾਂ ਮਿਲਣਗੀਆਂ, ਚੰਗੇ ਕੰਮ ਕਰੋਗੇ ਤੇ ਵੋਟਾਂ ਆਪੇ ਮਿਲ ਜਾਣੀਆਂ। ਪਰ ਬਸ਼ਰਤੇ ਹੈ ਕਿ ਤੁਹਾਡੀ ਜਿਹੜੀ ਨੀਤ ਤੇ ਨੀਤੀ ਹੋਵੇ ਕਿ ਤੁਸੀਂ ਕੁਝ ਚੰਗਾ ਕੰਮ ਕਰਨਾ ਚਾਹੁੰਦੇ, ਪਰ ਜਾਪਦਾ ਨਹੀਂ। ਜਾਪਦਾ ਨਹੀਂ। ਇੱਕ ਹੋਰ ਤਰਾਸਦੀ ਹੈ ਸ਼ਰਮਾ ਜੀ, ਪਿਛਲੇ ਕੁਝ ਦਿਨਾਂ ਤੋਂ ਨਾ ਰੁੱਖ ਵੱਢਣ ਦੀਆਂ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ। ਰੁੱਖ ਲਗਾਓ, ਵਾਤਾਵਰਨ ਬਚਾਓ, ਕੀ ਇਹ ਗੱਲਾਂ ਕੰਧਾਂ ਤੇ ਲਿਖਣ ਨੂੰ ਰਹਿ ਗਈਆਂ ਨੇ? ਬਿਲਕੁਲ ਜੀ, ਇਹ ਗੱਲਾਂ ਕੰਧਾਂ ਤੇ ਲਿਖਣ ਨੂੰ ਰਹਿ ਗਈਆਂ ਨੇ। ਬੀਤੇ ਦਿਨਾਂ ਦੇ ਵਿੱਚ ਜਦੋਂ ਕੋਵਿਡ ਦੀ ਜਿਹੜੀ ਲਹਿਰ ਆ ਉਹ ਬਹੁਤ ਹਾਈਪ ਤੇ ਸੀਗੀ, ਬਹੁਤ ਜ਼ਿਆਦਾ ਫੈਲਿਆ ਹੋਇਆ ਸੀ ਕਰੋਨਾ, ਤੇ ਉਹਨਾਂ ਦਿਨਾਂ ਦੇ ਵਿੱਚ ਖਬਰ ਫੇਸਬੁੱਕ ਤੇ ਜਾਂ WhatsApp ਤੇ ਉੱਤੇ ਬਹੁਤ ਫੈਲ ਰਹੀ ਸੀ ਕਿ ਅਸੀਂ ਬਹੁਤ ਸਾਰੇ ਦਰਖਤ ਜਿਹੜੇ ਆ ਵੱਢ ਦਿੱਤੇ ਆ ਤੇ ਹੁਣ ਆਕਸੀਜਨ ਦੀ ਕਮੀ ਆ। ਹਾਲਾਂਕਿ ਉਹ ਹਾਸੇ ਵਾਲੀ ਥੋੜੀ ਜਿਹੀ ਗੱਲ ਸੀ ਕਿ ਜਿਹੜੀ ਮੈਡੀਕਲ ਆਕਸੀਜਨ ਆ ਉਹਨੂੰ ਤੁਸੀਂ ਦਰਖਤਾਂ ਵਾਲੀ ਆਕਸੀਜਨ ਨਾਲ ਜਾਂ ਵਾਤਾਵਰਣ ਦੀ ਆਕਸੀਜਨ ਨਾਲ ਨਹੀਂ ਤੋਲ ਸਕਦੇ। ਪਰ ਬਹੁਤ ਲੰਬੇ ਸਮੇਂ ਤੋਂ ਅਸੀਂ ਇਸ ਗੱਲ ਨਾਲ ਜੂਝ ਰਹੇ ਹਾਂ ਕਿ ਪੰਜਾਬ ਦੇ ਵਿੱਚੋਂ ਜਿਹੜੇ ਦਰਖਤ ਆ ਉਹਨਾਂ ਦੀ ਕਟਾਈ ਜਾਂ ਵਾਢੀ ਜਿਹੜੀ ਆ ਵੱਡੇ ਪੱਧਰ ਤੇ ਕੀਤੀ ਜਾ ਰਹੀ ਆ। ਉਹਨੇ ਨਵੇਂ ਦਰਖਤ ਅਸੀਂ ਲਾ ਨਹੀਂ ਰਹੇ, ਜਿਹੜੇ ਲਾ ਵੀ ਰਹੇ ਆ ਉਹ ਉਸ ਮਿਆਰ ਦੇ ਦਰਖਤ ਨਹੀਂ ਹਨ। ਸਫੈਦਾ ਜਾਂ ਪਪੂਲਰ ਜਿਹੜੇ ਅਸੀਂ ਦਰਖਤ ਲਾਉਨੇ ਆ ਉਹ ਕਮਰਸ਼ੀਅਲ ਦਰਖਤ ਨੇ, ਪਰ ਸਾਨੂੰ ਛਾਂ ਵਾਲੇ ਦਰਖਤ ਜਾਂ ਫਲ ਵਾਲੇ ਦਰਖਤ ਜਿਹੜੇ ਲਾਉਣੇ ਚਾਹੀਦੇ ਨੇ। ਇਹੋ ਜਿਹੀ ਇੱਕ ਘਟਨਾ ਹੈ ਪੰਜਾਬ ਦੇ ਇੱਕ ਸਕੂਲ ਦੀ ਸੀ, ਸਮਾਣੇ ਬਲਾਕ ਦੇ ਵਿੱਚ। ਉੱਥੇ ਅਧਿਆਪਕਾਂ ਨੇ ਰਲ ਕੇ ਦਰਖਤ ਕੁਝ ਵਧਾਏ ਤਾਂ ਉਹਨਾਂ ਨੇ ਇਸ ਕਰਕੇ ਸੀਗੇ ਕਿ ਉਹ ਪੈਸੇ ਜਿਹੜੇ ਆ ਸਕੂਲ ਦੇ ਵਿੱਚ ਲਾ ਲਵਾਂਗੇ, ਕਿਤੇ ਕੰਮ 'ਚ ਲਾਉਣੇ ਵਰਤਨੇ ਤੇ ਨਾਲੇ ਸ਼ਾਇਦ ਉਹ ਵਿੱਚ ਆਉਂਦੇ ਹੋਣੇ ਆ ਦਰਖਤ ਕਿਤੇ ਕੰਸਟਰਕਸ਼ਨ ਦੇ ਵਿੱਚ। ਪਰ ਜਦੋਂ ਲੋਕਾਂ ਨੇ ਨੋਟਿਸ ਲਿਆ ਤੇ ਉਹਨਾਂ ਅਧਿਆਪਕਾਂ ਨੇ ਬਹੁਤ ਚੰਗਾ ਦਰਿਆਦਲੀ ਦਿਖਾ ਕੇ ਉਹ ਗਲਤੀ ਮੰਨੀ ਤੇ ਉਹਨਾਂ ਨੇ ਵਾਅਦਾ ਕੀਤਾ ਕਿ ਅਸੀਂ ਆਉਣ ਵਾਲੇ 3 ਹਫ਼ਤਿਆਂ ਦੇ ਵਿੱਚ ਉਹ ਦਰਖਤ ਜਿਹੜੇ ਆ ਦੁਬਾਰਾ ਲਾ ਦਿਆਂਗੇ ਤੇ ਅਸੀਂ ਉਹਨਾਂ ਦਰਖਤਾਂ ਦੀ ਪਾਲਣਾ ਪੋਸ਼ਣਾ ਵੀ ਜਿਹੜੀ ਆ ਸਹੀ ਤਰੀਕੇ ਨਾਲ ਕਰਾਂਗੇ। ਬੀਤੇ ਦਿਨੀ ਫਰੀਦਕੋਟ ਤੋਂ, ਫਿਰੋਜ਼ਪੁਰ ਤੋਂ, ਹੋਰ ਵੱਡੇ ਵੱਡੇ ਸ਼ਹਿਰਾਂ ਦੀਆਂ ਜਿਹੜੀਆਂ ਸ਼ਾਮਲਾਟਾਂ ਸੀਗੀਆਂ ਜਿੱਥੇ ਸਰਕਾਰੀ ਜ਼ਮੀਨਾਂ ਸੀ, ਉੱਥੋਂ ਵੀ ਦਰਖਤ ਵੱਢਣ ਦੀਆਂ ਬਹੁਤ ਖਬਰਾਂ ਮਿਲੀਆਂ। ਜੀ ਮੈਨੂੰ ਕੁਝ ਦਿਨ ਪਹਿਲਾਂ ਇੱਕ ਵਾਰ ਦੁਬਈ ਜਾਣ ਦਾ ਮੌਕਾ ਮਿਲਿਆ ਸੀ। ਉੱਥੇ ਮੈਨੂੰ ਮੇਰੇ ਜਿਹੜਾ ਗਾਈਡ ਸੀਗਾ ਟੂਰ ਵਾਲਾ, ਉਹਨੇ ਦੱਸਿਆ ਕਿ ਦੁਬਈ ਨੇ 50 ਕਿਲੋਮੀਟਰ ਨਕਲੀ ਜੰਗਲ ਬਣਾਤਾ। ਨਕਲੀ ਜੰਗਲ ਤੋਂ ਮਤਲਬ ਇਹ ਨਹੀਂ ਕਿ ਨਕਲੀ ਦਰਖਤ ਲਾਤੇ, ਨਕਲੀ ਜੰਗਲ ਤੋਂ ਮਤਲਬ ਕਿ ਮੈਨ ਮੇਡ ਫੋਰੈਸਟ ਉਹਨਾਂ ਨੇ ਡਿਵੈਲਪ ਕਰ ਲਿਆ। ਤੋ ਜੇ ਉਹ ਮੁਲਕ ਇੰਨੇ ਸਾਡੇ ਤੋਂ ਬਾਅਦ ਡਿਵੈਲਪ ਹੋ ਕੇ ਸਿਆਣੇ ਹੋ ਗਏ ਕਿ ਉਹਨਾਂ ਨੇ ਆਪ ਜੰਗਲ ਲਾਉਣੇ ਸ਼ੁਰੂ ਕਰਤੇ ਤੇ ਅਸੀਂ ਜਿਹੜੇ ਲੱਗੇ ਆ ਉਹਨਾਂ ਨੂੰ ਵੀ ਕੱਟ ਰਹੇ ਆ, ਤੇ ਉਹਦੇ ਨਾਲ ਫਿਰ ਜਿਹੜੀਆਂ ਵਾਤਾਵਰਣ ਨਾਲ ਸੰਬੰਧਿਤ ਮੁਸ਼ਕਲਾਂ ਆਉਂਦੀਆਂ ਨੇ। ਅੱਜ ਹੀ ਇੱਕ ਅਖਬਾਰ ਦੇ ਵਿੱਚ ਮੌਸਮ ਨਾਲ ਜੁੜੀ ਹੋਈ ਖਬਰ ਸੀ ਕਿ ਪਿਛਲੇ 25 ਸਾਲਾਂ ਦੇ ਵਿੱਚ ਜਿਹੜੀ ਬਾਰਿਸ਼ ਆ ਉਹ 6% ਘਟ ਗਈ ਆ। ਸੋ ਇਹ ਸਾਰੀਆਂ ਗੱਲਾਂ ਤੋਂ ਜੇ ਸਾਨੂੰ ਬਚਣਾ ਹੈ ਤੇ ਸਾਨੂੰ ਕੁਦਰਤ ਦੇ ਨਾਲ ਇੱਕਮੁੱਖ ਹੋਣਾ ਪਵੇਗਾ। ਵਿਕਾਸ ਵੀ ਜ਼ਰੂਰੀ ਆ, ਪਰ ਕੁਦਰਤ ਦੇ ਨਾਲ ਆਢਾ ਲੈ ਕੇ ਜੇ ਅਸੀਂ ਵਿਕਾਸ ਕਰਾਂਗੇ ਤੇ ਫਿਰ ਉਹ ਨੁਕਸਾਨਦਾਇਕ ਹੈ। ਜੀ, ਮੁੱਦੇ ਹਾਲੇ ਹੋਰ ਵੀ ਬਹੁਤ ਨੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੇ ਜਿਹੇ ਵਕਫੇ ਦਾ। ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸ਼ਰਮਾ ਜੀ ਕਹਿੰਦੇ ਹੁੰਦੇ ਵੀ ਤਾਏ ਦੀ ਧੀ ਚੱਲੀ ਤੇ ਮੈਂ ਕਿਉਂ ਰਵਾਂ ਕੱਲੀ ਜੀ। ਕਦੇ ਕੈਪਟਨ ਹੁਣੀ ਪੂਰੀ ਤਿਆਰੀ ਕਰਦੇ ਨੇ, ਸੁਲਾ ਸਫਾਈਆਂ ਕਰਦੇ ਨੇ ਵੀ ਚੋਣਾਂ ਆਉਣ ਵਾਲੀਆਂ ਨੇ, ਥੋੜੇ ਮਜ਼ਬੂਤ ਹੋ ਜਾਈਏ। ਕਦੇ ਸੁਖਬੀਰ ਹੁਣੀ ਬਸਪਾ ਦੇ ਨਾਲ ਗੱਠਜੋੜ ਕਰਦੇ ਨੇ, ਤੇ ਹੁਣ ਆਮ ਆਦਮੀ ਪਾਰਟੀ ਨੇ ਵੀ ਕਹਿਤਾ ਵੀ ਅਸੀਂ ਨਵਾਂ ਚਿਹਰਾ ਮੁੱਖ ਮੰਤਰੀ ਦਾ ਜਲਦੀ ਐਲਾਨਾਂਗੇ। ਕੀ ਕਹਿਣਾ ਚਾਹੁੰਦੇ ਹੋ? ਨਹੀਂ, ਨਵਾਂ ਨਹੀਂ ਐਲਾਨਣਾ, ਮੁੱਖ ਮੰਤਰੀ ਦਾ ਚਿਹਰਾ ਐਲਾਨ ਦੇਣਾ। ਮਤਲਬ ਕਿ ਉਹਨਾਂ ਨੇ ਪਹਿਲਾਂ ਐਲਾਨਿਆ ਨਹੀਂ ਸੀ ਨਾ, ਉਹਨਾਂ ਲਈ ਤੇ ਨਵੀਂ ਗੱਲ ਹੀ ਆ। ਬਿਲਕੁਲ ਬਿਲਕੁਲ। ਜਦੋਂ ਅਸੀਂ ਸੰਵਿਧਾਨ ਨੂੰ ਪੜ੍ਹਦੇ ਹਾਂ ਜਾਂ ਚੋਣਾਂ ਦੀ ਜਿਹੜੀ ਅਸਲ ਹਕੀਕਤ ਨੂੰ ਪੜ੍ਹਦੇ ਹਾਂ ਕਿ ਚੋਣਾਂ ਹੋਣੀਆਂ ਕਿੱਦਾਂ ਹੁੰਦੀਆਂ ਨੇ, ਪਾਰਟੀਆਂ ਬਣਦੀਆਂ ਕਿਵੇਂ ਨੇ ਤੇ ਕੀ ਹੋਣਾ ਹੈ, ਸੰਵਿਧਾਨ 'ਚ ਜੋ ਲਿਖਿਆ ਹੋਇਆ ਉਹ ਇਹ ਆ ਕਿ 117 MLA ਚੁਣ ਕੇ ਆਉਣਗੇ। ਉੱਥੇ ਪਾਰਟੀ ਦੀ ਵੀ ਗੱਲ ਨਹੀਂ ਹੈ, ਆਪਣੇ ਆਪਣੇ ਹਲਕੇ 'ਚੋਂ ਬੰਦੇ ਚੁਣ ਕੇ ਆਉਣ ਦੀ ਗੱਲ ਹੈ। 117 ਬੰਦੇ ਚੁਣ ਕੇ ਆਉਣਗੇ, ਉਹ 117 'ਚੋਂ ਆਪਣਾ ਲੀਡਰ ਚੁਣ ਲੈਣਗੇ। ਪਰ ਹਾਲਾਤ ਇਦਾਂ ਦੇ ਰਹਿੰਦੇ ਨਹੀਂ।
ਰਾਜਨੀਤੀ ਜਿਹੜੀ ਉਹ ਭਾਰੀ ਹੋ ਜਾਂਦੀ ਹੈ। ਸਿਆਸੀ ਦਲਾਂ ਦੀਆਂ ਜਿਹੜੀਆਂ ਆਪਣੇ ਚੋਣ ਮੈਨੀਫੈਸਟੋ ਆ ਜਾਂ ਆਪਣੇ ਆਪਣੇ ਦਲ ਨਾਲ ਜਿਹੜਾ ਉਹਨਾਂ ਦੀ ਨਿਸ਼ਠਾ ਆ, ਜਿਹੜਾ ਉਹਨਾਂ ਦਾ ਵਿਸ਼ਵਾਸ ਆ, ਜਿਹੜਾ ਉਹਨਾਂ ਦਾ ਰੁਝਾਨ ਆ, ਉਹ ਸਿਰਫ ਔਰ ਸਿਰਫ ਆਪਣੇ ਦਲ ਨਾਲ ਆ, ਸੱਤਾ ਦੇ ਵਿੱਚ ਬਣੇ ਰਹਿਣ ਨਾਲ ਆ। ਇਹਦੇ ਕਰਕੇ ਹੀ ਅਸੀਂ ਬੀਤੇ ਦਿਨਾਂ ਤੋਂ ਦੇਖ ਰਹੇ ਹਾਂ ਪਾਕਿਸਤਾਨ ਦੇ ਵਿੱਚ ਪਹਿਲਾਂ ਇੱਕ ਬੀਬੀ ਕਿਸੇ ਨਾਲ ਲੜ ਪਈ ਸੀ ਤੇ ਕੱਲ ਫਿਰ ਉੱਥੇ ਘਸੁੰਨ ਮੁੱਕੇ ਜਿਹੜੇ ਆ ਪਾਰਲੀਮੈਂਟ ਵਿੱਚ ਚੱਲੇ ਨੇ ਜੀ। ਜਦ ਕਿ ਪਾਰਲੀਮੈਂਟ ਜਿਹੜੀ ਆ ਉਹ ਬਣੀ ਇਸ ਕੰਮ ਲਈ ਆ ਕਿ ਤੁਸੀਂ ਉੱਥੇ ਮੁਲਕ ਦੇ ਜਿਹੜੇ ਆ ਮਸਲੇ ਵਿਚਾਰਨੇ ਨੇ। ਤੁਸੀਂ ਉੱਥੇ ਆਪਣੇ ਮੁਲਕ ਦੀ ਵੱਖਰੇ ਵੱਖਰੇ ਖੇਤਰ ਤੋਂ ਆਏ ਆ, MP ਹੋ ਚਾਹੇ MLA ਹੋ, ਜੇ MLA ਵੀ ਆ, ਜੇ ਪੰਜਾਬ ਦੇ ਵੀ ਆ ਤਾਂ ਅਸੀਂ 117 ਹਲਕਿਆਂ ਤੋਂ ਚੁਣ ਕੇ ਉਹਨਾਂ ਨੂੰ ਭੇਜਦੇ ਆ ਉੱਥੇ ਜਾ ਕੇ, ਤਾਂ ਜੋ ਭਵਿੱਖ ਦੇ 5 ਸਾਲ ਲਈ ਯੋਜਨਾਵਾਂ ਬਣਾਈਆਂ ਜਾਣ, ਕਾਨੂੰਨ ਘੜੇ ਜਾਣ, ਤਰੀਕੇ ਇਜਾਦ ਕੀਤੇ ਜਾਣ ਕਿ ਆਮ ਜਨਤਾ ਦਾ ਜਿਹੜਾ ਜੀਵਨ ਆ ਉਹ ਸੌਖਾ ਹੋਵੇ, ਸੁਖਾਲਾ ਹੋਵੇ, ਲੋਕਾਂ ਦੀ ਆਮਦਨ ਵਧੇ, ਲੋਕਾਂ ਦੇ ਸਿਹਤ ਦਾ ਪੱਧਰ ਉੱਚਾ ਹੋਵੇ, ਲੋਕਾਂ ਦੀ ਸਿੱਖਿਆ ਦਾ ਪੱਧਰ ਉੱਚਾ ਹੋਵੇ, ਵਾਤਾਵਰਣ ਸਾਫ਼ ਰਵੇ, ਜਿੰਨੀਆਂ ਵੀ ਹੋਰ ਆਮ ਜ਼ਿੰਦਗੀ ਨਾਲ ਜੁੜੀਆਂ ਹੋਈਆਂ ਗੱਲਾਂ ਨੇ ਉਹ ਠੀਕ ਰਹਿਣ। ਪਰ ਉੱਥੇ ਜਾ ਕੇ ਰਹਿ ਕੀ ਜਾਂਦਾ ਹੈ ਕਿ ਮੈਂ ਅਗਲੀ ਵਾਰ MLA ਕਿੱਦਾਂ ਬਣਨਾ, ਮੈਂ ਵੱਧ ਤੋਂ ਵੱਧ ਸੱਤਾ ਦੇ ਉੱਤੇ ਕਾਬਜ਼ ਕਿੱਦਾਂ ਰਹਿਣਾ, ਮੈਂ ਵੱਧ ਤੋਂ ਵੱਧ ਪੈਸੇ ਕਿੱਦਾਂ ਕਮਾਉਣੇ ਆ, ਲੋਕਾਂ 'ਚ ਮੇਰੀ ਭੱਲ ਕਿੱਦਾਂ ਬਣੀ ਰਹਿਣੀ ਹੈ, ਮੈਂ ਵੱਡੀਆਂ ਗੱਡੀਆਂ ਕਿੱਦਾਂ ਲੈਣੀਆਂ ਨੇ, ਤੇ ਮੁਲਕ ਜਾਵੇ ਢੱਠੇ ਖੂਜ। 4.5 ਸਾਲ ਤੇ ਕੀਤੀਆਂ ਮੌਜਾਂ ਜਿਹੜੀ ਵੀ ਸੱਤਾ ਸਰਕਾਰ ਸੀ, ਇਸ ਵਾਰ ਦੀ ਗੱਲ ਕਰ ਲਓ ਜਾਂ ਇਹ ਤੋਂ ਪਿਛਲੀ ਸਰਕਾਰ ਦੀ ਗੱਲ ਕਰ ਲਓ ਜਾਂ ਉਹ ਤੋਂ ਪਿਛਲੀ ਦੀ ਗੱਲ ਕਰ ਲਓ ਜਾਂ ਉਹ ਤੋਂ ਪਿਛਲੀ ਦੀ ਗੱਲ ਕਰ ਲਓ, ਫਿਰ ਜਦੋਂ ਘੜੀ ਨੇ ਘੰਟੀ ਵਜਾਤੀ ਕਿ ਟਾਈਮ ਰਹਿ ਗਿਆ ਥੋੜਾ ਤੇ 2-4-6 ਮਹੀਨੇ ਆ, ਸਾਲ 1.5 ਸਾਲ ਕੋਵਿਡ ਦੌਰਾਨ ਵੀ ਨਿਕਲ ਗਿਆ। ਪਰ ਕੋਵਿਡ ਵੀ ਤੁਸੀਂ ਇੱਕ ਪ੍ਰਵਰਬ ਆ ਪੰਜਾਬੀ ਦੀ ਇੱਕ ਗੱਲ ਆ ਜਾਂ ਅੰਗਰੇਜ਼ੀ ਦਾ ਇੱਕ ਮੁਹਾਵਰਾ ਆ, ਜੇ ਤੁਸੀਂ ਕੋਈ ਕੰਮ ਕਰਨਾ ਤਾਂ ਉਹਨੂੰ ਕਰ ਦਿਓ, ਜਸਟ ਡੂ ਇਟ। ਜੇ ਨਹੀਂ ਕਰਨਾ ਤਾਂ ਉਹਦੇ ਲਈ ਤੁਹਾਡੇ ਕੋਲ 100,000 ਲੱਖ ਬਹਾਨੇ ਨੇ ਜੀ। ਹੁਣ ਕੋਵਿਡ ਨੂੰ ਤੁਸੀਂ ਬਹਾਨਾ ਬਣਾ ਕੇ ਰੱਖ ਲਓ ਕਿ ਅਸੀਂ ਉਹ ਕੰਮ ਨਹੀਂ ਕਰ ਸਕੇ, ਪਰ ਤੁਸੀਂ ਸਾਰੇ ਕੰਮ ਕਰ ਸਕਦੇ ਸੀ। ਜੇ ਅੱਜ ਤੁਹਾਡੇ ਅਧਿਆਪਕ ਟੈਂਕੀਆਂ ਤੇ ਚੜ੍ਹਦੇ ਨੇ ਜਾਂ ਜ਼ਹਿਰ ਖਾਂਦੇ ਨੇ ਤੇ ਤੁਹਾਡੀ ਨਾਕਾਮਯਾਬੀ ਹੈ। ਜੇ ਹੁਣ 28 ਜੂਨ ਨੂੰ ਫਿਰ ਉਹਨਾਂ ਨੇ ਅਲਟੀਮੇਟਮ ਦੇ ਦਿੱਤਾ ਪੰਜਾਬ ਰੋਡਵੇਜ਼ ਦੇ, PRTC ਦੇ ਤੇ ਪਨਬਸ ਦੇ ਮੁਲਾਜ਼ਮਾਂ ਨੇ ਕਿ ਅਸੀਂ ਹੜਤਾਲ ਤੇ ਜਾ ਰਹੇ ਹਾਂ, ਤੇ ਤੁਹਾਡੀ ਨਾਕਾਮਯਾਬੀ ਹੈ। ਜੇ ਤੁਹਾਡੇ ਵਿਦਿਆਰਥੀ ਇੱਥੋਂ ਪੜ੍ਹਨ ਲਈ ਬਾਹਰ ਜਾ ਰਹੇ ਨੇ, ਇੱਥੇ ਉਹ ਕੁਝ ਕੰਮ ਨਹੀਂ ਕਰ ਰਹੇ, ਕੋਈ ਵੀ ਇੱਥੇ ਇਨਵੈਸਟਰ ਇਨਵੈਸਟ ਕਰਕੇ ਰਾਜੀ ਨਹੀਂ ਹੈਗਾ, ਡਾਕਟਰ ਇੱਥੇ ਪੂਰੇ ਨਹੀਂ ਹੈਗੇ, ਤੇ ਫਿਰ ਉਹ ਤੁਹਾਡੀ ਨਾਕਾਮਯਾਬੀ। ਹੁਣ ਤੁਸੀਂ ਚੋਣਾਂ ਲੜਨੀਆਂ ਨੇ ਤੇ ਤੁਸੀਂ ਇਹ ਕਹੋ ਕਿ ਅਸੀਂ ਆਪਣੇ ਮਹਿਲ ਦੇ ਵਿੱਚ ਸਾਰੇ MLAs ਨੂੰ ਸੱਦ ਕੇ ਤੇ ਅਸੀਂ ਉਹਨਾਂ ਨਾਲ ਮੁਲਾਕਾਤਾਂ ਕਰੀਏ, ਉਹਨਾਂ ਨਾਲ ਮੀਟਿੰਗਾਂ ਕਰੀਏ, ਉਹਨਾਂ ਦੀਆਂ ਗੱਲਾਂ ਸੁਣੀਏ। ਇਹ ਗੱਲਾਂ ਰੈਗੂਲਰ ਸੁਣਨੀਆਂ ਚਾਹੀਦੀਆਂ ਸੀ। ਸਾਲ ਦੇ ਵਿੱਚ 4 ਵਾਰ ਸੈਸ਼ਨ ਹੁੰਦਾ ਵਿਧਾਨ ਸਭਾ ਦਾ, ਉੱਥੇ ਤੁਸੀਂ ਦਿਲ ਕਰਦਾ ਤੇ ਆਉਨੇ ਆ, ਦਿਲ ਕਰਦਾ ਤੇ ਨਹੀਂ ਆਉਂਦੇ। ਮੁੱਖ ਮੰਤਰੀ ਹੋ ਤੁਸੀਂ, ਆਪਣੇ ਦਫ਼ਤਰ 'ਚ ਬੈਠ ਕੇ ਕਿਉਂ ਨਹੀਂ ਗੱਲ ਸੁਣਦੇ? ਸੀਸਵਾਂ ਫਾਰਮ ਹਾਊਸ ਕੋਈ ਵੱਡੀ ਗੱਲ ਹੈ? ਤੁਸੀਂ ਦੂਸਰੀ ਪਾਰਟੀ ਦੀ ਗੱਲ ਕੀਤੀ, ਆਮ ਆਦਮੀ ਪਾਰਟੀ, ਉਹਨਾਂ ਨੇ ਪਿਛਲੀ ਵਾਰ ਉਹਨਾਂ ਨੂੰ ਇਹ ਲੱਗਿਆ ਸੀਗਾ ਕਿ ਕਿਉਂਕਿ ਅਸੀਂ ਮੁੱਖ ਮੰਤਰੀ ਦਾ ਚਿਹਰਾ ਐਲਾਨ ਨਹੀਂ ਕੀਤਾ ਇਸ ਕਰਕੇ ਸਾਨੂੰ ਵੋਟ ਨਹੀਂ ਪਈ। ਹੁਣ ਰਾਘਵ ਚੱਡਾ ਜੀ ਆਏ ਆ, ਪਿਛਲੀ ਵਾਰ ਸੰਜੇ ਸਿੰਘ ਸੀ ਤੇ ਦੁਰਗੇਸ਼ ਪਾਠਕ ਸੀ। ਪੰਜਾਬ ਦੇ ਵਿੱਚ ਉਹਨਾਂ ਦੀ ਬੜੀਆਂ ਰੌਲੇ ਪਏ ਪਿਛਲੇ 5 ਸਾਲਾਂ 'ਚ ਕਿ ਉਹਨਾਂ ਨੇ ਇੱਥੇ ਪੈਸੇ ਇਕੱਠੇ ਕੀਤੇ, ਉਹਨਾਂ ਨੇ ਇੱਥੇ ਲੋਕਾਂ ਨਾਲ ਵਿਵਹਾਰ ਚੰਗਾ ਨਹੀਂ ਕੀਤਾ, ਉਹਨਾਂ ਨੂੰ ਲੋਕੀ ਕਹਿੰਦੇ ਸੀ ਕਿ UP ਤੋਂ ਆਏ ਹੋਏ ਨੇ, ਪੰਜਾਬੀਆਂ ਦੇ ਉੱਤੇ ਆਪਣੀ ਹੈਂਕੜ ਦਿਖਾਉਂਦੇ ਨੇ, ਉਹਨਾਂ ਦੀਆਂ ਹੋਟਲਾਂ ਦੇ ਵਿੱਚ ਰਹਿਣ ਦੇ ਤੇ ਖਰਚੇ ਦੀਆਂ ਗੱਲਾਂ ਕੀਤੀਆਂ ਗਈਆਂ, ਹੋਰ ਬਹੁਤ ਸਾਰੀਆਂ ਕਹਾਣੀਆਂ ਸਾਨੂੰ ਸੁਣਨ ਨੂੰ ਮਿਲੀਆਂ। ਨਵੀਂ ਪਾਰਟੀ ਸੀ, ਕੇਡਰ ਸੀਗਾ, ਲੋਕ ਜੁੜੇ ਸੀ ਨਾਲ, ਪਰ ਜਿਹੜਾ ਸੀ ਰਿਜ਼ਲਟ ਉਹ ਨਹੀਂ ਦੇ ਸਕੇ। ਬਾਅਦ ਵਿੱਚ ਗੱਲ ਇਹ ਸਾਹਮਣੇ ਆਈ, ਲੋਕਾਂ ਵੱਲੋਂ ਇਹ ਗੱਲ ਕਿਹਾ ਗਿਆ ਕਿ ਉਹ ਇਸ ਕਰਕੇ ਫੇਲ ਹੋਏ। 2 ਵੱਡੇ ਕਾਰਨ ਦੱਸੇ ਗਏ ਕਿ ਉਹਨਾਂ ਨੇ ਮੁੱਖ ਮੰਤਰੀ ਦਾ ਚਿਹਰਾ ਨਹੀਂ ਐਲਾਨਿਆ ਸੀ, ਤੇ ਦੂਜਾ ਜਿਹੜੇ ਪੰਜਾਬ ਦੇ ਗਰਮ ਖਿਆਲੀ ਲੋਕ ਸੀ ਉਹਨਾਂ ਨੂੰ ਉਹਨਾਂ ਨੇ ਪ੍ਰੋਟੈਕਟ ਕੀਤਾ ਸੀ। ਇਸ ਵਾਰ ਉਸ ਗਲਤੀ ਨੂੰ ਸੁਧਾਰਦੇ ਹੋਏ ਕੱਲ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ 'ਚ ਕਿਹਾ, ਰਾਘਵ ਚੱਡਾ ਨੇ, ਕਿ ਅਸੀਂ ਜਲਦੀ ਹੀ ਆਪਣਾ ਜਿਹੜਾ ਚਿਹਰਾ ਆ ਉਹ ਐਲਾਨ ਕਰ ਦਿਆਂਗੇ ਮੁੱਖ ਮੰਤਰੀ ਦਾ, ਤੇ ਉਹਦੇ ਝੰਡੇ ਥੱਲੇ ਅਸੀਂ ਚੋਣਾਂ ਲੜਾਂਗੇ। ਦੇਖਦੇ ਹਾਂ ਕਿਹਦਾ ਉਹ ਚਿਹਰਾ ਐਲਾਨ ਕਰਦੇ ਆ ਤੇ ਉਹ ਚਿਹਰਾ ਪੰਜਾਬ ਦੇ ਲੋਕਾਂ ਨੂੰ ਕਿੰਨਾ ਆਪਣੇ ਵੱਲ ਖਿੱਚ ਸਕਦਾ ਕਿ ਨਹੀਂ ਖਿੱਚ ਸਕਦਾ, ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ। ਪਰ ਗੱਲ ਇਹਨਾਂ ਦੀ ਵੀ ਇਹੀ ਆ, ਇਹਨਾਂ ਦੇ ਸਿਰ ਤੇ ਇੱਕ ਗੱਲ, ਇਹਨਾਂ ਦੇ ਸਿਰ ਇਸ ਗੱਲ ਦਾ ਉਹ ਆ ਕਿ ਇਹਨਾਂ ਨੇ ਹਾਲੇ ਤੱਕ ਸੱਤਾ ਜਿਹੜੀ ਆ ਕੀਤੀ ਨਹੀਂ ਪੰਜਾਬ 'ਚ, ਤੇ ਇਹਨਾਂ ਦੇ ਖਿਲਾਫ ਨੈਗੇਟਿਵ ਗੱਲ ਨਹੀਂ ਜਾਂਦੀ, ਪਰ ਨੈਗੇਟਿਵ ਗੱਲਾਂ ਜਾਂਦੀਆਂ ਨੇ। ਉਹ ਨੇ ਜਿਹੜੇ ਲੋਕ ਇਹਨਾਂ ਨਾਲ ਜੁੜੇ ਸੀ, ਜਿਨ੍ਹਾਂ ਨੇ ਰਲ ਕੇ ਪਾਰਟੀ ਬਣਾਈ ਸੀ, ਚਾਹੇ ਉਹ ਦਿੱਲੀ ਸੀ ਤੇ ਚਾਹੇ ਉਹ ਪੰਜਾਬ ਸੀ, ਇਹਨਾਂ ਨੇ ਉਹਨਾਂ ਲੋਕਾਂ ਨੂੰ ਨਾਲ ਲੈ ਕੇ ਨਹੀਂ ਚੱਲ ਸਕੇ। ਭਗਵੰਤ ਮਾਨ ਤੇ ਵੀ ਦੋਸ਼ ਲੱਗਦੇ ਆ ਕਿ ਜੇ ਖਹਿਰਾ ਪਾਰਟੀ ਛੱਡ ਕੇ ਗਿਆ, ਸੁੱਚਾ ਸਿੰਘ ਛੋਟੇਪੁਰ ਨੂੰ ਪਾਰਟੀ 'ਚੋਂ ਕੱਢਿਆ ਗਿਆ, ਜਾਂ ਹੋਰ ਬਹੁਤ ਸਾਰੇ ਵੱਡੇ ਨਾਮ ਨੇ, ਉਹ ਇਸੇ ਕਰਕੇ ਗਏ ਕਿਉਂਕਿ ਇੱਥੇ ਵੀ ਉਹ ਆਪਣਾ ਵੱਡਾ ਚਿਹਰਾ ਰੱਖਦੇ ਸੀ ਤੇ ਉਹਨਾਂ ਦੀ ਐਂਬੀਸ਼ਨ ਜਿਹੜੀਆਂ ਸੀਗੀਆਂ, ਉਹਨਾਂ ਦਾ ਮਹੱਤਵਕਾਂਸ਼ਾ ਜਿਹੜੀ ਸੀ, ਉਹਨਾਂ ਦੀ ਜਿਹੜੀ ਇੱਛਾ ਸੀ ਉਹ ਮੁੱਖ ਮੰਤਰੀ ਬਣਨ ਦੀ। ਦਿੱਲੀ ਦੇ ਵਿੱਚ ਵੀ ਇਦਾਂ ਹੀ ਹੋਇਆ, ਜਿਨ੍ਹਾਂ ਲੋਕਾਂ ਨਾਲ ਮਿਲ ਕੇ ਪਾਰਟੀ ਸ਼ੁਰੂ ਹੋਈ ਸੀ, ਪੁਰਾਣਿਆਂ ਦੇ ਵਿੱਚੋਂ ਸਿਰਫ ਸਿਸੋਦੀਆ ਤੇ ਕੇਜਰੀਵਾਲ ਹੀ ਰਹਿ ਗਏ। ਮਤਲਬ ਇਹਨਾਂ ਨੂੰ ਜੋੜਨੇ ਤਾਂ ਆ ਗਏ ਪਰ ਸੰਭਾਲਣੇ ਨਹੀਂ ਆਏ ਬਾਅਦ ਚੋਂ ਜੀ। ਰਾਜਨੀਤੀ ਦੇ ਵਿੱਚ ਫਿਰ ਹਰ ਇੱਕ ਬੰਦਾ ਉਹ ਕਰਦਾ ਨਾ। ਬਿਲਗਾ ਜੀ ਇੱਕ ਦਿਨ ਪ੍ਰੋਗਰਾਮ ਕਰਦੇ ਕਹਿੰਦੇ ਸੀ ਕਿ 20 ਬੰਦੇ ਜਿੱਤੇ ਤੇ 20 ਦੇ 20 ਮੁੱਖ ਮੰਤਰੀ ਬਣਦੇ ਸੀ। ਸਾਰਿਆਂ ਨੂੰ ਇਹ ਲੱਗਦਾ ਸੀਗਾ ਕਿ ਮੁੱਖ ਮੰਤਰੀ ਹੀ ਬਣਨਾ। ਪੰਜਾਬ ਕਾਂਗਰਸ ਦੇ ਵੀ ਇਹੀ ਹਾਲ ਹੈ। ਕਾਂਗਰਸ ਦੇ ਵਿੱਚ ਆਪਸ ਦੀ ਜਿਹੜੀ ਕਲੇਸ਼ ਆ ਉਹਦੀ ਵਜ੍ਹਾ ਹੀ ਇਹ ਆ। ਇਹਨਾਂ ਨੂੰ ਲੱਗਦਾ ਸੀਗਾ ਕਿ ਵਿਰੋਧ ਕੋਈ ਹੈ ਨਹੀਂ,
ਅਕਾਲੀ ਦਲ ਵਾਲਾ ਸਮਝੌਤਾ ਹਾਲੇ ਹੋਇਆ ਨਹੀਂ ਸੀ, ਵਿਰੋਧੀ ਧਿਰ ਕੋਈ ਦਿਖਦੀ ਨਹੀਂ ਸੀ, ਇਹਨਾਂ ਨੂੰ ਲੱਗਦਾ ਸੀਗਾ ਸਿੱਧੂ ਨੂੰ ਲੱਗਦਾ ਸੀ ਮੈਨੂੰ ਮੁੱਖ ਮੰਤਰੀ ਬਣਾਤਾ ਜਾਵੇ, ਬਾਜਵਾ ਸਾਹਿਬ ਕਹਿੰਦੇ ਮੈਨੂੰ ਬਣਾਤਾ ਜਾਵੇ, ਕੈਪਟਨ ਕਹਿੰਦਾ ਮੈਂ ਸਭ ਤੋਂ ਵੱਡਾ ਆ। ਸੋ ਇਹਨਾਂ ਦਾ ਜਿਹੜਾ ਦਾਰੋ ਮਦਾਰ ਆ ਉਹ ਸਿਰਫ ਔਰ ਸਿਰਫ ਇਸ ਗੱਲ ਤੇ ਟਿਕਿਆ ਹੋਇਆ ਕਿ ਸੱਤਾ ਦੇ ਵਿੱਚ ਬਣੇ ਕਿੱਦਾਂ ਰਹਿਣਾ, ਜਦ ਕਿ ਇਹ ਉਸ ਗੱਲ ਨੂੰ ਭੁੱਲ ਜਾਂਦੇ ਨੇ ਕਿ ਜੇ ਅਸੀਂ ਉਸ ਗੱਲ ਦੀ ਗੱਲ ਕਰੀਏ, ਸਾਧੂ ਪ੍ਰਵਚਨ ਕਰਦੇ ਨੇ ਕਿ ਨੇਮ ਐਂਡ ਫੇਮ ਇਜ਼ ਲਾਈਕ ਯੂਅਰ ਸ਼ੈਡੋ, ਪੈਸਾ ਤੇ ਸ਼ੋਹਰਤ ਜਿਹੜੀ ਆ ਉਹ ਤੁਹਾਡੇ ਪਰਛਾਵੇਂ ਵਰਗੀ ਆ, ਜੇ ਤੁਸੀਂ ਉਸ ਪਰਛਾਵੇਂ ਨੂੰ ਫੜਨ ਦੀ ਕੋਸ਼ਿਸ਼ ਕਰਦੇ ਆ ਫਿਰ ਤੁਸੀਂ ਉਹਨੂੰ ਫੜ ਨਹੀਂ ਸਕਦੇ, ਤੇ ਜੇ ਤੁਸੀਂ ਆਪਣਾ ਕੰਮ ਕਰਦੇ ਚਲੋ ਤੇ ਫਿਰ ਉਹ ਪਰਛਾਵਾਂ ਤੁਹਾਡੇ ਪਿੱਛੇ ਪਿੱਛੇ ਤੁਰਿਆ। ਸੋ ਜੇ ਆਮ ਲੋਕਾਂ ਲਈ ਚੰਗੇ ਕੰਮ ਕਰਨ ਫਿਰ ਅਗਲੀ ਵਾਰ ਵੋਟਾਂ ਲੈਣ ਦੀ ਜਾਂ ਵੋਟਾਂ ਮੰਗਣ ਦੀ ਲੋੜ ਨਹੀਂ ਪੈਂਦੀ ਜੀ। ਜੇ ਆਮ ਆਦਮੀ ਪਾਰਟੀ ਤੋਂ ਬਾਅਦ ਗੱਲ ਕਰੀਏ ਭਾਜਪਾ ਦੀ, ਤੇ ਜਿਹੜੇ ਵੱਡੇ ਭਾਜਪਾਈ ਨੇਤਾ ਨੇ ਅਮਿਤ ਸ਼ਾਹ ਤੇ ਜੇਪੀ ਨੱਡਾ, ਕਹਿੰਦੇ ਉਹਨਾਂ ਨੇ ਪੰਜਾਬ ਆਗੂਆਂ ਨੂੰ ਕਿਹਾ ਕਿ ਘਰਾਂ ਚੋਂ ਬਾਹਰ ਨਿਕਲੋ, ਲੋਕਾਂ ਨੂੰ ਮਿਲੋ ਤੇ ਫਿਰ ਦੁਬਾਰਾ ਉਹੀ ਰਾਗ ਲਾਪੋ ਵੀ ਜੋ ਵੀ ਸਰਕਾਰ ਨੇ ਕਿਸਾਨਾਂ ਲਈ ਕੀਤਾ ਉਹ ਬਹੁਤ ਸੋਹਣਾ ਕੀਤਾ। ਹੁਣ ਇਹਦੇ ਬਾਰੇ ਕੀ ਕਿਹਾ ਜਾ ਸਕਦਾ, ਬਹੁਤ ਗਲਤ ਬਿਆਨੀ ਆ ਇਸ ਗੱਲ ਦੀ। ਬੀਤੇ ਦਿਨੀ ਪੰਜਾਬ ਦੇ ਜਿਹੜੇ ਬੀਜੇਪੀ ਦੇ ਆਗੂ ਨੇ, ਹਾਲਾਂਕਿ ਮੈਂ ਉਹਨਾਂ ਦੀ ਬਹੁਤੀ ਗੱਲ ਕਰਨੀ ਚਾਹੁੰਦਾ ਨਹੀਂ, ਪਰ ਉਹਨਾਂ ਨੇ ਫਿਰ ਇੱਕ ਪੱਤਰਕਾਰ ਨੂੰ ਇਹੀ ਕਿਹਾ ਕਿ ਇਹ ਕਾਨੂੰਨ ਵਾਪਸ ਨਹੀਂ ਹੋਣੇ। ਤੇ ਜੇ ਬੀਜੇਪੀ ਆਪਣੇ ਉਸ ਅੜੀਅਲ ਰਵੱਈਏ ਤੇ ਕਾਇਮ ਹੈ ਤਾਂ ਫਿਰ ਬੀਜੇਪੀ ਦੇ ਲੋਕ ਪੰਜਾਬ 'ਚ ਬਾਹਰ ਆ ਕੇ ਵੋਟਾਂ ਮੰਗਣ ਦੀ ਸਥਿਤੀ ਦੇ ਵਿੱਚ ਨਹੀਂ ਆਉਣਗੇ ਆਉਣ ਵਾਲੇ ਦਿਨਾਂ ਦੇ ਵਿੱਚ। ਪਰ ਪਾਰਟੀ ਇਸ ਗੱਲ ਦੇ ਉੱਤੇ ਬਹੁਤ ਸੀਰੀਅਸਲੀ ਦੇਖ ਰਹੀ ਆ ਤੇ ਵਿਚਾਰ ਵੀ ਕਰ ਰਹੀ ਆ ਤੇ ਤਾਣੇ ਬਾਣੇ ਵੀ ਜਿਹੜੇ ਆ ਬੁਣੇ ਜਾ ਰਹੇ ਨੇ। ਬੀਤੇ ਦਿਨਾਂ 'ਚ ਅਸੀਂ ਗੱਲ ਕੀਤੀ ਸੀ ਕਿ ਕੁਝ ਲੀਡਰਾਂ ਨੇ ਬੋਲਣਾ ਸ਼ੁਰੂ ਕੀਤਾ। ਫਿਰ ਕੱਲ ਦੀ ਹੀ ਜਿਹੜੀ ਖਬਰ ਸੀ ਕਿ 6 ਸਿੱਖ ਚਿਹਰੇ ਪਾਰਟੀ 'ਚ ਸ਼ਾਮਲ ਕੀਤੇ ਗਏ। ਹਾਲਾਂਕਿ ਉਹ ਪੋਲੀਟੀਕਲੀ ਚਿਹਰੇ ਨਹੀਂ ਹਨ, ਪਰ ਫਿਰ ਵੀ ਉਹ ਬਣਦੇ ਸਰਦੇ ਲੋਕ ਨੇ, ਐਜੂਕੇਸ਼ਨਿਸਟ ਨੇ ਜਾਂ ਸੰਗਠਨ 'ਚ ਕੁਝ ਜ਼ਿੰਮੇਵਾਰੀਆਂ ਨਿਭਾਈਆਂ ਨੇ, ਕੁਝ ਦਾ ਪੋਲੀਟੀਕਲ ਤਾਲੁਕਾਤ ਵੀ ਉਹਨਾਂ ਦੇ ਰਹੇ ਨੇ। ਫਿਰ ਬੀਤੇ ਦਿਨਾਂ ਦੇ ਵਿੱਚ ਅਸੀਂ ਉਹ ਸੱਚਾ ਸੌਦੇ ਵਾਲੇ ਜਿਹੜਾ ਡੇਰਾ ਸੀ ਉਹਦੀ ਘਟਨਾਵਾਂ ਦੀ ਵੀ ਗੱਲ ਕੀਤੀ ਸੀ, ਤੇ ਹੁਣ ਫਿਰ ਬੀਜੇਪੀ ਦੇ ਲੀਡਰਾਂ ਨੇ, ਆਲਾ ਕਮਾਨ ਨੇ ਲੋਕਲ ਲੀਡਰਾਂ ਨੂੰ ਕਿਹਾ ਕਿ ਤੁਸੀਂ ਬਾਹਰ ਨਿਕਲੋ ਤੇ ਲੋਕਾਂ ਨਾਲ ਗੱਲਬਾਤ ਜਿਹੜੀ ਆ ਆਰੰਭ ਕਰੋ। ਦੇਖੋ ਇਹ ਗੱਲ ਦੇਖਣੀ ਪਊਗੀ ਕਿ ਜੇ ਇੰਨੇ ਵਿਰੋਧ ਦੇ ਬਾਵਜੂਦ ਵੀ 6 ਵੱਡੇ ਪੜ੍ਹੇ ਲਿਖੇ ਲੋਕ, ਕੁਝ ਆਰਮੀ ਤੋਂ ਰਿਟਾਇਰਡ ਨੇ, ਕੁਝ ਵਾਈਸ ਚਾਂਸਲਰ ਰਿਟਾਇਰਡ ਨੇ, ਕੁਝ ਐਡਵੋਕੇਟ ਨੇ, ਉਹ ਪਾਰਟੀ ਜੁਆਇਨ ਕਰ ਰਹੇ ਨੇ, ਤੇ ਉਹਨਾਂ ਨੂੰ ਕੁਝ ਸਮਝਾਇਆ ਗਿਆ ਹੋਵੇਗਾ, ਕੁਝ ਦਿਖਾਇਆ ਗਿਆ ਹੋਵੇਗਾ। ਹਾਲਾਂਕਿ ਹਾਲੇ ਤੀਕ ਸਿਰਫ ਉਹਨਾਂ ਨੂੰ ਮੈਂਬਰਸ਼ਿਪ ਹੀ ਦਿੱਤੀ ਆ, ਕੋਈ ਅਹੁਦਾ ਕਿਸੇ ਨੂੰ ਨਹੀਂ ਦਿੱਤਾ ਗਿਆ, ਪਰ ਫੇਰ ਵੀ ਉਹ ਅਸਰੋ ਰਸੂਖ ਤਾਂ ਰੱਖਦੇ ਹੋਣਗੇ। ਜੇ ਉਹਨਾਂ ਨੇ ਵਾਈਸ ਚਾਂਸਲਰ ਰਹਿੰਦਿਆਂ ਯੂਨੀਵਰਸਿਟੀ 'ਚ ਕੰਮ ਕੀਤਾ ਹੈ, ਉਹਨਾਂ ਦਾ ਇੱਕ ਆਧਾਰ ਹੋਵੇਗਾ। ਜੇ ਸੇਵਾ ਮੁਕਤ ਫੌਜੀ ਵੱਡੇ ਅਧਿਕਾਰੀ ਨੇ ਤੇ ਉਹਨਾਂ ਦਾ ਵੀ ਕੁਝ ਉਹਦੇ 'ਚ ਸਿਸਟਮ ਰਿਹਾ ਹੋਵੇਗਾ। ਸੋ ਦੇਖੋ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ, ਪਰ ਹਾਲੇ ਦੀ ਘੜੀ ਇਦਾਂ ਲੱਗਦਾ ਕਿ ਬੀਜੇਪੀ ਨੇ ਜਿਹੜੀ ਪੰਜਾਬ ਦੇ ਵਿੱਚ ਲੜਨ ਦੀ ਆਸ ਹੈ ਉਹ ਛੱਡੀ ਨਹੀਂ ਹੈਗੀ। ਜਿੱਦਾਂ ਲੱਗਦਾ ਸੀਗਾ ਕਿ ਪਹਿਲਾਂ ਵਿੱਚ ਜਾ ਕੇ ਬਹੁਤ ਮੁਸ਼ਕਲ ਹੋ ਜਾਏਗਾ, ਲੜਨਗੇ ਕਿੱਦਾਂ, ਉਹ ਪਿੰਡਾਂ ਦੇ ਵਿੱਚ ਲੋਕਾਂ ਦੇ ਵਿੱਚ ਆਉਣਗੇ, ਕਿੱਦਾਂ ਵੋਟਾਂ ਮੰਗਣਗੇ, ਇਹਦੇ ਪਿੱਛੇ ਜਾਂ ਤੇ ਫਿਰ ਉਹਨਾਂ ਕੋਲ ਇੱਕ ਦਿਮਾਗ ਦੇ ਵਿੱਚ ਪਲਾਨ ਹੋਏਗਾ ਆਉਣ ਵਾਲੇ ਦਿਨਾਂ ਦੇ ਵਿੱਚ। ਪਹਿਲਾਂ ਇਸ ਅੰਦੋਲਨ ਨੂੰ ਸਫਲਤਾ ਵੱਲ ਲੈ ਕੇ ਜਾਣਗੇ, ਪਹਿਲਾਂ ਇਸ ਅੰਦੋਲਨ ਨੂੰ ਕਿਸੇ ਸਨਮਾਨਜਨਕ ਢੰਗ ਤੇ ਜਾ ਕੇ ਮੁਕਾਉਣਗੇ, ਫਿਰ ਉਹ ਚੋਣ ਰਣਨੀਤੀ 'ਚ ਆ ਸਕਦੇ। ਮਤਲਬ ਕੋਈ ਨਾ ਕੋਈ ਤਾਂ ਰਣਨੀਤੀ ਹੋਊਗੀ, ਨਹੀਂ ਤੇ ਇੰਨੇ ਵਿਰੋਧ ਦੇ ਬਾਵਜੂਦ ਇੰਨਾ ਕੌਨਫੀਡੈਂਸ ਆਉਂਦਾ ਕਿੱਥੋਂ ਆ? ਬਿਲਕੁਲ, ਦੇਖੋ ਅਸੀਂ ਅਕਸਰ ਇਹ ਗੱਲ ਕਰਦੇ ਹਾਂ ਜਾਂ ਅਸੀਂ ਪੜ੍ਹਦੇ ਸੁਣਦੇ ਵੀ ਆ ਕਿ ਚੋਣਾਂ ਜਿਹੜੀਆਂ ਉਹ ਰਾਜਨੀਤਿਕ ਪਾਰਟੀਆਂ ਲਈ ਤਿਉਹਾਰ ਵਰਗੀਆਂ ਨੇ, ਤੇ ਜੇ ਕਿਸੇ ਦਾ ਕੋਈ ਘਰ ਦਾ ਸਿਸਟਮ ਬਹੁਤਾ ਚੰਗਾ ਨਾ ਵੀ ਹੋਵੇ ਤਾਂ ਤਿਉਹਾਰ ਮਨਾਉਣ ਦੀ ਤਿਆਰੀ ਤੇ ਉਹ ਵੀ ਕਰਦਾ। ਆਉਣ ਵਾਲੇ ਦਿਨਾਂ ਵਿੱਚ ਕੁਝ ਚੀਜ਼ਾਂ ਸਾਫ਼ ਹੋਣਗੀਆਂ। ਦੇਖੋ ਅੰਦੋਲਨ ਨੇ ਇੱਕ ਵਾਰ ਤੇ ਕਿਸੇ ਨਾ ਕਿਸੇ ਪਾਸੇ ਲੱਗਣਾ ਹੀ ਆ, ਖਤਮ ਤੇ ਹੋਣਾ ਨਹੀਂ। ਉੱਦਾਂ ਇੱਦਾਂ ਤੇ ਉੱਠ ਕੇ ਆ ਨਹੀਂ ਜਾਣਾ ਕਿਸਾਨਾਂ ਨੇ। ਬੀਤੇ ਦਿਨਾਂ ਦੇ ਵਿੱਚ ਜਿਹੜੀਆਂ ਸੁਰਖੀਆਂ ਜਿੱਦਾਂ ਦੀਆਂ ਆਉਂਦੀਆਂ ਰਹੀਆਂ ਆ ਕਿ ਚਿੱਠੀ ਲਿਖੀ ਹੈ ਜਾਂ ਕੁਝ ਹੋਇਆ ਹੈ, ਬਹੁਤ ਸਾਰੀਆਂ ਗੱਲਾਂ ਹੋਰ ਸਾਹਮਣੇ ਆਉਂਦੀਆਂ ਨੇ। ਕੁਝ ਲੋਕਾਂ ਦਾ ਤਾਲਮੇਲ ਬਣੇਗਾ ਜਦੋਂ, ਕਿਉਂਕਿ ਸਮਾਂ ਹਾਲੇ ਹੈਗਾ। ਜੇ ਅਸੀਂ ਗੱਲ ਕਰੀਏ ਅੱਜ ਜੂਨ ਚੱਲਦਾ ਪਿਆ, ਫਰਵਰੀ 'ਚ ਇਲੈਕਸ਼ਨ ਹੋਣੀ ਆ, 6 ਤੋਂ 7 ਮਹੀਨੇ ਹਾਲੇ ਹੈਗੇ ਨੇ, 8 ਹੀ ਹੈਗੇ ਨੇ। ਆਉਣ ਵਾਲੇ ਕੁਝ ਸਮੇਂ 'ਚ, ਮਹੀਨੇ 2 ਮਹੀਨੇ 'ਚ ਜਾਂ 3 ਮਹੀਨਿਆਂ 'ਚ ਇਸ ਅੰਦੋਲਨ ਨੂੰ ਉਹ ਖਤਮ ਕਰਨਗੇ ਤੇ ਉਸ ਤੋਂ ਪਹਿਲਾਂ ਆਪਣੀ ਜਿਹੜੀ ਵਿਸਾਤ ਹੈ ਉਹ ਤਾਂ ਵਿਛਾਈ ਹੋਊਗੀ, ਫੇਰ ਹੀ ਗੱਲ ਬਣੂਗੀ। ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਕਿ ਉਹਨਾਂ ਦੀ ਜਿਹੜੀ ਪਲੈਨਿੰਗ ਆ ਉਹ ਕਿੱਦਾਂ ਕਾਮਯਾਬ ਹੁੰਦੀ ਆ ਤੇ ਕਿੱਦਾਂ ਨਹੀਂ। ਜੇ ਅਸੀਂ ਅੱਜ ਦਿਨ ਤੱਕ ਦੀ ਗੱਲ ਕਰੀਏ ਤੇ ਬੀਜੇਪੀ ਦੇ ਪੱਲੇ ਕੁਝ ਨਹੀਂ ਹੈ, ਨਾ ਹੀ ਲੀਡਰ ਬਾਹਰ ਨਿਕਲਣ ਦੀ ਹਾਲਾਤ ਵਿੱਚ ਹਨ। ਹਾਂ, ਇੱਕ ਗੱਲ ਜ਼ਰੂਰ ਹੋ ਸਕਦੀ ਆ ਜਾਂ ਇਹ ਗੱਲ ਸਾਹਮਣੇ ਆਉਂਦੀ ਆ ਕਿ ਪੰਜਾਬ ਦੇ ਵਿੱਚ ਜਿਹੜੇ ਲੋਕ ਉਹਨਾਂ ਨਾਲ ਜੁੜੇ ਹੋਏ ਨੇ, ਭਾਵੇਂ ਉਹ ਚੁੱਪ ਕਰਕੇ ਬੈਠੇ ਨੇ। ਤੁਸੀਂ ਇਹ ਗੱਲ ਵੀ ਜਾਣਦੇ ਆ ਕਿ ਜਦੋਂ ਕਿਸੇ ਦਾ ਬਹੁਤ ਵਿਰੋਧ ਹੁੰਦਾ, ਲਗਾਤਾਰ ਵਿਰੋਧ ਹੋਈ ਜਾਂਦਾ ਤੇ ਉਹ ਜਿਹੜੇ ਲੋਕ ਆ ਉਹ ਹੋਰ ਪੱਕੇ ਹੋਈ ਜਾਂਦੇ, ਜਿਹੜੇ ਉਹਨਾਂ ਨਾਲ ਜੁੜੇ ਹੋਏ ਲੋਕ ਨੇ। ਆਉਣ ਵਾਲੇ ਦਿਨਾਂ 'ਚ ਗੱਲਾਂ ਕੁਝ ਸਾਹਮਣੇ ਆਉਣਗੀਆਂ, ਦੇਖਦੇ ਹਾਂ। ਹਾਲੇ ਤਦ ਤੱਕ 6-7 ਮਹੀਨੇ ਰਾਜਨੀਤੀ ਦੀਆਂ ਗੱਲਾਂ ਤਾਂ ਪੰਜਾਬ 'ਚ ਹੋ ਹੀ ਜਾਣੀਆਂ। ਬਿਲਕੁਲ, ਗੱਲਬਾਤ ਦਾ ਦੌਰ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ।
ਸ਼ਰਮਾ ਜੀ, ਜਦੋਂ ਵੀ ਭਾਜਪਾ ਦੀ ਗੱਲ ਤੁਰਦੀ ਹੈ ਨਾ ਤੇ ਕਿਸਾਨ ਅੰਦੋਲਨ ਆਪਣੇ ਆਪ ਹੀ ਮਨ ਚ ਆ ਜਾਂਦਾ ਹੈ। ਜੀ। ਤੇ ਹੁਣ ਇਸ ਵੇਲੇ ਕਿਸਾਨ ਅੰਦੋਲਨ ਦੀ ਤਾਜ਼ਾ ਸਥਿਤੀ ਕੀ ਆ? ਕੋਈ ਇਸ ਮਹੀਨੇ ਨਵਾਂ ਪ੍ਰੋਗਰਾਮ ਉਲੀਕਿਆ ਕਿਸਾਨਾਂ ਨੇ ਜਾਂ ਨਹੀਂ? ਇਹ 26 ਤਰੀਕ ਨਾਲ ਇਹਨਾਂ ਦਾ ਬੜਾ ਜਿਹੜਾ ਵਾਸਤਾ ਆ, 26 ਨਵੰਬਰ ਨੂੰ ਉੱਥੇ ਪਹੁੰਚੇ ਸੀ, 26 ਜਨਵਰੀ ਦੀਆਂ ਘਟਨਾਵਾਂ ਹੋਈਆਂ, ਫਿਰ 26 ਮਈ ਨੂੰ ਉਹਨਾਂ ਨੇ ਇੱਕ ਵੱਡਾ ਦਿਨ ਮਨਾਇਆ। ਹੁਣ 26 ਜੂਨ ਆ ਰਿਹਾ, 26 ਜੂਨ ਨੂੰ ਇਸ ਚੀਜ਼ ਨਾਲ ਰਿਲੇਟ ਕੀਤਾ ਜਾ ਰਿਹਾ ਕਿ ਇੰਦਰਾ ਗਾਂਧੀ ਨੇ ਭਾਰਤ ਦੇ ਲੋਕਤੰਤਰ ਦੇ ਇਤਿਹਾਸ ਵਿੱਚ ਐਮਰਜੈਂਸੀ ਲਾਈ ਸੀ। ਜੀ। ਉਸ 26 ਜੂਨ ਨੂੰ ਹੁਣ ਮਨਾ ਰਹੇ ਨੇ ਕਿ ਖੇਤੀ ਬਚਾਓ, ਲੋਕਤੰਤਰ ਬਚਾਓ। ਕਿਸਾਨ ਆਪਣੇ ਤੌਰ ਤੇ ਲੱਗੇ ਹੋਏ ਨੇ, ਡਟੇ ਹੋਏ ਨੇ ਉੱਥੇ, ਉਹ ਬਿਲਕੁਲ ਆਪਣੇ ਇਰਾਦਿਆਂ 'ਚ ਦ੍ਰਿੜ ਨੇ। ਤੇ ਵੱਡੀ ਗੱਲ ਇਹ ਆ ਕਿ ਉਹਨਾਂ ਨੂੰ ਇਹ ਗੱਲ ਸਮਝ ਆ ਕਿ ਜੋ ਅਸੀਂ ਕਹਿ ਰਹੇ ਹਾਂ ਉਹ ਠੀਕ ਆ, ਉਹ ਸੱਚ ਆ, ਉਹਦੇ 'ਚ ਕੁਝ ਕੱਚ ਨਹੀਂ ਹੈ। ਜਿਸ ਖੇਤੀ ਸੁਧਾਰਾਂ ਦੀ ਉਹ ਗੱਲ ਕਰਦੀ ਆ ਸਰਕਾਰ, ਉਹਨਾਂ ਕਾਨੂੰਨਾਂ ਦੇ ਜ਼ਰੀਏ ਲਿਆਉਣ ਦੀ, ਉਹ ਗੱਲ ਕਿਸਾਨਾਂ ਨੂੰ ਹੁਣ ਬਿਲਕੁਲ ਕਲੀਅਰ ਹੈ ਕਿ ਉਹ ਗੱਲ ਝੂਠ ਹੈ। ਬੇਸ਼ੱਕ ਇੰਟਰਨੈਸ਼ਨਲ ਮੀਡੀਆ ਦੇ ਉੱਤੇ ਥੋੜੀ ਬਹੁਤ ਤਵੱਜੋ ਘਟ ਗਈ ਹੋਵੇ, ਪਰ ਅਸੀਂ ਇਸ ਗੱਲ ਦਾ ਸਹਿਮਤੀ ਪ੍ਰਗਟ ਕਰਦੇ ਹਾਂ ਕਿ ਇੰਗਲੈਂਡ, ਆਸਟ੍ਰੇਲੀਆ, ਅਮਰੀਕਾ, ਵੱਖ-ਵੱਖ ਦੇਸ਼ਾਂ ਦੇ ਖੇਤੀ ਮਾਹਰ, ਵੱਖ-ਵੱਖ ਦੇਸ਼ਾਂ ਦੀਆਂ ਵਿਧਾਨ ਪਾਲਿਕਾਵਾਂ ਜਿਹੜੀਆਂ ਨੇ, ਉੱਥੇ ਜੋ ਪਾਰਲੀਮੈਂਟਸ ਜਿਹੜੀਆਂ ਨੇ, ਉਹ ਇਸ ਗੱਲ ਨੂੰ ਤਸਦੀਕ ਕਰ ਚੁੱਕੀਆਂ ਕਿ ਭਾਰਤ ਦੇ ਕਿਸਾਨ ਆਪਣੀ ਜਗ੍ਹਾ ਤੇ ਸਹੀ ਨੇ। ਯੂਰਪ ਦਾ ਖੇਤੀ ਮਾਡਲ ਲੈ ਲਓ, ਅਮਰੀਕਾ ਦਾ ਖੇਤੀ ਮਾਡਲ ਲੈ ਲਓ, ਅਸੀਂ ਬਹੁਤ ਲੋਕਾਂ ਨਾਲ ਗੱਲ ਕਰਦੇ ਹਾਂ, ਉੱਥੇ ਦੇ ਸਬੰਧ ਸਮਝਣ ਲਈ ਪੁੱਛਦੇ ਹਾਂ, ਤੇ ਉਹ ਗੱਲ ਸਾਹਮਣੇ ਆਉਂਦੀ ਆ ਕਿ ਜੋ ਤੁਸੀਂ ਕਰ ਰਹੇ ਆ ਉਹ ਬਿਲਕੁਲ ਠੀਕ ਹੈ। ਖੇਤੀ ਦੇ ਵਿੱਚ ਜਿਹੜੇ ਸੁਧਾਰ ਹੋਣੇ ਚਾਹੀਦੇ ਨੇ ਉਹ ਇਹਨਾਂ ਕਾਨੂੰਨਾਂ ਦੇ ਆਧਾਰ ਤੇ ਨਹੀਂ ਹੋਣੇ ਚਾਹੀਦੇ, ਉਹ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਨਾਲ ਹੋਣੇ ਚਾਹੀਦੇ ਨੇ। ਜੀ। ਜਿਨ੍ਹਾਂ ਗੱਲਾਂ 'ਚ ਕਿਸਾਨਾਂ ਦੀਆਂ ਔਣਤਾਈਆਂ ਨੇ ਉਹ ਵੀ ਸੁਧਾਰੀਆਂ ਜਾ ਸਕਦੀਆਂ ਨੇ, ਉਹਦੇ ਲਈ ਹੋਰ ਤਰੀਕੇ ਨੇ। ਫਸਲਾਂ ਦਾ ਇੱਕ ਡੇਟਾਬੇਸ ਬਣੇ, ਕਿਹੜੀ ਫਸਲ ਕਿੱਥੇ ਬੀਜੀ ਜਾਣੀ ਆ, ਉਹਦੇ ਲਈ ਕਿਹੜੀਆਂ ਖਾਦਾਂ, ਕਿਹੜੀਆਂ ਦਵਾਈਆਂ ਦੀ ਜ਼ਰੂਰਤ ਆ। ਇਹ ਗੱਲ ਠੀਕ ਹੈ ਕਿ ਪੰਜਾਬ ਦੇ ਜਾਂ ਭਾਰਤ ਦੇ ਕਿਸਾਨ ਲੋੜ ਤੋਂ ਵੱਧ ਖਾਦਾਂ ਜਾਂ ਲੋੜ ਤੋਂ ਵੱਧ ਦਵਾਈਆਂ ਜਿਹੜੀਆਂ ਆ ਉਹ ਵਰਤੋਂ ਕਰਦੇ ਨੇ, ਪਰ ਗੱਲ ਤਾਂ ਇਹ ਹੈ ਕਿ ਉਹਨਾਂ ਨੂੰ ਮਿਲਦੀਆਂ ਕਿਉਂ ਨੇ? ਉਹ ਕੰਪਨੀਆਂ ਆਪਣਾ ਪ੍ਰਚਾਰ ਪ੍ਰਸਾਰ ਕਰਦੀਆਂ ਨੇ, ਗਲਤ ਬੀਜ ਵੇਚਦੀਆਂ ਨੇ ਤੇ ਸਾਰਾ ਕੁਝ ਹੁੰਦਾ। ਕਿਸਾਨਾਂ ਨੂੰ ਐਜੂਕੇਸ਼ਨ, ਅਵੇਅਰਨੈਸ ਤੇ ਹੋਰ ਬਹੁਤ ਸਾਰੀਆਂ ਸਰਕਾਰੀ ਸਹੂਲਤਾਂ ਦੀ ਜ਼ਰੂਰਤ ਆ। ਕੱਲੀ ਸਬਸਿਡੀ ਦੇ ਕੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਤੁਸੀਂ ਖੇਤੀ ਦਾ ਬਹੁਤ ਭਲਾ ਕਰਦੇ ਆ। ਜੇ ਮੋਦੀ ਸਾਹਿਬ ਆਪਣੀ ਪਿੱਠ ਥਪਥਪਾ ਰਹੇ ਨੇ ਜਾਂ ਮੋਦੀ ਦੇ ਲੀਡਰ ਪੰਜਾਬ 'ਚ ਇਹ ਗੱਲ ਕਹਿ ਰਹੇ ਨੇ ਕਿ ਮੋਦੀ ਸਾਹਿਬ ਪੰਜਾਬ ਦੇ ਜਾਂ ਭਾਰਤ ਦੇ ਹਰ ਕਿਸਾਨ ਦੀ ਜੇਬ 'ਚ 2-2 ਹਜ਼ਾਰ ਰੁਪਈਆ ਪਾਉਂਦੇ ਨੇ, ਤੇ ਉਹ ਕੋਈ ਚੰਗਾ ਕੰਮ ਨਹੀਂ ਕਿਹਾ ਜਾ ਸਕਦਾ ਉਹਨੂੰ। ਉਹਨਾਂ ਦੀ ਫਸਲ ਦਾ ਮੁੱਲ ਉਹਨਾਂ ਨੂੰ ਪੂਰਾ ਦਿਓ। ਉਹ ਜਿਹੜੇ ਪੈਸੇ ਤੁਸੀਂ ਦੇ ਰਹੇ ਆ, ਅੱਜ ਹੀ ਦੇਖ ਰਿਹਾ ਸੀ ਕਿ ਯੂਰੀਆ ਦੀ ਸਬਸਿਡੀ ਜਿਹੜੀ ਆ, ਖਾਦਾਂ ਤੇ ਜਿਹੜੀ ਸਬਸਿਡੀ ਆ, ਯੂਰੀਆ ਨੂੰ ਛੱਡ ਕੇ ਬਾਕੀ ਸਾਰੀਆਂ ਖਾਦਾਂ ਤੇ ਵਧਾ ਦਿੱਤੀ ਗਈ ਆ, ਤੇ 14-15 ਹਜ਼ਾਰ ਕਰੋੜ ਦੀ ਸਾਲਾਨਾ ਦੀ ਸਬਸਿਡੀ ਆ। ਤੇ ਜਦੋਂ ਤੁਸੀਂ MSP ਦੀ ਗੱਲ ਕਰਦੇ ਆ, ਫਿਰ ਤੁਸੀਂ ਪਿੱਛੇ ਨੂੰ ਭੱਜਦੇ ਆ। ਜਿਹੜਾ ਕਰਨ ਵਾਲਾ ਕੰਮ ਆ ਉਹ ਕਰੋ। ਤੁਸੀਂ ਸਿਰਫ ਸ਼ੌਹਰਤ ਲਈ ਉਹਨਾਂ ਨੂੰ ਸਬਸਿਡੀ ਵਧਾਈ ਜਾਓ, ਉਹਨਾਂ ਤੇ ਪੈਸੇ ਵਧਾਈ ਜਾਓ, ਉਹਨਾਂ ਨੂੰ ਨਗਦ 2-2 ਹਜ਼ਾਰ ਰੁਪਇਆ ਦੇਈ ਜਾਓ। 2,000 ਰੁਪਇਆ ਤੁਸੀਂ ਦੇ ਕੇ ਕਿਸਾਨਾਂ ਦੇ ਮਸਲੇ ਨਹੀਂ ਹੱਲ ਕਰ ਰਹੇ, ਇਹਨਾਂ ਨੂੰ ਤੁਸੀਂ ਗੁੰਝਲ 'ਚ ਹੋਰ ਪਾ ਰਹੇ। ਕੰਡਿਆਂ ਤੋਂ ਘੜੀਸਣ ਵਾਲੀ ਗੱਲ ਆ ਬਿਲਕੁਲ। ਮਤਲਬ ਇੱਕ ਗਲਤ ਰਵਾਇਤ ਆ। ਜਿਸ ਗੱਲ ਦੇ ਉਹ ਹੱਕਦਾਰ ਨੇ, ਪਹਿਲਾਂ ਉਹਨਾਂ ਨੂੰ ਉਹ ਦਿਓ। ਜੇ ਉਸ ਤੋਂ ਬਾਅਦ ਤੁਹਾਨੂੰ ਲੱਗੇਗਾ ਕਿ ਤੁਸੀਂ ਉਹਨਾਂ ਦਾ ਕੋਈ ਭਲਾ ਕਰਨਾ, ਫਿਰ ਉਹਨਾਂ ਨੂੰ ਸਸਤੀ ਬਿਜਲੀ, ਸਸਤਾ ਪਾਣੀ, ਸਸਤਾ ਡੀਜ਼ਲ ਦੇਖਿਓ। ਪਹਿਲਾਂ ਜਿਹੜੀ ਚੀਜ਼ ਉਹ ਉਪਜਾ ਰਹੇ ਨੇ ਉਹਦਾ ਕੀਮਤ ਤੇ ਉਹਨਾਂ ਨੂੰ ਪੂਰੀ ਦਿਓ। ਜੋ ਪਾਣੀ ਦੇ ਹਾਲਾਤ ਨੇ, ਉਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਖੇਤੀ ਦਾ ਭਵਿੱਖ ਹੀ ਧੁੰਦਲਾ ਨਜ਼ਰ ਆ ਰਿਹਾ। ਤੁਸੀਂ ਗੱਲ ਕੀਤੀ ਸੀ ਕਿਸਾਨ ਅੰਦੋਲਨ ਦੀ, ਤੇ ਸਮੱਸਿਆਵਾਂ ਬਹੁਤ ਲੰਬੀਆਂ ਆ, ਅਸੀਂ ਕਈ ਵਾਰ ਗੱਲ ਕਰਦੇ ਕਿਤੇ ਹੋਰ ਚਲੇ ਜਾਂਦੇ ਨੇ। ਆਉਣ ਵਾਲੇ ਦਿਨਾਂ 'ਚ ਉਹ 26 ਜੂਨ ਨੂੰ ਮਨਾਉਣਗੇ, ਤੇ ਦੇਖਦੇ ਹਾਂ ਸ਼ਾਇਦ ਕੁਝ ਆਉਣ ਦੇ ਵਿੱਚ ਹਲਚਲ ਹੋਵੇ ਤੇ ਇਹ ਅੰਦੋਲਨ ਕਿਸੇ ਚੰਗੇ ਰੁੱਖ ਵਾਲੇ ਪਾਸੇ ਜਾ ਕੇ ਖਤਮ ਹੋ ਜਾਏ। ਸ਼ਰਮਾ ਜੀ, ਮਹੀਨੇ 'ਚ ਇੱਕ ਅੱਧਾ ਦਿਨ ਇਸ ਤਰ੍ਹਾਂ ਮਨਾਉਣ ਨਾਲ ਤੁਹਾਨੂੰ ਲੱਗਦਾ ਵੀ ਸਰਕਾਰ ਤੇ ਦਬਾਅ ਬਣ ਰਿਹਾ? ਦੇਖੋ, ਉੱਥੇ ਬੈਠਣਾ ਆਪਣੇ ਆਪ 'ਚ ਇੱਕ ਪ੍ਰਾਪਤੀ ਵੀ ਆ ਤੇ ਇੱਕ ਮੁਸ਼ਕਲ ਕੰਮ ਵੀ ਆ। ਫਿਰ ਕੋਈ ਨਾ ਕੋਈ ਅਗਾਊਂ ਇੱਕ ਆਸ ਤਾਂ ਹੁੰਦੀ ਹੈ ਨਾ ਕਿ 10 ਦਿਨਾਂ ਨੂੰ ਅਸੀਂ ਇੱਦਾਂ ਕਰਨਾ ਹੈ। ਲੋਕ ਹੋਰ ਆਉਂਦੇ ਨੇ, ਮੀਡੀਆ ਵੀ ਉਹਦੇ ਨਾਲ ਟੱਚ 'ਚ ਬਣਿਆ ਰਹਿੰਦਾ, ਤੇ ਉੱਥੇ ਬੈਠ ਕੇ ਫਿਰ ਸਾਰਾ ਦਿਨ ਕੁਛ ਨਾ ਕੁਛ ਤਾਂ ਕਰਨਾ ਨਾ। ਬੈਠਣਾ ਤੇ ਅੰਦੋਲਨ ਦੇ ਵਿੱਚ ਬੈਠਣਾ, ਵਿਰੋਧ ਜਤਾਉਣਾ, ਲਗਾਤਾਰ ਇੱਕ ਚੀਜ਼ ਨੂੰ ਲੈ ਕੇ ਬੈਠੇ ਰਹਿਣਾ ਬੜਾ ਔਖਾ ਕੰਮ ਹੈ। 2020 ਤੋਂ ਲੈ ਕੇ ਹੁਣ ਤੱਕ ਦੋ ਹੀ ਬਹੁਤ ਵੱਡੀਆਂ ਗੱਲਾਂ ਸੀ, ਇੱਕ ਕਰੋਨਾ ਤੇ ਇੱਕ ਕਿਸਾਨ ਅੰਦੋਲਨ। ਜੇ ਕਿਸਾਨ ਅੰਦੋਲਨ ਤੋਂ ਬਾਅਦ ਕਰੋਨਾ ਦੀ ਗੱਲ ਕਰੀਏ ਤੇ ਇਸ ਵੇਲੇ ਮੁਲਕ ਦੇ ਹਾਲਾਤ ਕੀ ਕਹਿੰਦੇ ਨੇ? ਹਾਲਾਤ ਕਾਫੀ, ਦੂਜੀ ਜਿਹੜੀ ਲਹਿਰ ਆ ਉਹ ਘਟ ਗਈ ਜਾਪਦੀ ਆ, ਬਿਲਕੁਲ ਘਟ ਹੋ ਰਹੀ ਆ, ਕਾਫੀ ਥੰਮ ਗਈ ਆ। ਜੇ ਬੀਤੇ 24 ਘੰਟਿਆਂ ਦੀ ਗੱਲ ਕਰੀਏ ਤੇ 60 ਤੋਂ 70 ਹਜ਼ਾਰ ਦੇ ਕਰੀਬ, ਹਾਲਾਂਕਿ ਬੀਤੇ ਦਿਨਾਂ 'ਚ ਉਹ 60 ਹਜ਼ਾਰ ਦੇ ਨੇੜੇ ਤੇੜੇ ਸੀ। ਕੱਲ ਫਿਰ ਥੋੜੇ ਜਿਹੇ ਕੇਸ ਵਧੇ ਨੇ, 67 ਹਜ਼ਾਰ ਨਵੇਂ ਕੇਸ ਸਾਹਮਣੇ ਆਏ ਨੇ, 1.25 ਲੱਖ ਬੰਦਾ ਠੀਕ ਹੋਇਆ, ਤੇ 8 ਲੱਖ ਤੋਂ ਕੁਝ ਵਧੇਰੇ ਐਕਟਿਵ ਕੇਸ ਇਸ ਵੇਲੇ ਭਾਰਤ ਵਿੱਚ ਹਨ। 2500 ਦੇ ਕਰੀਬ ਲੋਕਾਂ ਦੀ ਜਾਨ ਹਾਲੇ ਵੀ ਗਵਾਚੀ ਆ। ਮੈਂ ਪਹਿਲਾਂ ਵੀ ਇਹ ਗੱਲ ਕਹਿਣਾ ਕਿ ਇਹ ਅੰਕੜੇ ਸਰਕਾਰੀ ਨੇ, ਅਸੀਂ ਇਹਨਾਂ ਦੀ ਤਸ਼ਬੀਹ ਨਹੀਂ ਕਰਦੇ, ਪਰ ਜੋ ਸਾਡੇ ਸਾਹਮਣੇ ਆ ਉਹ ਇਹ ਆ। ਜੇ ਥੋੜਾ ਬਹੁਤ ਵੱਧ ਵੀ ਹੋਵੇ, ਥੋੜਾ ਬਹੁਤ ਘੱਟ ਵੀ ਹੋਵੇ, ਤਦ ਵੀ ਇਹ ਗੱਲ ਦਰੁਸਤ ਆ ਕਿ ਜਿਹੜੀ ਲਹਿਰ ਆ ਉਹ ਘੱਟ ਜ਼ਰੂਰ ਰਹੀ ਹੈ। ਜੇ ਪੰਜਾਬ ਦੀ ਗੱਲ ਕਰੀਏ ਤੇ 700 ਦੇ ਨੇੜੇ ਤੇੜੇ ਕੇਸ ਨੇ, 600 ਕੁਛ, ਤੇ 49 ਲੋਕਾਂ ਦੀ ਜਿਹੜੀ ਜਾਨ ਆ ਇਸ ਮਸਲੇ ਦੇ ਵਿੱਚ ਹੁਣ ਤੱਕ ਜਾ ਚੁੱਕੀ ਆ। ਤੇ ਪੂਰੇ ਭਾਰਤ ਦੇ ਵਿੱਚ 3 ਕਰੋੜ ਦੇ ਨੇੜੇ ਤੇੜੇ ਕੇਸ ਟੋਟਲ ਹੁਣ ਤੱਕ ਹੋਣ ਵਾਲੇ ਨੇ, ਤੇ ਮੌਤਾਂ ਦੀ ਗਿਣਤੀ ਜਿਹੜੀ ਉਹ ਵੀ 3 ਲੱਖ ਤੋਂ ਥੋੜੀ ਬਹੁਤ ਘੱਟ ਰਹਿ ਗਈ। ਸੋ ਬਹੁਤ ਵੱਡੀ ਸਮੱਸਿਆ ਤੋਂ ਅਸੀਂ ਨਿਕਲ ਕੇ ਆ ਰਹੇ ਹਾਂ। ਪਰ ਇਸ ਦੇ ਨਾਲ ਇੱਕ ਗੱਲ ਹੋਰ ਵੀ ਆ,
ਟੀਕਾਕਰਨ ਜਿਹੜਾ ਆ ਉਹਨੂੰ ਤੇਜ਼ ਕੀਤਾ ਜਾਣਾ ਚਾਹੀਦਾ ਆ, ਪਰ ਲੋਕਾਂ ਦੇ ਵਿੱਚ ਜਿਹੜੀ ਸਹਿਣ ਸ਼ਕਤੀ ਆ ਜਾਂ ਇਸ ਗੱਲ ਤੋਂ ਬਚਣ ਦੀ ਪ੍ਰਵਿਰਤੀ ਆ ਉਹ ਘੱਟ ਆ। ਜਿੱਦਾਂ ਹੀ ਲਹਿਰ ਘਟਦੀ ਆ ਉਦਾਂ ਹੀ ਫੇਰ ਭੀੜ ਜਿਹੜੀ ਆ ਬਾਜ਼ਾਰਾਂ 'ਚ ਵੱਧ ਜਾਂਦੀ ਹੈ। ਅਸੀਂ ਅੱਜ ਹੀ ਦੇਖਿਆ ਕਿ ਬੱਸ ਸਟੈਂਡ ਦੇ ਉੱਤੇ ਬਹੁਤ ਕਾਫੀ ਰਸ਼ ਸੀ ਤੇ ਬੱਸਾਂ ਜਿਹੜੀਆਂ ਆ ਹਾਲਾਂਕਿ 50% ਦੀ ਉਹਦੇ ਨਾਲ ਚਲਾਉਣ ਨੂੰ ਕਿਹਾ ਆ, ਪਰ ਕੋਈ ਉਹਦੇ ਲਈ ਬਹੁਤਾ ਧਿਆਨ ਨਹੀਂ ਦਿੰਦਾ। ਤੇ ਆਉਣ ਵਾਲੇ ਬੀਤੇ ਦਿਨਾਂ ਦੀਆਂ ਖਬਰਾਂ ਵੀ ਸੀਗੀਆਂ ਕਿ ਗਰਮੀ ਬਹੁਤ ਕਾਫੀ ਵਧੀ ਹੋਈ ਆ, ਹਾਲਾਂਕਿ ਇਸ ਵਾਰ ਉਨੀ ਨਹੀਂ ਵਧੀ, ਪਰ ਫਿਰ ਵੀ ਗਰਮੀ ਦਾ ਸੀਜ਼ਨ ਆ ਤੇ ਲੋਕ ਫ੍ਰੀ ਨੇ। ਤੇ ਸ਼ਿਮਲੇ ਨੂੰ ਜਾਂਦੀ ਸੜਕ ਜਿਹੜੀ ਆ ਉਹ ਤੇ ਜਾਮ ਦਿਖਾਏ ਗਏ ਸੀ ਕਿ ਲੋਕ ਜਿਹੜੇ ਆ ਟੂਰਿਜ਼ਮ ਵੱਲ ਨੂੰ ਫਿਰ ਜਾ ਰਹੇ ਨੇ। ਜਾਣਾ ਤੇ ਜਾਓ, ਕੋਈ ਗੱਲ ਨਹੀਂ ਜੇ ਤੁਹਾਡਾ ਬਹੁਤ ਦਿਲ ਕਰਦਾ, ਪਰ ਆਪਣਾ ਬਚਾਵ ਰੱਖੋ। ਇਹ ਨਾ ਹੋਵੇ ਕਿ ਜਿਸ ਤੀਸਰੀ ਲਹਿਰ ਤੋਂ ਅਸੀਂ ਡਰਦੇ ਆ ਉਹ ਹੋਰ ਭਿਆਨਕ ਹੋ ਕੇ ਸਾਡੇ ਸਾਹਮਣੇ ਆਵੇ। ਸ਼ਰਮਾ ਜੀ, ਸਾਡੇ ਮੁਲਕ ਦੀ ਤਰਾਸਦੀ ਹੈ ਵੀ ਚਾਹੇ ਗੱਲ ਚੰਗੀ ਹੋਵੇ ਚਾਹੇ ਮਾੜੀ ਹੋਵੇ, ਸਿਆਸੀ ਪਰਤ ਉਹਨੂੰ ਚੜਾਉਂਦੇ ਨੇ। ਹੁਣ ਬਿਮਾਰੀ ਹੈ, ਮਹਾਮਾਰੀ ਹੈ ਕਰੋਨਾ, ਤੇ ਹੁਣ ਜਿਹੜੇ ਕਰੋਨਾ ਵੈਕਸੀਨਸ ਨੇ ਉਹਨਾਂ ਉੱਤੇ ਵੀ ਸਿਆਸਤ ਪੂਰੀ ਗਰਮ ਹੈ ਇਸ ਵੇਲੇ। ਕੀ ਕਹਿਣਾ ਚਾਹੁੰਦੇ ਹੋ? ਦੇਖੋ, ਸਿਆਸਤ ਤੇ ਸਵਲੀਨ ਜੀ ਬਿਨਾਂ ਸ਼ੱਕ ਗਰਮ ਆ, ਪਰ ਸਰਕਾਰ ਨੇ ਜੋ ਬੀਤੇ ਸਮੇਂ ਦੇ ਵਿੱਚ ਕੀਤਾ ਆ ਉਹ ਸਾਡੀ ਸਮਝ ਤੋਂ ਪਰੇ ਆ। ਸਰਕਾਰ ਨੂੰ ਉਹਦੇ ਲਈ ਕੋਈ ਵੱਖਰੀ ਸਮਝ ਲੱਗੀ ਹੋਵੇ ਤੇ ਅਸੀਂ ਕਹਿ ਨਹੀਂ ਸਕਦੇ। ਬੀਤੇ ਦਿਨਾਂ ਦੇ ਵਿੱਚ ਜਿਹੜੀਆਂ ਇਹਨਾਂ ਨੇ ਪਾਲਿਸੀਆਂ ਬਣਾਈਆਂ, ਟੀਕਾਕਰਨ ਦੀ ਨੀਤੀ ਨੂੰ ਖਾਸ ਤੌਰ ਤੇ ਜੇ ਅਸੀਂ ਦੇਖੀਏ ਤੇ ਉਹਦੇ ਵਿੱਚ ਬਹੁਤ ਰੋਲ ਘਚੋਲਾ ਸਾਹਮਣੇ ਆਉਂਦਾ। ਪਹਿਲਾਂ ਕਿਹਾ ਜਾਂਦਾ ਸੀਗਾ ਕਿ ਪਹਿਲੇ ਟੀਕੇ ਤੋਂ ਬਾਅਦ ਜਿਹੜਾ ਦੂਜਾ ਟੀਕਾ ਆ ਉਹ 1.5-2 ਮਹੀਨੇ ਬਾਅਦ ਲੱਗਣਾ ਹੈ, ਯਾਨੀ ਕਿ 6 ਤੋਂ 8 ਹਫ਼ਤੇ। ਸ਼ਾਇਦ ਉਹ 8 ਤੋਂ 12 ਜਿਹੜੀ ਸਹੀ ਗੱਲ ਸੀ। ਰਿਸਰਚ ਦੇ ਵਿੱਚ ਜਿਹੜੀ ਉਹਨਾਂ ਦੀ ਗੱਲਬਾਤ ਸੀਗੀ ਜਾਂ ਮਾਹਰਾਂ ਨੇ ਜਿਹੜੀ ਉਹਨਾਂ ਨੂੰ ਗੱਲ ਕਹੀ ਸੀ ਉਹ ਇਹ ਸੀ ਕਿ 8 ਤੋਂ 12 ਹਫ਼ਤੇ ਦੇ ਵਿੱਚ ਦੂਸਰਾ ਟੀਕਾ ਜਿਹੜਾ ਲਵਾਉਣਾ ਆ। ਫਿਰ ਜਦੋਂ ਵਿਦਿਆਰਥੀਆਂ ਦੀ ਗੱਲ ਆਉਂਦੀ ਆ ਤੇ ਉਹ ਕਹਿੰਦੇ ਆ ਕਿ ਦੂਸਰੀ ਜਿਹਨਾਂ ਨੇ ਫੋਰਨ ਜਾਣਾ ਹੈ ਜਾਂ ਜਿਨ੍ਹਾਂ ਦੀ ਕੋਈ ਸਮੱਸਿਆ ਹੈ ਉਹ ਪਹਿਲਾਂ ਵੀ ਲਵਾ ਸਕਦੇ ਨੇ। ਇੱਥੋਂ ਫਿਰ ਉਸ ਗੱਲ ਦੀ ਜਿਹੜੀ ਆ ਸ਼ੱਕ ਦੀ ਸੂਈ ਜਾਂਦੀ ਆ ਕਿ ਤੁਸੀਂ ਇਦਾਂ ਕਿਉਂ ਕਰ ਰਹੇ ਹੋ। ਦੂਸਰੀ ਗੱਲ ਇਹ ਆ ਕਿ ਰਾਜਨੀਤੀ ਜਿਹੜੀ ਆ ਉਹ ਇਸ ਗੱਲ ਤੋਂ ਪਾਸਾ ਨਹੀਂ ਵੱਟਦੀ। ਬੀਤੇ ਦਿਨੀ ਕਾਂਗਰਸ ਦੇ ਵਿੱਚ IT ਸੈੱਲ ਦੇ ਵਿੱਚ ਨੇ ਉਹ ਲੀਡਰ ਨੇ, ਉਹਨਾਂ ਦਾ ਨਾਮ ਹੈ ਗੌਰਵ ਪਾਂਧੀ ਜੀ। ਉਹਨਾਂ ਨੇ ਇੱਕ ਟਵੀਟ ਕੀਤਾ, ਪਤਾ ਨਹੀਂ ਪਾਂਧੀ ਸਾਹਿਬ ਦੀ ਮੈਡੀਕਲ ਦੇ ਵਿੱਚ ਬਹੁਤ ਕੋਈ ਵੱਡੀ ਡਿਗਰੀ ਉਹਨਾਂ ਨੇ ਲਈ ਹੋਈ ਆ ਜਾਂ ਫਿਰ ਉਹਨਾਂ ਨੂੰ ਵੀ ਵੱਡੇ ਲੀਡਰਾਂ ਵਾਂਗ ਚਵਲਾਂ ਮਾਰਨ ਦੀ ਆਦਤ ਆ। ਉਹਨਾਂ ਨੇ ਟਵੀਟ 'ਚ ਲਿਖਿਆ ਕਿ ਜਿਹੜੇ ਇਸ ਟੀਕੇ ਨੇ ਜਿਹੜੇ ਇਹਦੇ ਵਿੱਚ ਗਾਂ ਦਾ ਜਿਹੜਾ ਬੱਚਾ ਆ ਨਵਾਂ 20 ਕੁ ਦਿਨ ਦਾ ਬੱਚਾ ਉਹਨੂੰ ਮਾਰ ਕੇ ਤੇ ਉਹਦਾ ਜਿਹੜਾ ਸੀਰਮ ਆ, ਉਹਦਾ ਜਿਹੜਾ ਖੂਨ ਆ ਜਾਂ ਉਹਦੇ ਜਿਹੜੇ ਪਲੇਟਲੈਟਸ ਆ ਜਾਂ ਉਹਦੇ ਜਿਹੜੇ ਸੈੱਲ ਆ ਉਹਦੇ 'ਚ ਵਰਤੇ ਜਾਂਦੇ ਨੇ। ਇੱਡੀ ਵਾਹੀਆਤ ਗੱਲ ਕੀਤੀ ਆ ਉਸ ਇਨਸਾਨ ਨੇ। ਉਹਨੂੰ ਵਾਕਿਆ ਹੀ ਇਸ ਗੱਲ ਲਈ ਉਹਦੇ ਤੇ ਕੇਸ ਵੀ ਹੋਣਾ ਚਾਹੀਦਾ, ਉਹਨੂੰ ਸਜ਼ਾ ਵੀ ਹੋਣੀ ਚਾਹੀਦੀ, ਉਹਨੂੰ ਪੁੱਛਿਆ ਜਾਣਾ ਚਾਹੀਦਾ ਭਾਈ ਚੌਧਰੀ ਤੂੰ ਇਹ ਕੀ ਸੋਚ ਕੇ ਗੱਲ ਕੀਤੀ। ਅਸੀਂ ਜਦੋਂ ਇਹਨੂੰ ਪੜ੍ਹਦੇ ਹਾਂ ਜਾਂ ਇਹਦੀ ਰਿਸਰਚ ਕੀਤੀ ਜਾਂ ਜਦੋਂ ਇਹਦੇ ਬਾਰੇ ਤੱਥ ਛਾਣੇ ਤੇ ਇਹ ਗੱਲ ਬਿਲਕੁਲ ਠੀਕ ਆ ਕਿ ਉਹਦੇ ਵਿੱਚ ਜਿਹੜੇ ਸੈੱਲ ਆ ਲਏ ਜਾਂਦੇ ਨੇ ਗਾਂ ਦੇ ਬੱਚੇ ਤੋਂ, ਪਰ ਉਹਦੇ ਲਈ ਉਸ ਬੱਚੇ ਦੀ ਜਾਨ ਨਹੀਂ ਲਈ ਜਾਂਦੀ। ਉਹ ਸਿਰਫ ਜਿੱਦਾਂ ਤੁਸੀਂ ਬਲੱਡ ਡੋਨੇਟ ਕਰਦੇ ਆ ਇਦਾਂ ਸੈੱਲ ਲੈ ਜਾਂਦੇ। ਦੂਸਰੀ ਗੱਲ, ਉਹਨਾਂ ਸੈੱਲਸ ਦੇ ਵਿੱਚ ਫਿਰ ਉਸ ਵਾਇਰਸ ਨੂੰ ਪਨਪਣ ਦਾ ਮੌਕਾ ਦਿੱਤਾ ਜਾਂਦਾ, ਉਸ ਵਾਇਰਸ ਨੂੰ ਪੈਦਾ ਕੀਤਾ ਜਾਂਦਾ, ਫਿਰ ਉਹਨੂੰ ਮਾਰਿਆ ਜਾਂਦਾ। ਪਰ ਉਹ ਵਾਇਰਸ ਜਦੋਂ ਮਰਨ ਤੋਂ ਬਾਅਦ ਵੀ ਫਿਰ ਉਹਦੀ ਪ੍ਰੋਪਰ ਕਲੀਨਿੰਗ ਕੀਤੀ ਜਾਂਦੀ ਹੈ, ਫਿਰ ਉਹ ਟੀਕੇ ਦੇ ਰੂਪ ਵਿੱਚ ਅੱਗੇ ਵਰਤਿਆ ਜਾਂਦਾ। ਸੋ ਇਹ ਜਿਹੜੇ ਸਾਰੀ ਉਹਦੀ ਸਾਇੰਟੀਫਿਕ ਪ੍ਰੋਸੈਸ ਆ ਉਹਦੇ ਵਿੱਚ ਗਾਂ ਦੇ ਜਿਹੜਾ ਕਾਫ ਆ ਜਾਂ ਬੱਚਾ ਆ ਉਹਦੇ ਖੂਨ ਦੀ ਕਿਤੇ ਨਾ ਕਿਤੇ ਵਰਤੋਂ ਜ਼ਰੂਰ ਹੁੰਦੀ ਆ। ਪਰ ਤੁਸੀਂ ਇਦਾਂ ਨਹੀਂ ਕਹਿ ਸਕਦੇ ਕਿ ਇਹ ਜਿਹੜਾ ਤੁਹਾਨੂੰ ਟੀਕਾ ਲਾਇਆ ਉਹ ਗਾਂ ਦੇ ਬੱਚੇ ਦਾ ਖੂਨ ਹੀ ਲਾਤਾ ਜਾਂ ਉਹਨੂੰ ਮਾਰ ਕੇ ਲਾਤਾ। ਹੁਣ ਜਿਹੜੀ ਮੇਰੀ ਦੱਸੀ ਹੋਈ ਜਾਣਕਾਰੀ ਆ ਜਾਂ ਅਸੀਂ ਚੈਨਲ ਤੋਂ ਜਾਣਕਾਰੀ ਦੇ ਰਹੇ ਆ ਜਾਂ ਸਾਡੇ ਤੋਂ ਪਹਿਲਾਂ ਕਿਸੇ ਹੋਰ ਨੇ ਇਸ ਜਾਣਕਾਰੀ ਨੂੰ ਸੋਧ ਕੇ ਦੱਸੀ ਆ ਪਾਂਧੀ ਸਾਹਿਬ ਦੀ ਜਾਣਕਾਰੀ ਨੂੰ, ਉਹ ਕਿੰਨੇ ਲੋਕਾਂ ਤੱਕ ਪਹੁੰਚੇਗੀ ਇਹ ਇੱਕ ਅਲੱਗ ਵਿਸ਼ਾ ਹੈ। ਤੇ ਉਹਨਾਂ ਦੀ ਦਿੱਤੀ ਹੋਈ ਜਾਣਕਾਰੀ ਕਿੰਨੇ ਲੋਕਾਂ ਤੱਕ ਪਹੁੰਚ ਚੁੱਕੀ ਹੈ ਤੇ ਕਿੰਨੇ ਲੋਕ ਉਹਨੂੰ ਪ੍ਰਭਾਵਿਤ ਹੋ ਕੇ ਟੀਕਾ ਨਾ ਲਵਾਉਣ ਦਾ ਮਨ ਬਣਾ ਚੁੱਕੇ ਆ। ਜੇ ਉਹਨਾਂ ਚੋਂ ਕਿਸੇ ਬੰਦੇ ਦੀ ਜਾਨ ਜਾਂਦੀ ਆ ਤਾਂ ਕੀ ਇਹ ਪਾਂਧੀ ਸਾਹਿਬ ਨੂੰ ਸ਼ਰਮ ਨਹੀਂ ਆਉਣੀ ਚਾਹੀਦੀ ਇਹੋ ਜਿਹੀਆਂ ਗੱਲਾਂ ਕਰਨ ਤੋਂ? ਬਿਲਕੁਲ। ਹੁਣ ਅਸੀਂ ਗੱਲ ਕਰਦੇ ਸੀ ਤੁਸੀਂ ਸਰਕਾਰ ਦੀਆਂ ਨੀਤੀਆਂ ਦੀ, ਮੈਂ ਉਹ ਗੱਲ ਕਰਦਾ ਸੀ 8 ਤੋਂ 12 ਹਫ਼ਤੇ ਤੇ ਫਿਰ 12 ਤੋਂ 16 ਹਫ਼ਤੇ। ਮਾਹਿਰ ਪਰ ਕਹਿੰਦੇ ਅਸੀਂ 8 ਤੋਂ 12 ਦਾ ਸੁਝਾਅ ਦਿੱਤਾ ਸੀ, ਇਹਨਾਂ ਨੇ ਆਪ 12 ਤੋਂ 16 ਲਿਆਂਦਾ। ਇਹਨਾਂ ਨੇ 8 ਤੋਂ 12 ਦਾ ਹੀ ਦਿੱਤਾ ਸੀ, ਪਰ 12 ਤੋਂ 16 ਕਰਨ ਦੀ ਜਿਹੜੀ ਗੱਲ ਆ ਉਹ ਹਾਸੋਹੀਣੀ ਆ। ਇੱਕ NTAGI ਕਰਕੇ ਏਜੰਸੀ ਆ ਜਿਹਦਾ ਨਾਂ ਲਿਆ ਭਾਰਤ ਸਰਕਾਰ ਨੇ ਕਿ ਇਹਨਾਂ ਤੋਂ ਅਸੀਂ ਸਲਾਹ ਲਈ। ਹੁਣ ਇਹ NTAGI ਕੀ ਆ ਜੀ? ਨੈਸ਼ਨਲ ਟੈਕਨੀਕਲ ਐਡਵਾਈਜ਼ਰੀ ਗਰੁੱਪ ਆਫ ਇਮਿਊਨਾਈਜੇਸ਼ਨ। ਟੀਕਿਆਂ ਤੋਂ ਜਿਹੜੀ ਇਮਿਊਨਿਟੀ ਕ੍ਰੀਏਟ ਹੁੰਦੀ ਆ ਉਹਦੇ ਤੇ ਐਡਵਾਈਜ਼ਰੀ ਗਰੁੱਪ ਆ ਜਿਹੜਾ ਉਹ NATGI ਆ, NTAGI। ਉਹਦੇ ਵਿੱਚ ਜਿਹੜੇ ਵਿਗਿਆਨਕ ਨੇ ਉਹ ਇਹਦੇ ਤੇ ਰਿਸਰਚ ਕਰਦੇ ਨੇ, ਡੇਟਾ ਤੇ ਕੰਮ ਕਰਦੇ ਨੇ ਤੇ ਸਰਕਾਰ ਨੇ ਕਿਹਾ ਕਿ ਅਸੀਂ ਇਹਨਾਂ ਤੋਂ ਜਾਣਕਾਰੀ ਲਈ। ਉਹਨਾਂ ਦੀ ਜਿਹੜੀ 14 ਮਈ ਨੂੰ ਮੀਟਿੰਗ ਹੁੰਦੀ ਆ, 12 ਮਈ ਨੂੰ ਉਹਨਾਂ ਨੇ ਸਾਫ਼ ਕਿਹਾ ਕਿ ਅਸੀਂ ਤੇ 12 ਤੋਂ 16 ਦੀ ਗੱਲ ਹੀ ਨਹੀਂ ਕੀਤੀ। ਸਾਡੇ ਕੋਲ ਤੇ ਜਿੰਨੀ ਰਿਸਰਚ ਆ, ਜਿੰਨਾ ਡੇਟਾਬੇਸ ਆ ਉਹ ਸਿਰਫ 8 ਤੋਂ 12 ਦਾ ਆ। ਫਿਰ ਸਰਕਾਰ ਨੇ ਆਪਣੀ ਪ੍ਰੈਸ ਕਾਨਫਰੰਸ ਜਿਹੜੀ 14 ਮਈ ਨੂੰ ਕੀਤੀ ਉਹਦੇ 'ਚ ਇਹ ਵੀ ਕਿਹਾ ਕਿ ਇਹਦੇ 'ਚ ਰੀਅਲ ਲਾਈਫ ਐਵੀਡੈਂਸ ਆ, ਜਦ ਕਿ ਕਿਸੇ ਵੀ ਵਿਅਕਤੀ ਦੇ ਉੱਤੇ ਟੀਕਾ ਇਹਨਾਂ ਨੇ 12 ਤੋਂ 16 ਹਫ਼ਤੇ ਲਾ ਕੇ ਉਹਦਾ ਡੇਟਾਬੇਸ ਕਲੈਕਟ ਨਹੀਂ ਕੀਤਾ ਕਿ ਉੱਤੇ ਐਡਵਰਸ ਇਫੈਕਟ ਪੈਂਦੇ ਆ ਜਾਂ ਸਹੀ ਇਫੈਕਟ ਆਉਂਦੇ ਆ। ਇਹ ਸਿਰਫ ਇਹਨਾਂ ਨੇ ਲੋਕਾਂ ਨੂੰ ਜੁਮਲੇ ਸੁਣਾਉਣ ਦੀ ਆਦਤ ਬਣੀ ਹੋਈ ਆ ਤੇ ਲੋਕਾਂ ਨੂੰ ਕੋਈ 2-3 ਇਦਾਂ ਦੇ ਵੱਡੇ ਨਾਂ ਲੈ ਦਿਓ, NATGI ਕਹਿ ਦਿਓ ਜਾਂ ਫਿਰ ਰੀਅਲ ਲਾਈਫ ਐਵੀਡੈਂਸ ਕਹਿ ਦਿਓ ਜਾਂ ਅਸੀਂ ਕਹਿ ਦਿਓ ਕਿ UK ਤੋਂ ਇਹ ਗੱਲ ਸੁਣੀ ਆ। ਹੁਣ ਇਹਨਾਂ ਨੇ ਇਹਦੀ, ਕਿਉਂਕਿ ਇਸ ਟੀਕੇ ਦੀ ਕੋਵਿਸ਼ੀਲਡ ਦੀ ਜਦੋਂ ਗੱਲ ਕਰਦੇ ਆ ਤੇ ਐਸਟਰਾਜੈਨਕਾ ਨੇ ਬਣਾਇਆ
ਆਕਸਫੋਰਡ ਜਿਹੜੀ ਬ੍ਰਿਟੇਨ ਦੀ ਯੂਨੀਵਰਸਿਟੀ ਆ ਉਹਨਾਂ ਨਾਲ ਰਲ ਕੇ ਐਸਟਰਾਜੈਨਕਾ ਨੇ ਵੀ ਕਿਹਾ ਕਿ ਅਸੀਂ ਇਹਨੂੰ 8 ਤੋਂ 12 ਦੇ ਵਿੱਚ ਹੀ ਲਾਉਣੇ ਆ। ਬ੍ਰਿਟੇਨ ਦੇ ਜਿਹੜੇ ਹੈਲਥ ਸੈਕਟਰੀ ਨੇ, ਜਿਹੜੇ ਸਾਡੇ ਸਿੱਖਿਆ ਮੰਤਰੀ ਦੇ ਬਰਾਬਰ ਦਾ ਦਰਜਾ ਨੇ, ਉਹਨਾਂ ਨੇ ਵੀ ਇਹ ਕਿਹਾ ਕਿ ਇਹ 8 ਤੋਂ 12 ਹੀ ਆ। ਅਸੀਂ ਤਾਂ ਉਸ ਗੱਲ ਤੇ ਵੀ ਵਿਚਾਰ ਕਰ ਰਹੇ ਹਾਂ ਕਿ 8 ਤੋਂ 12 ਨਾ ਹੋਵੇ, 8 ਹਫ਼ਤੇ ਬਾਅਦ ਹੀ ਲਾਇਆ ਜਾਵੇ ਜਿਹੜੇ ਬੰਦੇ ਸੀਰੀਅਸ ਨੇ ਜਾਂ ਜਿਨ੍ਹਾਂ ਨੂੰ ਇਹਦੀ ਜ਼ਿਆਦਾ ਜ਼ਰੂਰਤ ਹੈ। ਹੁਣ ਇਹਨਾਂ ਨੇ ਟੀਕਾਕਰਨ ਦੀਆਂ ਨੀਤੀਆਂ 'ਚ ਇਹ 12 ਤੋਂ 16 ਕਿਹਨੇ ਕੀਤਾ, ਕਿੱਦਾਂ ਕੀਤਾ, ਫਿਰ ਇਹਨਾਂ ਨੇ NTAGI ਦਾ ਨਾਂ ਕਿੱਦਾਂ ਲਿਆ, ਰੀਅਲ ਲਾਈਫ ਐਵੀਡੈਂਸ ਨੂੰ ਕਿੱਦਾਂ ਵਰਤਿਆ, ਤੇ UK ਦੀ ਵਿੱਚ ਨਾਮ ਲੈ ਕੇ ਆਪਣੀ ਗੱਲ ਨੂੰ ਸੱਚ ਸਾਬਤ ਕਰਨ ਦੀ ਜਿਹੜੀ ਇਹਨਾਂ ਦੀ ਸਾਰੀ ਕਹਾਣੀ ਆ ਉਹ ਸਮਝ ਤੋਂ ਬਾਹਰ ਆ। ਸਭ ਤੋਂ ਵੱਡਾ ਸਵਾਲ ਹੈ, ਇਹ ਕੀਤਾ ਉਦੋਂ ਜਦੋਂ ਟੀਕਿਆਂ ਦੀ ਕਿੱਲਤ ਸੀ। ਬਿਲਕੁਲ ਕੀਤਾ ਹੀ ਸਿਰਫ ਇਸ ਕਰਕੇ ਗਿਆ ਕਿ ਤਾਂ ਜੋ ਇੱਕ ਟੀਕਾ ਲਾ ਕੇ ਉਹ ਜਿਹੜੀ ਮਸਲਾ ਆ ਉਹ ਹੱਲ ਕਰ ਲਿਆ ਜਾਵੇ। ਇਹਨਾਂ ਦੀ ਸਮਝ ਦਾ ਜਿਹੜਾ ਸਰਟੀਫਿਕੇਟ ਹੈ ਉਹ ਤਾਂ ਖੱਟਰ ਸਾਹਿਬ ਦੇ ਚੁੱਕੇ ਨੇ ਪਹਿਲੇ ਕਿ ਥੋੜੇ ਥੋੜੇ ਟੀਕੇ ਲਾਓ ਤੇ ਇਦਾਂ ਕਰੋ। ਉਹ ਥੋੜੇ ਥੋੜੇ ਟੀਕੇ ਲਾਉਣ ਦੀ ਗੱਲ ਕਰਦੇ ਸੀ, ਇਹਨਾਂ ਨੇ ਦੂਜਾ ਟੀਕਾ ਲਾਉਣ ਦੀ ਜਿਹੜੀ ਮਿਆਦ ਆ ਉਹ ਆਪਣੀ ਅਕਲ ਦੇ ਨਾਲ ਆਪੇ ਹੀ 8 ਤੋਂ 12 ਤੋਂ 12 ਤੋਂ 16 ਕਰ ਦਿੱਤੀ ਤੇ ਮਸਲਾ ਜਿਹੜਾ ਉੱਥੇ ਦਾ ਉੱਥੇ ਆ। ਪਰ ਗੱਲ ਤਾਂ ਇਹ ਆ ਵੀ ਤੁਸੀਂ ਕਿਸ ਲੈਵਲ ਤੇ ਬੈਠੇ ਹੋ। ਤੁਸੀਂ ਪ੍ਰਧਾਨ ਮੰਤਰੀ ਆ, ਕੈਬਨਿਟ ਆ, ਭਾਰਤ ਦੀ ਸਰਕਾਰ ਆ, 150 ਕਰੋੜ ਲੋਕਾਂ ਦੀ ਜਾਨ ਤੁਹਾਡੇ ਹੱਥ 'ਚ। ਤੁਸੀਂ ਬਿਨਾਂ ਕਿਸੇ ਰਿਸਰਚ ਤੋਂ, ਬਿਨਾਂ ਕਿਸੇ ਪੁੱਛੇ ਤੋਂ ਜਿਨ੍ਹਾਂ ਬੰਦਿਆਂ ਦਾ ਨਾਂ ਲਈ ਜਾਂਦੇ ਉਹ ਬਾਅਦ 'ਚ ਖੰਡਨ ਕਰਦੇ ਕਿ ਅਸੀਂ ਤਾਂ ਇਦਾਂ ਕਿਹਾ ਨਹੀਂ। ਬਿਲਕੁਲ। ਸੋ ਬਹੁਤ ਹੈਰਾਨੀਜਨਕ ਗੱਲ ਆ। ਦੇਖੋ ਬਿਮਾਰੀ ਨਵੀਂ ਆ, ਰਿਸਰਚ ਨਵੀਂ ਆ, ਪਰਿਵਰਤਨ ਹੋਣੇ ਆ। ਜੋ ਤੁਸੀਂ ਅੱਜ ਐਲਾਨ ਕਰਦੇ ਆ, ਜੇ ਮਹੀਨੇ ਬਾਅਦ ਰਿਸਰਚ ਹੋ ਕੇ ਕੋਈ ਗੱਲ ਸਾਹਮਣੇ ਆਉਂਦੀ ਤੁਸੀਂ ਉਹਦਾ ਪਰਿਵਰਤਨ ਦੱਸ ਸਕਦੇ ਆ, ਪਰ ਉਹ ਗੱਲ ਫੈਕਚੁਅਲ ਤਾਂ ਹੋਵੇ। ਤੁਸੀਂ ਜਿਸ ਟੈਕਨੋਲੋਜੀ ਦਾ, ਜਿਸ ਏਜੰਸੀ ਦਾ ਨਾਂ ਲੈਂਦੇ ਆ, ਉਹਨਾਂ ਨੇ ਤੇ ਆਪਣੀ ਮੀਟਿੰਗ ਤੱਕ 'ਚ ਇਹੋ ਜਿਹੀ ਕੋਈ ਗੱਲ ਨਹੀਂ ਕੀਤੀ। ਫਿਰ ਰੱਬ ਹੀ ਜਾਣੇ ਜੀ ਇੱਥੇ ਕੀ ਹੋ ਰਿਹਾ। ਬਿਲਕੁਲ। ਚਰਚਾ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੇ ਜਿਹੇ ਵਕਫੇ ਦਾ। ਜਲਦ ਹਾਜ਼ਰ ਹੁੰਨੇ ਆ। ਪ੍ਰੋਗਰਾਮ ਦੇ ਅਖੀਰਲੇ ਹਿੱਸੇ ਵਿੱਚ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਅਸੀਂ ਪੰਜਾਬ ਦੀ ਰਾਜਨੀਤੀ ਦੀ ਖੂਬ ਗੱਲ ਕਰ ਲਈ ਆ ਤੇ ਯੂਪੀ ਵਿੱਚ ਵੀ ਤੇ ਚੋਣਾਂ ਇਹਨਾਂ ਦੇ ਨਾਲ ਹੀ ਆ। ਉੱਥੇ ਸਭ ਸੁੱਖ ਸ਼ਾਂਤੀ ਆ ਜਾਂ ਹੈਗਾ ਕੋਈ ਰੌਲਾ ਘਚੌਲਾ? ਸੁੱਖ ਸ਼ਾਂਤੀ ਤਾਂ ਹੈ। ਕੋਵਿਡ ਦੀ ਜਿਹੜੀ ਲਹਿਰ ਆ ਉਹ ਘਟ ਰਹੀ ਆ, ਪਰ ਜਦੋਂ ਤੁਸੀਂ ਯੂਪੀ ਦੀ ਰਾਜਨੀਤੀ ਦੀ ਗੱਲ ਕਰਦੇ ਆ ਤੇ ਯੂਪੀ ਭਾਰਤ ਦਾ ਸਭ ਤੋਂ ਵੱਡਾ ਸਟੇਟ ਆ। 80 ਲੋਕ ਸਭਾ ਮੈਂਬਰ ਉੱਥੋਂ ਚੁਣ ਕੇ ਆਉਂਦੇ ਨੇ ਤੇ ਇਹ ਗੱਲ ਭਾਰਤ ਦੀ ਰਾਜਨੀਤੀ ਵਿੱਚ ਲਿਖੀ ਹੋਈ ਆ ਕਿ ਪ੍ਰਧਾਨ ਮੰਤਰੀ ਦੀ ਕੁਰਸੀ ਨੂੰ ਜਿਹੜਾ ਰਸਤਾ ਜਾਂਦਾ ਉਹ ਯੂਪੀ ਵਿੱਚੋਂ ਹੋ ਕੇ ਜਾਂਦਾ। ਯੂਪੀ ਦੇ ਵਿੱਚ ਆਦਿੱਤਿਆਨਾਥ ਯੋਗੀ ਜਿਹੜੇ ਗੋਰਖ ਮੱਠ ਦੇ ਉਹ ਰਹੇ ਸੀ ਮੁਖੀ, ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਗਿਆ ਜਦੋਂ ਪੰਜਾਬ ਦੇ ਨਾਲ ਹੀ 17 ਦੇ ਵਿੱਚ ਇਲੈਕਸ਼ਨ ਹੋਈਆਂ। 4.5 ਸਾਲ ਹੋ ਗਏ, ਉੱਥੇ ਵੀ ਜਿਹੜੀ ਇਲੈਕਸ਼ਨ ਦੀ ਆਗਿਆ ਉਹ ਬਲ ਚੁੱਕੀ ਆ, ਤਵੇ ਰੱਖੇ ਜਾਏ ਨੇ, ਆਉਣ ਵਾਲੇ ਦਿਨਾਂ 'ਚ ਰੋਟੀਆਂ ਹੀ ਸੇਕਣੀਆਂ ਹੁਣ ਉਹਨਾਂ ਨੇ। ਉੱਥੇ ਸਭ ਕੁਝ ਠੀਕ ਨਹੀਂ ਹੈਗਾ। ਬਹੁਤ ਸਾਰੀਆਂ ਗੱਲਾਂ ਯੋਗੀ ਸਰਕਾਰ ਨੇ ਚੰਗੀਆਂ ਵੀ ਕੀਤੀਆਂ ਤੇ ਬਹੁਤ ਸਾਰੀਆਂ ਗੱਲਾਂ ਲਈ ਉਹਨਾਂ ਦੀ ਖਿਚਾਈ ਵੀ ਹੋਈ। ਲਾਅ ਐਂਡ ਆਰਡਰ ਨੂੰ ਲੈ ਕੇ ਉਹਨਾਂ ਨੇ ਉੱਥੇ ਜਿਹੜਾ ਦਿੱਲੀ ਦੇ ਨਾਲ ਦਾ ਜਿਹੜਾ NCR ਦਾ ਇਲਾਕਾ ਆ, ਉੱਥੇ ਕੁਝ ਜਿਹੜੇ ਗੈਂਗਵਾਰ ਸੀਗੀਆਂ ਉਹਨਾਂ ਨੂੰ ਖਤਮ ਕੀਤਾ, ਹੋਰ ਵੀ ਕਾਫੀ ਕੁਝ ਕੀਤਾ ਗਿਆ ਉੱਥੇ। ਪਰ ਯੋਗੀ ਤੇ ਮੋਦੀ ਦੀ ਇੱਕ ਸਮੱਸਿਆ ਆ ਇਹ ਕਿ ਦੋਨੋਂ ਹੀ ਜਿਹੜੇ ਆ ਉਹ ਆਪਣੇ ਵੱਖਰੇ ਵੱਖਰੇ ਦਾਇਰੇ 'ਚ ਰਹਿਣਾ ਚਾਹੁੰਦੇ ਆ। ਨਾ ਉਹ ਚੁੱਕਣਾ ਚਾਹੁੰਦਾ ਤੇ ਨਾ ਉਹ ਚੁੱਕਣਾ ਚਾਹੁੰਦਾ। ਮਤਲਬ ਭਾਵੇਂ ਇੱਕ ਪਾਰਟੀ ਦੀ ਸਰਕਾਰ ਆ, ਪਰ ਬਹੁਤ ਵਾਰ ਇੱਦਾਂ ਦੇਖਿਆ ਗਿਆ ਕਿ ਉੱਥੇ ਸਭ ਕੁਝ ਠੀਕ ਨਹੀਂ ਹੁੰਦਾ। ਮੋਦੀ ਸਾਹਿਬ ਨਾਲ ਇੱਕ IAS ਆਫੀਸਰ ਕੰਮ ਕਰਦੇ ਸੀਗੇ, ਅਰਵਿੰਦ ਸ਼ਰਮਾ ਉਹਨਾਂ ਦਾ ਨਾਮ ਆ, ਜਦੋਂ ਗੁਜਰਾਤ 'ਚ ਹੁੰਦੇ ਸੀ। ਇਹਨਾਂ ਦੇ ਬਹੁਤ ਨੇੜੇ ਦੇ ਬੰਦੇ ਆ। 2 ਸਾਲ ਪਹਿਲਾਂ ਉਹਨਾਂ ਨੂੰ ਰਿਟਾਇਰਮੈਂਟ ਲੈ ਦਿੱਤੀ ਗਈ VRS। ਉਹਨਾਂ ਨੂੰ ਰਿਟਾਇਰਮੈਂਟ ਤੋਂ ਬਾਅਦ ਅਗਲੇ ਹੀ ਦਿਨ ਉਹਨਾਂ ਨੂੰ ਪਾਰਟੀ ਜੁਆਇਨ ਕਰਾਈ ਗਈ। ਪਾਰਟੀ ਜੁਆਇਨ ਕਰਾਉਣ ਤੋਂ ਬਾਅਦ ਉਹਨਾਂ ਨੂੰ ਯੂਪੀ ਦੇ ਵਿੱਚ MLC ਬਣਾਤਾ ਗਿਆ। ਜਿੱਦਾਂ ਪੰਜਾਬ 'ਚ MLA ਨੇ, ਇੱਦਾਂ ਕੁਝ ਸਟੇਟਸ ਇੱਦਾਂ ਦੀਆਂ ਨੇ ਵੀ ਸਵਲੀਨ ਜੀ, ਜਿੱਥੇ MLA ਦੇ ਨਾਲ ਨਾਲ MLC ਵੀ ਹੁੰਦੇ ਨੇ, ਮੈਂਬਰ ਲੈਜਿਸਲੇਟਿਵ ਕਾਉਂਸਲ ਵੀ ਕੰਮ ਕਰਦੀ ਹੈ। ਜਿੱਦਾਂ ਲੈਜਿਸਲੇਟਿਵ ਅਸੈਂਬਲੀ ਕੰਮ ਕਰਦੀ ਹੈ, ਇੱਦਾਂ ਲੈਜਿਸਲੇਟਿਵ ਕਾਉਂਸਲ ਵੀ ਕੰਮ ਕਰਦੀ ਹੈ। ਤੇ MLC ਜਿਹੜੇ ਆ ਉਹ ਚੁਣੇ ਜਾਂਦੇ ਨੇ MLAs ਵੱਲੋਂ। ਜਿੱਦਾਂ ਰਾਜ ਸਭਾ ਤੇ ਲੋਕ ਸਭਾ ਹੈ, ਇੱਦਾਂ MLA ਤੇ MLCs ਹੁੰਦੇ ਨੇ। ਉਹਨਾਂ ਨੂੰ ਚੁਣ ਕੇ ਉੱਥੇ ਭੇਜ ਦਿੱਤਾ ਗਿਆ ਤੇ ਨਾਲ ਦੀ ਨਾਲ ਹੁਕਮ ਦਿੱਤਾ ਗਿਆ ਜਾਂ ਸੂਚਨਾ ਦਿੱਤੀ ਗਈ ਕਿ ਇਹ ਕੇਂਦਰ ਤੋਂ ਆਏ ਨੇ, ਇਹਨਾਂ ਨੂੰ ਇੱਥੇ ਕੈਬਨਿਟ ਦਾ ਦਰਜਾ ਦਿਓ। ਤੇ ਯੋਗੀ ਆਦਿੱਤਿਆਨਾਥ ਨੇ ਅਰਵਿੰਦ ਸ਼ਰਮਾ ਜੀ ਨੂੰ, ਜਿਹੜੇ ਕਿ ਪ੍ਰਧਾਨ ਮੰਤਰੀ ਆਫਿਸ ਤੋਂ ਸਪੈਸ਼ਲ ਭੇਜੇ ਗਏ ਸੀ, ਉਹਨਾਂ ਨੂੰ ਕੋਈ ਦਰਜਾ ਦੇਣ ਤੋਂ ਨਾ ਕਰ ਦਿੱਤੀ ਗਈ। ਉਸ ਤੋਂ ਬਾਅਦ ਇਹਨਾਂ ਦਾ ਜਨਮ ਦਿਨ ਆਇਆ ਤੇ ਟਵਿੱਟਰ ਦੇ ਉੱਤੇ ਪ੍ਰਧਾਨ ਮੰਤਰੀ ਸਾਹਿਬ ਬਹੁਤ ਐਕਟਿਵ ਰਹਿੰਦੇ ਨੇ ਤੇ ਉਹਨਾਂ ਦਾ ਜਿਹੜਾ ਬਰਥਡੇ ਵਿਸ਼ ਸੀ ਉਹ ਨਹੀਂ ਦਿਸੀ। ਪ੍ਰਧਾਨ ਮੰਤਰੀ ਨੇ ਯੂਪੀ ਦੇ ਮੁੱਖ ਮੰਤਰੀ ਦੇ ਜਨਮ ਦਿਨ ਤੇ ਟਵਿੱਟਰ ਤੇ ਵਧਾਈ ਸੰਦੇਸ਼ ਨਹੀਂ ਦਿੱਤਾ। ਫਿਰ ਬਹੁਤ ਸਾਰੇ ਲੋਕਾਂ ਨੇ ਕਿਆਸ ਰਾਈ ਲਾਈ ਕਿ ਇੱਥੇ ਕੁਝ ਗੜਬੜ ਹੈ। ਪਰ ਜਦੋਂ ਅਸੀਂ ਟਵਿੱਟਰ ਦੀ ਗੱਲ ਕਰੀਏ ਤੇ ਪ੍ਰਧਾਨ ਮੰਤਰੀ ਨੇ ਬੀਤੇ ਕੁਝ ਸਮੇਂ ਤੋਂ, ਕੁਝ ਮਹੀਨਿਆਂ ਤੋਂ, ਕੋਵਿਡ ਦੇ ਚੱਲਦੇ ਕਹਿ ਲਓ ਜਾਂ ਉਹਨਾਂ ਦੀ ਕੋਈ ਹੋਰ ਮਨਸ਼ਾ ਹੋਊਗੀ, ਉਹਨਾਂ ਨੇ ਵਧਾਈ ਸੰਦੇਸ਼ ਦੇਣੇ ਬੰਦ ਕੀਤੇ ਹੋਏ ਸੀ।
ਫਿਰ ਉਹਦੇ ਨਾਲ ਜਦੋਂ ਤੁਸੀਂ ਇਲੈਕਸ਼ਨਸ ਦੀ ਗੱਲ ਕੀਤੀ ਆ, ਪੰਜ ਸਟੇਟਾਂ ਦੇ ਵਿੱਚ ਅਗਲੇ ਸਾਲ ਇਲੈਕਸ਼ਨ ਨੇ। ਇਲੈਕਸ਼ਨ 7 ਸਟੇਟਸ ਨੇ, ਹਿਮਾਚਲ 'ਚ ਵੀ ਨੇ, ਪੰਜਾਬ 'ਚ ਵੀ ਨੇ, ਉੱਤਰਾਖੰਡ 'ਚ ਵੀ ਨੇ, ਯੂਪੀ 'ਚ ਵੀ ਨੇ, ਮਣੀਪੁਰ 'ਚ ਵੀ ਨੇ ਤੇ ਗੋਆ 'ਚ ਵੀ ਨੇ ਜੀ। ਪਰ 5 ਜਿਹੜੀਆਂ ਉਹ ਪਹਿਲੇ ਹਾਫ 'ਚ ਨੇ, ਫਰਵਰੀ 'ਚ ਨੇ। ਜਿਹੜੀਆਂ 2 ਅਗਲੀਆਂ ਨੇ ਹਿਮਾਚਲ ਦੀਆਂ ਤੇ ਉਹ ਬਾਅਦ ਵਿੱਚ ਨੇ। ਇਹਨਾਂ ਸਟੇਟਾਂ ਦੀਆਂ ਚੋਣਾਂ ਨੂੰ ਲੈ ਕੇ RSS ਤੋਂ ਆਉਂਦੇ ਨੇ ਇੱਕ BL ਸੰਤੋਸ਼, ਉਹਨਾਂ ਨੂੰ BJP ਦੇ ਵਿੱਚ ਕਹਿੰਦੇ ਨੇ ਸੰਗਠਨ ਮਹਾਮੰਤਰੀ। BJP ਦੇ ਵਿੱਚ ਜਿਹੜੇ ਸੰਗਠਨ ਮਹਾਮੰਤਰੀ ਹੁੰਦੇ ਆ ਉਹ ਅਕਸਰ ਤੌਰ ਤੇ ਪ੍ਰਚਾਰਕ ਹੁੰਦੇ ਨੇ ਤੇ RSS ਤੋਂ ਆਉਂਦੇ ਨੇ। BL ਸੰਤੋਸ਼ ਨੇ ਫਿਰ ਇਹਨਾਂ ਸਾਰੇ ਰਾਜਾਂ ਦਾ ਦੌਰਾ ਕੀਤਾ ਤੇ ਜਦੋਂ ਉਹ UP ਗਏ ਤੇ ਉਹਨਾਂ ਨੂੰ ਵੀ ਉੱਥੇ ਵੀ ਉਹਨਾਂ ਨੇ ਕਾਰਿਆਕਰਤਾਵਾਂ ਨਾਲ ਵੀ ਮੀਟਿੰਗ ਕੀਤੀ, ਵਰਕਰਾਂ ਨਾਲ ਵੀ ਗੱਲਬਾਤ ਕੀਤੀ, ਕੁਝ MLAs ਨੂੰ ਵੀ ਮਿਲੇ, ਕੁਝ ਮੰਤਰੀਆਂ ਨੂੰ ਵੀ ਮਿਲੇ ਤੇ ਯੋਗੀ ਨੂੰ ਵੀ ਉਹਨਾਂ ਨੇ ਮੁਲਾਕਾਤ ਕੀਤੀ। ਉਹਨਾਂ ਦਾ ਜਿਹੜਾ ਇਹ ਮੁਲਾਕਾਤ ਆ, ਇਹ ਰੂਟੀਨ ਵਰਕ ਆ। ਜਿਹੜਾ ਸੰਗਠਨ ਮਹਾਮੰਤਰੀ ਆ BJP ਦੇ ਸੰਵਿਧਾਨ ਦੀ ਗੱਲ ਆ ਕਿ ਜਿੱਥੇ ਵੀ ਚੋਣਾਂ ਹੋਣੀਆਂ ਉੱਥੇ ਉਹ ਜਾਂਦੇ ਨੇ ਤੇ ਉਹ ਸਾਰਾ ਕੁਝ ਪੜਚੋਲ ਕਰਦੇ ਨੇ ਤੇ ਵਾਪਸ ਆ ਕੇ ਫਿਰ ਦੱਸਦੇ ਨੇ ਜੀ। ਫਿਰ ਜਦੋਂ ਉਹਨਾਂ ਨੂੰ ਦੱਸਿਆ ਗਿਆ, ਜਦੋਂ MLAs ਨਾਲ ਉਹਨਾਂ ਦੀ ਮੁਲਾਕਾਤ ਹੁੰਦੀ ਆ ਤੇ ਫਿਰ ਤੱਥ ਸਾਹਮਣੇ ਜਿਹੜੇ ਆਏ ਉਹ ਹੈਰਾਨੀਜਨਕ ਸੀ। 64% MLAs ਤੇ MLCs ਨੇ ਕਿਹਾ ਕਿ ਉਹ ਯੋਗੀ ਦੀ ਅਗਵਾਈ ਦੇ ਵਿੱਚ ਅਗਲੀਆਂ ਚੋਣਾਂ ਨਹੀਂ ਲੜਨੀਆਂ ਚਾਹੁੰਦੇ ਤੇ 36% ਨੇ ਕਿਹਾ ਕਿ ਯੋਗੀ ਠੀਕ ਨੇ। ਇਹ ਸਾਰੀ ਘਟਨਾਕ੍ਰਮ ਤੋਂ ਬਾਅਦ ਫਿਰ 3 ਤੋਂ 5 ਜੂਨ ਤੱਕ 3 ਦਿਨ ਦੀ RSS ਦੀ ਵੱਡੀ ਮੀਟਿੰਗ ਇੱਕ ਦਿੱਲੀ 'ਚ ਹੋਈ। ਉਹ ਮੀਟਿੰਗ ਵੀ ਬਿਲਕੁਲ ਉਸੇ ਕੰਮ ਲਈ ਸੀ, ਆਉਣ ਵਾਲੇ 7 ਸਟੇਟਾਂ ਦੀਆਂ ਜਿਹੜੀਆਂ ਚੋਣਾਂ ਸੀ ਉਹਦੇ ਵਿੱਚ ਕੀ ਹੋਵੇਗਾ ਕੀ ਨਹੀਂ ਹੋਵੇਗਾ ਉਹ ਸਾਰੀ ਰਣਨੀਤੀ ਉਹਨਾਂ ਨੇ ਪਹਿਲਾਂ ਹੀ ਬਣਾ ਲਈ। ਇਸ ਕੰਮ ਲਈ ਤੁਸੀਂ BJP ਦੀ ਤਾਰੀਫ ਕਰੋਗੇ ਕਿ ਉਹ ਆਪਣੇ ਪੱਧਰ ਦੇ ਉੱਤੇ, ਸੰਗਠਨ ਪੱਧਰ ਦੇ ਉੱਤੇ ਆਪਣੇ ਕੰਮ ਸਾਰੇ ਸਮੇਂ ਨਾਲ ਨਿਬੇੜ ਲੈਂਦੇ ਆ। ਕਾਂਗਰਸ ਵਾਂਗ ਉੱਥੇ ਇਦਾਂ ਨਹੀਂ ਹੁੰਦੀ ਕਿ ਇਲੈਕਸ਼ਨ ਦੀ ਡੇਟ ਵੀ ਫਾਈਨਲ ਹੋ ਗਈ ਤੇ ਨੋਮੀਨੇਸ਼ਨ ਭਰਨ ਦਾ ਦਿਨ ਵੀ ਆ ਗਿਆ ਤੇ ਲਿਸਟ ਨਹੀਂ ਜਾਰੀ ਹੋਈ। ਉਹਨਾਂ ਨੇ 7 ਸਟੇਟਾਂ ਦੀ ਜਿਹੜੀ ਸੂਚੀ ਆ ਉਹ ਸਾਰੀ ਜਿਹੜੀ ਆ ਲਗਭਗ ਬਹੁਤੀਆਂ ਚੀਜ਼ਾਂ ਉਹਦੇ 'ਚ ਫਾਈਨਲ ਹੁਣੇ ਹੀ ਕਰ ਲਈਆਂ। ਉੱਥੇ ਫਿਰ ਯੋਗੀ ਨੂੰ ਸੱਦਿਆ ਗਿਆ, ਪੰਜਾਬ ਤੋਂ ਵੀ BJP ਦੇ ਗਏ ਸੀ, ਜਿੱਥੇ ਜਿੱਥੇ ਇਲੈਕਸ਼ਨ ਹੋਣੀਆਂ ਉੱਥੋਂ ਸਾਰੇ ਲੋਕ ਗਏ ਸੀ। ਉਸ ਤੋਂ ਬਾਅਦ ਫਿਰ ਦੇਖਿਆ ਗਿਆ ਕਿ ਜਿਹੜਾ ਇੱਥੇ ਦਾ ਸਿਸਟਮ ਆ ਉਹ ਖਰਾਬ ਹੋ ਰਿਹਾ ਆ ਤੇ ਯੋਗੀ ਨੇ ਮੋਦੀ ਦੇ ਬੰਦੇ ਨੂੰ ਵੀ ਨਾ ਕਰ ਦਿੱਤੀ ਆ। ਫਿਰ ਘਟਨਾਕ੍ਰਮ ਦੇ ਵਿੱਚ ਕੁਝ ਪਰਿਵਰਤਨ ਹੋਏ, ਰਾਜਨਾਥ ਨਾਲ ਮੀਟਿੰਗ ਹੋਈ, ਅਮਿਤ ਸ਼ਾਹ ਨਾਲ ਮੀਟਿੰਗ ਹੋਈ ਤੇ ਫਿਰ ਅੰਤ ਦੇ ਵਿੱਚ ਜਿਹੜੀ ਮੀਟਿੰਗ ਆ ਉਹ 3 ਬੰਦਿਆਂ ਦੀ ਹੋਈ, ਜਿਹਦੇ 'ਚ ਯੋਗੀ ਆਦਿੱਤਿਆਨਾਥ ਵੀ ਸ਼ਾਮਲ ਸੀ, ਪ੍ਰਧਾਨ ਮੰਤਰੀ ਸਾਹਿਬ ਵੀ ਸ਼ਾਮਲ ਸੀ ਤੇ ਅਮਿਤ ਸ਼ਾਹ ਜੀ ਵੀ ਸ਼ਾਮਲ ਸੀ। ਉਸ ਮੀਟਿੰਗ ਦੇ ਬਾਅਦ ਮੀਟਿੰਗ ਦੇ ਵਿੱਚ ਕੀ ਹੋਇਆ ਇਹ ਤੇ ਗੱਲ ਸਾਹਮਣੇ ਨਹੀਂ ਆਈ ਕਿਉਂਕਿ ਸਾਨੂੰ ਤੇ ਕਿਸੇ ਨੇ ਦੱਸਣਾ ਨਹੀਂ ਸੀ ਤੇ ਨਾ ਹੀ ਉੱਥੇ ਕੋਈ ਹੋਰ ਸੀ, ਅਖਬਾਰ ਦੇ ਵਿੱਚ ਵੀ ਉਹਦੀ ਗੱਲ ਕੋਈ ਸਾਹਮਣੇ ਨਹੀਂ ਆਈ। ਪਰ ਇੱਕ ਟਵੀਟ ਸਾਹਮਣੇ ਆਇਆ ਉਸ ਤੋਂ ਬਾਅਦ ਯੋਗੀ ਆਦਿੱਤਿਆਨਾਥ ਦਾ, ਜਿਹੜਾ ਟਵੀਟ ਤੋਂ ਇਹ ਗੱਲ ਲੱਗਦੀ ਆ ਵੀ ਉੱਥੇ ਉਹਨਾਂ ਦੀ ਜਿਹੜੀ ਆ ਗੱਲ ਉਹਨਾਂ ਦੀ ਮੰਨ ਲਈ ਗਈ ਆ ਕਿ ਚੋਣਾਂ ਉਹਨਾਂ ਦੇ ਅਗਵਾਈ 'ਚ ਹੀ ਲੜੀਆਂ ਜਾਣਗੀਆਂ, ਪਰ ਉਹਨਾਂ ਨੂੰ ਸੈੱਟ ਕਰ ਦਿੱਤਾ ਗਿਆ। ਉਹਨਾਂ ਦੀ ਜਿਹੜੀ ਟਿਊਨਿੰਗ ਸੀ ਉਹ ਸੈੱਟ ਹੋ ਗਈ, ਉਹਨਾਂ ਨੂੰ ਨਰਮ ਕਰ ਦਿੱਤਾ ਗਿਆ। ਜਿਹੜੇ ਉਹਨਾਂ ਦੇ ਹਾਵ ਭਾਵ ਬਦਲੇ ਹੋਏ ਸੀ ਉਹ ਠੀਕ ਕਰ ਦਿੱਤੇ ਗਏ। ਉਹਨਾਂ ਨੇ ਉੱਥੇ ਟਵੀਟ 'ਚ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੈਨੂੰ ਆਪਣੇ ਬਹੁਤ ਵਿਅਸਤ ਟਾਈਮ ਦੇ ਵਿੱਚੋਂ ਥੋੜਾ ਜਿਹਾ ਟਾਈਮ ਦੇ ਕੇ ਮੇਰਾ ਆਤਮੀਏ ਮਾਰਗਦਰਸ਼ਨ ਕੀਤਾ। ਸੋ ਉਹਨਾਂ ਨੇ ਉਹਨਾਂ ਦੀ ਅਗਵਾਈ ਜਿਹੜੀ ਆ ਮੰਨ ਲਈ ਆ ਤੇ ਆਉਣ ਵਾਲੀਆਂ ਚੋਣਾਂ ਜਿਹੜੀਆਂ ਆ ਉਹ ਉਹਨਾਂ ਦੇ ਅਗਵਾਈ ਦੇ ਵਿੱਚ ਹੀ ਲੜੀਆਂ ਜਾਣਗੀਆਂ। ਸੋ ਕਹਿ ਸਕਦੇ ਆ ਕਿ ਉੱਥੇ ਕੁਝ ਠੀਕ ਹੋ ਗਿਆ ਪਰ ਥੋੜੀ ਬਹੁਤ ਗੜਬੜ ਸੀ। ਪਰ ਹੁਣ ਗੱਲ ਤਾਂ ਇਹ ਆ ਕਿ ਉਹ ਜਿਹੜੇ 64% ਲੋਕ ਸੀ ਚੁਣੇ ਹੋਏ ਨੁਮਾਇੰਦੇ, ਉਹ ਹੁਣ ਇਸ ਗੱਲ ਨੂੰ ਮੰਨਣਗੇ ਕਿ ਨਹੀਂ ਮੰਨਣਗੇ। ਹਾਲਾਂਕਿ BJP ਦੇ ਵਿੱਚ ਇਹੋ ਜਿਹੀਆਂ ਗੱਲਾਂ ਬਹੁਤ ਘੱਟ ਸਾਹਮਣੇ ਆਉਂਦੀਆਂ ਕਿ ਵਿਦਰੋਹ ਹੋਵੇ ਜਾਂ ਲੋਕ ਛੱਡ ਕੇ ਜਾਣ। ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਕਿ UP ਦੇ ਵਿੱਚ ਇਹ ਸਰਕਾਰ ਰਿਪੀਟ ਹੁੰਦੀ ਆ ਕਿ ਨਹੀਂ ਹੁੰਦੀ, ਕਿਉਂਕਿ ਤੇ ਇਹ ਵੀ ਦੇਖਣਾ ਬਣਦਾ ਕਿ ਕਿਸਾਨ ਅੰਦੋਲਨ ਦੇ ਚੱਲਦੇ ਬਿਲਗਾ ਸਾਹਿਬ ਸਾਨੂੰ ਦੱਸ ਕੇ ਗਏ ਆ ਕਿ ਜਿਹੜੇ ਉੱਥੇ UP ਦੇ ਨੁਮਾਇੰਦੇ ਨੇ ਉਹਨਾਂ ਨੇ ਲਿਸਟਾਂ ਬਣਾ ਲਈਆਂ UP ਦੀਆਂ ਸਾਰੀਆਂ ਸਟੇਟਸ ਦੀਆਂ, ਸਾਰੀਆਂ ਹਲਕਿਆਂ ਦੀਆਂ, ਕਿੱਥੇ ਕਿੱਥੇ ਕਿਹੜੇ ਕਿਹੜੇ ਵੋਟਰ ਨੇ ਤੇ ਉਹਨਾਂ ਨੇ ਪੂਰਾ ਕਮਰ ਕੱਸੇ ਪਹਿਲਾਂ ਉਹਨਾਂ ਨੇ ਵੀ ਆਪਣੇ ਸੰਗਠਨ ਤੌਰ ਤੇ ਕੀਤੇ ਹੋਏ ਨੇ ਕਿ ਅਸੀਂ BJP ਦਾ UP ਦੇ ਵਿੱਚ ਵਿਰੋਧ ਜਿਹੜਾ ਉਹ ਤੈਅ ਆ ਕਿ ਅਸੀਂ ਕਰਨਾ ਹੈ। ਜੀ ਸ਼ਰਮਾ ਜੀ, ਰਾਜਨੀਤੀ ਅਸੀਂ ਬੜੀ ਘੋਟ ਲਈ ਆ, ਹੁਣ ਕੋਈ ਹੋਰ ਗੱਲ ਕਰਦੇ ਆ। ਠੰਡੇ ਬਣਾਉਣ ਵਾਲੀ ਜਿਹੜੀ ਕੰਪਨੀ ਕੋਕਾ ਕੋਲਾ, ਉਹਨੂੰ ਕਿਹੜੀ ਗੱਲੋਂ ਪਸੀਨੇ ਆ ਗਏ ਨੇ? ਇੰਨੀ ਗਰਮੀ ਕਿੰਨੇ ਚੜਾਤੀ ਉਹਨੂੰ? ਦੇਖੋ, ਜਦੋਂ ਤੁਸੀਂ ਕਿਸਾਨ ਅੰਦੋਲਨ 'ਚ ਦੇਖਿਆ ਸੀਗਾ ਕਿ ਕੁਝ ਪੌਪ ਸਿੰਗਰਸ ਨੇ ਟਵੀਟ ਕੀਤੇ ਤੇ ਸਾਰੇ ਭਾਰਤ ਨੂੰ ਪਰੇਸ਼ਾਨੀ ਹੋਈ। ਇਹ ਜਿਹੜੇ ਸੈਲੀਬ੍ਰਿਟੀ ਜਿਹਨੂੰ ਤੁਸੀਂ ਕਹਿੰਦੇ ਆ ਨਾ ਸਵਲੀਨ ਜੀ, ਜਦੋਂ ਤੁਸੀਂ ਕਿਸੇ ਵੀ ਫੀਲਡ ਦੇ ਵਿੱਚ ਉੱਪਰ ਚਲੇ ਜਾਂਦੇ, ਚਾਹੇ ਤੁਸੀਂ ਬਿਜ਼ਨਸ ਦੇ ਵਿੱਚ ਆ, ਚਾਹੇ ਖਿਡਾਰੀ ਆ, ਚਾਹੇ ਤੁਸੀਂ ਕਿਸੇ ਗਾਇਕ ਆ, ਜਾਂ ਤੁਸੀਂ ਫਿਲਮ ਐਕਟਰਸ ਆ, ਜਾਂ ਤੁਸੀਂ ਕੋਈ ਸਮਾਜਿਕ ਕਰਿਆ ਕਰਤਾ ਆ, ਮਲਾਲਾ ਯੂਸਫ ਜੀ ਆ ਜਿਹਨੂੰ ਤੁਸੀਂ ਨੋਬਲ ਮਿਲ ਗਿਆ, ਜਿਹੜਾ ਵੀ ਬੰਦਾ ਆਪਣੀ ਫੀਲਡ ਦੇ ਵਿੱਚ ਉੱਪਰ ਚਲੇ ਜਾਂਦਾ ਉਹਦੀ ਗੱਲ ਫਿਰ ਦੁਨੀਆ ਦੇ ਪੱਧਰ ਤੇ ਸੁਣੀ ਜਾਂਦੀ ਹੈ। ਤੇ ਕੋਕਾ ਕੋਲਾ ਵੀ ਵੱਡੀ ਕੰਪਨੀ ਹੈ, ਗੱਲ ਉਹਦੀ ਵੀ ਦੁਨੀਆ ਤੇ ਸੁਣੀ ਜਾਂਦੀ। ਜੇ ਅਮੀਰ ਖਾਨ ਉਹਦੀ ਮਸ਼ਹੂਰੀ ਦਿੰਦਾ ਤੇ ਉਹ ਗੱਲ ਸਾਰੇ ਦੁਨੀਆ 'ਚ ਸੁਣੀ ਜਾਂਦੀ ਹੈ। ਟਸ਼ਨ ਫਿਰ ਨਵਾਂ ਸ਼ਬਦ ਪੰਜਾਬੀ 'ਚ ਇਜਾਦ ਹੋ ਜਾਂਦਾ, ਕੋਈ ਦੱਸ ਨਹੀਂ ਸਕਦਾ ਕਿ ਟਸ਼ਨ ਕੀ ਹੁੰਦਾ, ਪਰ ਉਹ ਟਸ਼ਨ ਬਣ ਗਿਆ ਸੀ ਤੇ ਹੁਣ ਲਿਖਿਆ ਵੀ ਜਾਂਦਾ। ਤੇ ਗੱਲ ਹੁਣ ਹੈਗੀ ਹੈ ਜੀ ਯੂਰੋ ਕੱਪ ਦੀ। ਹੰਗਰੀ ਦਾ ਤੇ ਪੁਰਤਗਾਲ ਦਾ ਮੈਚ ਸੀ। ਮੈਚ ਪੁਰਤਗਾਲ ਨੇ 3-0 ਨਾਲ ਜਿੱਤ ਲਿਆ। ਕ੍ਰਿਸਟੀਨੋ ਰੋਨਾਲਡੋ ਫੁੱਟਬਾਲ ਦੇ ਬਹੁਤ ਵੱਡੇ ਪਲੇਅਰ ਨੇ। ਫੁੱਟਬਾਲ ਬਹੁਤ
ਦਮਖਮ ਵਾਲੀ ਖੇਲ ਆ, ਪਰ 36 ਸਾਲ ਦੇ ਰੋਨਾਲਡੋ ਇੰਨੇ ਫਿੱਟ ਨੇ ਕਿ ਉਹ ਹਾਲੇ ਵੀ ਖੇਲਦੇ ਨੇ ਤੇ ਉਸੇ ਮੈਚ ਵਿੱਚ ਉਹਨਾਂ ਨੇ 2 ਗੋਲ ਕੀਤੇ। ਟੀਮ ਮੈਨੇਜਰ ਸੀ ਉਹ ਸੀ ਤੇ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਪ੍ਰੈਸ ਕਾਨਫਰੰਸ ਕਰਨੀ ਸੀ ਤੇ ਬੈਠੇ ਸੀ ਤੇ ਜਦੋਂ ਪ੍ਰੈਸ ਕਾਨਫਰੰਸ ਦੇ ਟੇਬਲ ਤੇ ਉਹਨਾਂ ਨੇ ਦੇਖਿਆ ਕਿ ਕੋਕ ਦੀਆਂ 2 ਬੋਤਲਾਂ ਵੀ ਪਈਆਂ ਤੇ ਪਾਣੀ ਦੀਆਂ ਬੋਤਲਾਂ ਵੀ ਪਈਆਂ ਤੇ ਉਹਨਾਂ ਨੇ ਕੋਕ ਦੀਆਂ ਬੋਤਲਾਂ ਚੁੱਪ ਕਰਕੇ ਚੱਕ ਕੇ ਥੱਲੇ ਰੱਖਤੀ ਤੇ ਉਹਨਾਂ ਨੇ ਪ੍ਰੈਸ ਨੂੰ ਕਿਹਾ ਕਿ ਇਹ ਜਿਹੜਾ ਕੋਲਡ ਡਰਿੰਕ ਆ ਇਹ ਨਹੀਂ ਪੀਣਾ ਚਾਹੀਦਾ ਤੇ ਪਾਣੀ ਪੀਣਾ ਚਾਹੀਦਾ। ਬੜੀ ਸਿੱਧੀ ਜੀ ਗੱਲ ਆ, ਸਾਰੇ ਦੁਨੀਆ ਦੇ ਡਾਕਟਰ ਇਹ ਕਹਿੰਦੇ ਆ ਕਿ ਜਿਹੜੇ ਇਹ ਕੋਲਡ ਡਰਿੰਕਸ ਆ ਜਾਂ ਜੋ ਵੀ ਅਸੀਂ ਕਾਰਬੋਨੇਟਡ ਡਰਿੰਕਸ ਪੀਂਦੇ ਆ ਸਾਡੀ ਸਿਹਤ ਲਈ ਚੰਗੇ ਨਹੀਂ, ਪਰ ਕੰਪਨੀਆਂ ਫਿਰ ਆਪਣੀ ਮਸ਼ਹੂਰੀ ਕਰਵਾਉਂਦੀਆਂ ਨੇ ਤੇ ਉਹ ਸਾਰਾ ਪ੍ਰਚਾਰ ਪ੍ਰਸਾਰ ਦੇ ਸਾਧਨ ਵਰਤਦੀਆਂ ਨੇ ਤੇ ਸਾਨੂੰ ਵੀ ਦੇਖੋ ਦੇਖੀ ਅਸੀਂ ਚਾਹੇ ਅਸੀਂ ਵੀ ਇੱਥੇ ਕੈਮਰੇ ਤੇ ਬਹਿ ਕੇ ਗੱਲ ਕਰਦੇ ਆ ਪੀ ਅਸੀਂ ਵੀ ਕਿਤੇ ਨਾ ਕਿਤੇ ਲੈਂਦੇ ਤੇ ਹਰ ਦੁਨੀਆ ਦੀ ਲਗਭਗ ਹਰ ਫ੍ਰਿਜ ਦੇ ਵਿੱਚ ਕੋਕ ਜਾਂ ਪੈਪਸੀ ਇਹੋ ਜਿਹੇ ਜਿਹੜੇ ਪੇय ਪਦਾਰਥ ਆ ਉਹ ਪੀਣ ਨੂੰ ਮਿਲਦੇ ਨੇ। ਹੁਣ ਹੋਇਆ ਕੀ ਕਿ ਕਹਿਣ ਵਾਲਾ ਬੰਦਾ ਕੋਈ ਮੇਰੇ ਵਰਗਾ ਨਹੀਂ, ਉਹ ਕ੍ਰਿਸਟੀਨੋ ਰੋਨਾਲਡੋ ਆ, ਕਰੋੜਾਂ ਉਹਦੇ ਫਾਲੋਅਰ ਨੇ ਇੰਸਟਾਗ੍ਰਾਮ ਤੇ ਜਾਂ ਜਿੱਥੇ ਵੀ ਉਹਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਬਣਾਏ ਹੋਏ ਨੇ। ਹੈਰਾਨੀ ਦੀ ਗੱਲ ਇਹ ਹੋਈ ਕਿ ਕੋਕ ਦਾ ਜਿਹੜਾ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਸ਼ੇਅਰ ਸੀਗਾ ਉਹ ਡਿੱਗਿਆ ਜਦੋਂ ਬੋਤਲ ਥੱਲੇ ਰੱਖੀ, ਜਦੋਂ ਉਹਨਾਂ ਨੇ ਬੋਤਲ ਥੱਲੇ ਰੱਖੀ ਤੇ ਜਦੋਂ ਉਹਨਾਂ ਨੇ ਇਹ ਕਿਹਾ ਕਿ ਇਹ ਜਿਹੜੀਆਂ ਚੀਜ਼ਾਂ ਸਾਨੂੰ ਨਹੀਂ ਪੀਣੀਆਂ ਚਾਹੀਦੀਆਂ ਤੇ ਸਾਨੂੰ ਪਾਣੀ ਪੀਣਾ ਚਾਹੀਦਾ। ਉਹ ਜਿਹੜਾ ਸ਼ੇਅਰ ਆ ਉਹ ਇੰਨਾ ਡਿੱਗਿਆ ਕਿ ਉਹਦੇ ਨਾਲ ਜਿਹੜੀ ਕੋਕਾ ਕੋਲਾ ਦੀ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਕੀਮਤ ਸੀ ਉਹ $4 ਬਿਲੀਅਨ ਘਟ ਗਈ। ਅਸੀਂ ਕੱਲ ਗੱਲ ਕੀਤੀ ਸੀ ਅਡਾਨੀ ਦੇ ਸ਼ੇਅਰ ਘਟਣ ਦੀ ਤੇ ਦੇਖੋ ਇੱਕ ਸੈਲੀਬ੍ਰਿਟੀ ਕਿੰਨੀ ਪਾਵਰ ਰੱਖਦਾ ਹੈ, ਕਿੰਨੇ ਮਾਇਨੇ ਰੱਖਦੇ ਨੇ ਉਹਦੇ ਗੱਲ। ਇਸ ਤੋਂ ਬਾਅਦ ਕੱਲ ਇੱਕ ਹੋਰ ਗੱਲ ਸਾਹਮਣੇ ਆਈ ਹੈ, ਇੱਕ ਹੋਰ ਕਿਸੇ ਫੁੱਟਬਾਲ ਪਲੇਅਰ ਨੇ ਉਸੇ ਹੀ ਟੂਰਨਾਮੈਂਟ ਦੇ ਦੌਰਾਨ ਬੀਅਰ ਦੀ ਬੋਤਲ ਚੱਕ ਕੇ ਥੱਲੇ ਰੱਖਤੀ ਤੇ ਉਹਨਾਂ ਨੇ ਵੀ ਇਹੀ ਗੱਲ ਕਹੀ ਆ ਕਿ ਇਹੋ ਜਿਹੇ ਪ੍ਰਚਾਰ ਸਾਨੂੰ ਨਹੀਂ ਕਰਨੇ ਚਾਹੀਦੇ। ਚੰਗੀ ਗੱਲ ਆ ਜਾਂ ਮਾੜੀ ਗੱਲ ਆ, ਕੋਕ ਨੇ ਉਸ ਤੋਂ ਬਾਅਦ ਫਿਰ ਆਪਣਾ ਦੱਸਿਆ ਕਿ ਕ੍ਰਿਸਟੀਨੋ ਨੂੰ ਉਹਨਾਂ ਨੇ ਜਵਾਬ ਦਿੱਤਾ ਕਿ ਜਿਹੜਾ ਕਿਸੇ ਵੀ ਬੰਦੇ ਦੀ ਆਪਣੀ ਨਿੱਜੀ ਚੁਆਇਸ ਆ, ਨਿੱਜੀ ਪਸੰਦ ਆ ਕਿ ਉਹਨੇ ਪਾਣੀ ਪੀਣਾ ਜਾਂ ਕੋਕ ਪੀਣਾ ਹੈ, ਪਰ ਵੱਡੀ ਗੱਲ ਆ ਕਿ ਤੁਸੀਂ ਇੱਕ ਬੰਦੇ ਦੇ ਇੰਨੀ ਗੱਲ ਕਹਿਣ ਨਾਲ ਕਿ ਇਹ ਕੋਕ ਨਾ ਪੀਓ ਤੇ ਤੁਹਾਡੀ ਜਿਹੜੀ ਨੈਟਵਰਥ ਹੈ ਉਹਦੇ ਚ $4 ਬਿਲੀਅਨ ਦੀ ਕਮੀ ਆ ਜਾਏ। ਸ਼ੇਅਰ ਮਾਰਕੀਟ ਆਉਣ ਵਾਲੇ ਦਿਨਾਂ 'ਚ ਵੱਧ ਵੀ ਜਾਵੇਗੀ ਘਟ ਵੀ ਜਾਵੇਗੀ, ਪਰ ਗੱਲ ਜਿਹੜੀ ਆ ਨੋਟੇਬਲ ਰਹੇਗੀ ਕਿ ਸੈਲੀਬ੍ਰਿਟੀ ਦੀ ਗੱਲ ਜਿਹੜੀ ਆ ਸਾਰੀ ਦੁਨੀਆ ਸੁਣਦੀ ਆ। ਸੋ ਸੈਲੀਬ੍ਰਿਟੀਜ਼ ਨੂੰ ਚੰਗਾ ਬੋਲਣਾ ਚਾਹੀਦਾ ਤੇ ਮਾਰਗਦਰਸ਼ਨ ਹੀ ਕਰਨਾ ਚਾਹੀਦਾ। ਫਿਰ ਜ਼ਿੰਮੇਵਾਰੀ ਵੀ ਤੇ ਜ਼ਿਆਦਾ ਬਣ ਜਾਂਦੀ ਨਾ ਸੈਲੀਬ੍ਰਿਟੀਜ਼ ਦੀ। ਬਿਲਕੁਲ। ਅੱਜ ਦੇ ਪ੍ਰੋਗਰਾਮ 'ਚ ਬਸ ਇੰਨਾ ਹੀ। ਸ਼ਰਮਾ ਜੀ ਤੁਸੀਂ ਹਰ ਮੁੱਦੇ ਨੂੰ ਬਹੁਤ ਸੋਹਣੇ ਤਰੀਕੇ ਨਾਲ ਵਿਚਾਰਿਆ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸ਼ੁਕਰੀਆ ਸੁਲੀਨ ਜੀ। ਸਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ।